ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇਵਾਲੀ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਖੁਸ਼ਾਮਦੀਦ। ਅੱਜ ਦਿਨ ਹੈ ਜੀ ਵੀਰਵਾਰ, ਤਰੀਕ ਹੈ ਜੀ 22 ਦਸੰਬਰ ਅਤੇ ਸਮਾਂ ਸ਼ਾਮ ਦੇ 6:30 ਦਾ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਇਸ ਸਮੇਂ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ। ਜਿਹੜੇ ਵੀਰ ਸਾਡੇ ਨਾਲ ਇਸ ਵਕਤ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ 'ਤੇ ਜੁੜੇ ਹੈ ਜੀ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਸ ਪ੍ਰੋਗਰਾਮ ਦੇ ਥੱਲੇ ਕਮੈਂਟ ਜ਼ਰੂਰ ਕਰਿਆ ਕਰੋ, ਲਾਈਕ ਵੀ ਕਰਿਆ ਕਰੋ ਅਤੇ ਆਪਣੇ ਵਿਚਾਰ ਵੀ ਸਾਨੂੰ ਜ਼ਰੂਰ ਦਿਆ ਕਰੋ। ਜਿਹੜੇ ਕੋਈ ਸਵਾਲਾਤ ਹੁੰਦੇ ਨੇ ਉਹ ਸਵਾਲਾਤ ਜ਼ਰੂਰ ਸਾਨੂੰ ਪੁੱਛੋ ਅਤੇ ਅਸੀਂ ਤੁਹਾਨੂੰ ਇਹਨਾਂ ਦੇ ਜਵਾਬ ਵੀ ਅਗਲੇ ਪ੍ਰੋਗਰਾਮ ਦੇ ਵਿੱਚ ਦਿਆ ਕਰਾਂਗੇ। ਸੋ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ। ਜਗਜੀਤ ਸਿੰਘ ਲੰਡਨ ਵੱਲੋਂ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ 1315 ਵੈਸਟਰਨ ਹਨਾ ਐਵੀਨਿਊ, ਇੰਡੀਅਨੈਪੋਲਿਸ, ਜੋ ਹਰੇਕ ਮਕੈਨੀਕਲ ਕੰਮ ਕਰਦਾ ਜੀ ਤੁਹਾਡੇ ਸੈਮੀ ਅਤੇ ਟ੍ਰੇਲਰ ਦੇ DOT ਸੇਫਟੀ ਵੀ ਕਰਾਉਂਦੇ ਨੇ, ਬਾਡੀ ਵਰਕ ਵੀ ਕਰਕੇ ਦਿੰਦੇ ਨੇ, ਯੂਜ਼ ਅਤੇ ਬ੍ਰੈਂਡ ਨਿਊ ਟਾਇਰ ਵੀ ਇਹਨਾਂ ਕੋਲ ਉਪਲਬਧ ਹੁੰਦੇ ਨੇ। 3179797205 ਜਾਂ 6612045818 ਦੇ ਉੱਤੇ ਕਾਲ ਕਰ ਸਕਦੇ ਹੋ। ਹਰ ਤਰ੍ਹਾਂ ਦੀ ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਟੈਕਸਿਸ, ਸਟੇਟ ਟੈਕਸਿਸ, ਬਿਜ਼ਨਸ ਟੈਕਸਿਸ ਦੀਆਂ ਸੇਵਾਵਾਂ ਲੈਣ ਦੇ ਲਈ ਤੁਸੀਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਅਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 2535208886 ਦੇ ਉੱਤੇ ਕਾਲ ਕਰ ਸਕਦੇ ਹੋ। ਇਹਨਾਂ ਦੀ ਕੈਂਟ ਵਾਸ਼ਿੰਗਟਨ ਦੇ ਵਿੱਚ ਲੋਕੇਸ਼ਨ ਹੈ ਜੀ 24915104 ਐਵੀਨਿਊ 'ਤੇ। ਮੱਖਣ ਨਾਗਰਾ ਹੋਰਾਂ ਦੇ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ 'ਤੇ ਤੁਸੀਂ 23609104 ਐਵੀਨਿਊ ਕੈਂਟ ਵਾਸ਼ਿੰਗਟਨ ਦੇ ਵਿੱਚ ਡਾਈਨ ਵੀ ਕਰ ਸਕਦੇ ਹੋ, ਜਾਂ ਫਿਰ ਤੁਸੀਂ ਇਹਨਾਂ ਦੇ ਔਨਲਾਈਨ ਆਰਡਰ ਵੀ ਕਰ ਸਕਦੇ ਹੋ 2063531699 ਜਾਂ 2532467296 'ਤੇ। ਤੁਸੀਂ ਇਹਨਾਂ ਤੋਂ ਕੈਟਰਿੰਗ ਕਰਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਅੱਛਾ ਪੈਕੇਜ ਤੁਹਾਨੂੰ ਦੇ ਦੇਣਗੇ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ ਸਪੈਸ਼ਲਾਈਜ਼ ਨੇ ਜੀ ਰੀਫਰ ਦੀ ਹਰ ਤਰ੍ਹਾਂ ਦੀ ਰਿਪੇਅਰ ਦੇ ਲਈ। ਯੂਨਿਟ ਦੀ ਪ੍ਰੋਬਲਮ ਹੈ, ਗੈਸ ਰੀਫਿਲ ਕਰਾਉਣੀ ਹੈ, ਜਾਂ ਫਿਰ ਸੈਮੀ ਦੇ ਅਲਾਈਨਮੈਂਟ ਕਰਾਉਣੀ ਹੈ, ਆਇਲ ਚੇਂਜ ਕਰਾਉਣਾ, ਡੈਫ ਕਲੀਨਿੰਗ ਕਰਾਉਣੀ ਹੈ, ਤਾਂ ਬੜੀਆਂ ਐਡਵਾਂਸ ਮਸ਼ੀਨਾਂ ਨਾਲ ਕਰਦੇ ਨੇ। ਫੋਨ ਨੰਬਰ ਹੈ ਜੀ 8043728800। ਲੋਕੇਸ਼ਨ ਇਹਨਾਂ ਦੀ ਮਨਾਸਸ ਵਰਜੀਨੀਆ ਦੇ ਵਿੱਚ ਹੈ ਜੀ 10224 ਰੈਜ਼ੀਡੈਂਸੀ ਰੋਡ 'ਤੇ, ਹਾਈਵੇ 66 ਐਗਜ਼ਿਟ 43 ਤੋਂ ਬੜੇ ਅਪਰੋਚੇਬਲ ਨੇ ਜੀ। ਵਾਸ਼ਿੰਗਟਨ ਫੀਲਡ ਸਰਵਿਸ ਜਿਹੜੀ ਸ਼ੈਟਲ ਏਰੀਆ 'ਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੇ ਨੇ। ਗੁਰਵਿੰਦਰ ਧਾਲੀਵਾਲ ਹੋਰਾਂ ਦੇ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਦੇ ਉੱਤੇ ਕਾਲ ਕਰ ਸਕਦੇ ਹੋ। ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਕਰੋਨਾ ਜੀ, ਪਹਿਲਾਂ ਕਿ ਕਰੋਨਾ ਡਰੋ ਨਾ, ਪਰ ਹੁਣ ਕਹਿੰਦਾ ਕਰੋਨਾ ਡਰ ਕੇ ਰਹਿ। ਭਾਰਤ ਚੌਕਸ ਹੋ ਗਿਆ ਜੀ। ਬਿਲਕੁਲ ਜੀ, ਚੌਕਸ ਹੋਣਾ ਚਾਹੀਦਾ ਹੈ। ਅਸਲ ਦੇ ਵਿੱਚ ਹੈ ਜਿਹੜਾ ਜਦੋਂ ਆਪਾਂ ਕਰੋਨਾ ਬਾਰੇ ਗੱਲ ਕਰਦੇ ਹਾਂ, ਕਰੋਨਾ ਦਾ ਕਹਿੰਦੇ ਜਿਹੜਾ ਪ੍ਰਕੋਪ ਹੈ ਉਹ ਚੀਨ ਤੋਂ ਸ਼ੁਰੂ ਹੋਇਆ ਜੀ। ਚੀਨ ਦੇ ਵਿੱਚ ਫਿਰ ਕਹਿੰਦੇ ਬੜਾ ਬੇਕਾਬੂ ਹੋ ਚੱਲਿਆ ਹੈ। ਪਿਛਲੇ ਸਮੇਂ ਦੇ ਵਿੱਚ ਵੀ ਆਪਾਂ ਦੇਖਿਆ ਵੀ ਚੀਨ ਦੇ ਵਿੱਚ ਜਿਹੜੇ ਉੱਥੋਂ ਦੇ ਵਿਦਿਆਰਥੀ ਹੈ ਜੀ, ਉਹਨਾਂ ਵਿਦਿਆਰਥੀਆਂ ਦੇ ਵਿੱਚ ਕਾਫੀ ਸਾਰੀ ਬੇਚੈਨੀ ਸੀ, ਔਰ ਉਹ ਬੇਚੈਨੀ ਜਿਹੜੀ ਹੈਗੀ ਹੈ ਉਹ ਸੜਕਾਂ 'ਤੇ ਸਪਸ਼ਟ ਨਜ਼ਰ ਆਈ ਸੀ ਜੀ, ਜਦੋਂ ਵਿਦਿਆਰਥੀਆਂ ਨੇ ਉੱਥੇ ਜਲਸੇ ਜਲੂਸ ਮੁਜ਼ਾਹਰੇ ਕਰਨੇ ਸ਼ੁਰੂ ਕਰਤੇ ਸੀ। ਉਹ ਤੋਂ ਪਹਿਲਾਂ ਤੁਹਾਨੂੰ ਪਤਾ ਇੱਕ ਵਾਰੀ 3 ਮੈਨ ਚੌਕ ਦੇ ਵਿੱਚ ਜੀ ਵਿਦਿਆਰਥੀ ਇਕੱਠੇ ਹੋ ਗਏ ਸੀ, ਲੋਕਤੰਤਰ ਦੀ ਗੱਲ ਕਰਦੇ ਸੀ, ਖੁੱਲੀ ਹਵਾ ਦਾ ਝੋਂਕਾ ਲੈਣਾ ਲੋਚਦੇ ਸੀ। ਉਦੋਂ ਫਿਰ ਟੈਂਕ ਚੜਾਤੇ, ਉਹਨਾਂ ਦੇ ਉੱਤੇ ਟੈਂਕ ਚੜਾਤੇ ਸੀ, ਬੜਾ ਕੁਛ ਹੋਇਆ ਸੀ। ਲੇਕਿਨ ਐਤਕੀ ਵਿਦਿਆਰਥੀਆਂ ਨੇ ਥੋੜ੍ਹਾ ਜਿਹੀ ਜਿਹੜੀ ਆਪਣੀ ਰਣਨੀਤੀ ਉਹ ਤਬਦੀਲ ਕਰ ਲਈ। ਐਤਕੀ ਅਗਵਾਈ ਜਿਹੜੇ ਹੈਗੇ ਆ ਮੁੰਡਿਆਂ ਦੀ ਬਜਾਏ ਕੁੜੀਆਂ ਨੂੰ ਦਿੱਤੀ ਸੀ। ਅੱਛਾ ਜੀ। ਕਿਉਂਕਿ ਕੁੜੀਆਂ ਦੇ ਉੱਤੇ ਛੇਤੀ ਕੀਤੇ ਜਿਹੜਾ ਹੈਗਾ ਤਸ਼ੱਦਦ ਕਰਨਾ ਉਹ ਮੁਸ਼ਕਿਲ ਹੁੰਦਾ ਹੈ, ਅਤੇ ਜੇ ਤਸ਼ੱਦਦ ਕੀਤਾ ਵੀ ਜਾਊਗਾ ਤਾਂ ਅੱਜ ਦੇ ਜ਼ਮਾਨੇ 'ਚ ਤੁਹਾਨੂੰ ਪਤਾ ਫਿਰ ਸਾਰੀ ਦੁਨੀਆ ਦੇ ਵਿੱਚ ਉਹਦੀ ਚਰਚਾ ਵੀ ਹੁੰਦੀ ਹੈ ਅਤੇ ਉਹਦੇ ਨਾਲ ਔਖੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਦੇਸ਼ਾਂ ਨੂੰ। ਸੋ ਉੱਥੇ ਜੋ ਕੁਛ ਹੋਇਆ ਹੁਣ ਉਹਦੀ ਵਜ੍ਹਾ ਕਾਰਨ ਕੋਈ 3 ਕਹਿ ਦਿੰਦਾ ਅਤੇ ਕੋਈ 4 ਕੇਸ ਕਹਿੰਦੇ ਵੀ ਇੰਡੀਆ ਦੇ ਵਿੱਚ ਵੀ ਆ ਗਏ। ਹਾਂਜੀ, ਕਈਆਂ ਦੇ ਤਾਂ ਰਿਜ਼ਲਟ ਪੋਜ਼ਿਟਿਵ ਆਇਆ। ਹਾਂਜੀ ਹਾਂਜੀ। ਨਹੀਂ ਜੀ, ਜਿਹੜਾ ਇਹ ਜਿਹੜਾ ਕਰੋਨਾ ਨਾ ਦਾਨੇਵਾਲੀਆ ਸਾਹਿਬ, ਜਿਹੜੀ ਕਰੋਨਾ ਦਾ ਵੇਰੀਐਂਟ ਹੈ, ਇਸ ਵੇਰੀਐਂਟ ਨੂੰ ਇਹ ਪਹਿਲਾਂ ਹੁੰਦਾ ਸੀਗਾ BA.5 ਜੀ,
ਤੇ ਹੁਣ ਉਹਦਾ ਜਿਹੜਾ ਅਗਲਾ ਸਰੂਪ ਹੈ ਇਹ BF7 ਹੈ ਜੀ। ਇਹ ਅਜਿਹੀ ਮਤਲਬ ਜਿਹੜਾ ਇਹਦੇ 'ਚ ਇਹ ਹੈ ਜਿਹੜੀ ਹੈਗੀ ਇਹਦੇ ਲੱਛਣ ਦੂਜਿਆਂ ਨਾਲੋਂ ਵੱਖਰੇ ਕਿ ਇਹਦੀ ਜਿਹੜੀ ਲਾਗ ਹੈ, ਇਹਦੀ ਲਿਆਗ ਦੀ ਜਿਹੜੀ ਲਾਗ ਦੀ ਜਿਹੜੀ ਸਮਰੱਥਾ ਉਹ ਬੜੀ ਵਿਆਪਕ ਹੁੰਦੀ ਹੈ। ਤੇ ਜੇ ਇਹਨੇ ਪ੍ਰਫੁੱਲਤ ਹੋਣਾ ਹੈ ਜੀ, ਇਹਨੂੰ ਸਮਾਂ ਘੱਟ ਲੱਗਦਾ ਹੈ। ਅਗਲੀ ਗੱਲ ਇਹਦੇ ਵਿੱਚ ਮੁੜ ਕੇ ਲਾਗ ਪੈਦਾ ਕਰਨ ਦੀ ਪਾਵਰ ਵੀ ਹੁੰਦੀ ਹੈ ਜੀ। ਤੇ ਵੱਡੀ ਗੱਲ ਇਹ ਹੈ ਕਿ ਜੇ ਤੁਸੀਂ ਵੈਕਸੀਨੇਸ਼ਨ ਕਰਵਾਈ ਹੋਈ ਹੈ, ਵੈਕਸੀਨੇਸ਼ਨ ਕਰਵਾਉਣ ਦੇ ਬਾਵਜੂਦ ਵੀ ਇਹ ਤੁਹਾਨੂੰ ਹਿੱਟ ਕਰਦਾ ਹੈ ਜੀ। ਇਸ ਵਾਸਤੇ ਇਹਦੇ ਤੋਂ ਚਿੰਤਤ ਬਹੁਤ ਜ਼ਿਆਦਾ ਲੋਕ ਹੈ। ਔਰ ਜਿਹੜੇ ਆਏ ਹੈ ਕੇਸ ਆਏ ਹੈ, ਕਹਿੰਦੇ ਵੀ 2 ਕੇਸ ਜਿਨ੍ਹਾਂ ਦੀ ਪੁਸ਼ਟੀ ਹੋ ਚੁੱਕੀ ਹੈ, ਪੋਜ਼ਿਟਿਵ ਹੋ ਗਏ ਹੈ, ਉਹ 2 ਤਾਂ ਗੁਜਰਾਤ 'ਚ ਆਏ ਹੈ ਜੀ, 1 ਉੜੀਸਾ 'ਚ ਆਇਆ ਹੈ। ਇਹ ਤਿੰਨਾਂ ਦਾ ਮਤਲਬ ਪੁਸ਼ਟੀ ਹੋ ਚੁੱਕੀ ਹੈ, ਪੋਜ਼ਿਟਿਵ ਆ ਗਏ। ਵੈਸੇ 4 ਕਹੇ ਜਾਂਦੇ, ਅੱਛਾ ਜੀ, ਪੱਕਾ ਪਤਾ ਨਹੀਂ। ਵੈਸੇ ਜੇ ਆਪਾਂ ਦੇਖੀਏ ਇੱਕ ਵਾਰੀ ਪਹਿਲਾਂ ਵੀ ਜੇ ਦੇਖਿਆ ਤਾਂ ਪਹਿਲਾਂ ਆਪਣੀ ਚੌਕਸੀ ਨਹੀਂ ਸੀ, ਉਦੋਂ ਹਵਾਈ ਜਹਾਜ਼ਾਂ ਦੀ ਕੋਈ ਚੈਕਿੰਗ ਵਗੈਰਾ ਨਹੀਂ ਸੀ। ਹੁਣ ਤਾਂ ਹਜੇ ਤੱਕ ਤਾਂ ਚੀਨ ਤੋਂ ਜਹਾਜ਼ ਜਿਹੜੇ ਖੁੱਲੇ ਨਹੀਂ ਪੂਰੇ ਆਪਣੇ, ਖੁੱਲੇ ਨਹੀਂ ਪੂਰੇ। ਵੈਸੇ ਅੱਜ ਡਿਮਾਂਡ ਵੀ ਇਹ ਆ ਗਈ ਹੈ ਕਿ ਪਹਿਲੀ ਗੱਲ ਤਾਂ ਕਿ ਉਹਨਾਂ ਦੀ ਜਿਹੜੀ ਹੈਗੀ ਹੈ ਚੈਕਿੰਗ ਵਗੈਰਾ ਪੂਰੀ ਕੀਤੀ ਜਾਵੇ, ਤੇ ਜੇ ਸਰਦਾ ਹੋਵੇ ਤਾਂ ਟਾਲ ਹੀ ਦਿਓ ਉਹਨਾਂ ਦੀਆਂ ਜਿਹੜੀਆਂ ਫਲਾਈਟਸ ਵਗੈਰਾ ਇੱਥੇ ਨਾ ਆਉਣ। ਇਹਦੇ ਤੇ ਹੁਣ ਕੱਲ ਚਰਚਾ ਹੋਈ ਸੀਗੀ ਜੀ, ਅੱਜ ਫੇਰ ਮੀਟਿੰਗ ਕੀਤੀ ਹੈ ਸਾਡੇ ਜਿਹੜੇ ਹੈਗੇ ਹੈਲਥ ਮਿਨਿਸਟਰ, ਤੇ ਪਤਾ ਇਹ ਲੱਗਿਆ ਸ਼ਾਮ ਤੱਕ ਆਪਣੇ ਕੋਲ ਡਿਟੇਲ ਪੂਰੀ ਆ ਜਾਣੀ ਹੈ। ਸ਼ਾਇਦ ਕੱਲ ਦੇ ਪ੍ਰੋਗਰਾਮ 'ਚ ਆਪਾਂ ਨੂੰ ਡਿਸਕਸ ਕਰਨੀ ਪੈਣੀ ਹੈ ਜੀ ਕਿ ਪ੍ਰਾਈਮ ਮਿਨਿਸਟਰ ਵੀ ਇੱਕ ਮੀਟਿੰਗ ਲੈ ਰਹੇ ਹੈ। ਪ੍ਰਾਈਮ ਮਿਨਿਸਟਰ ਨੂੰ ਸਥਿਤੀ ਤੋਂ ਜਿਹੜਾ ਹੈਗਾ ਜਾਣੂ ਕਰਵਾ ਰਹੇ ਹੈ ਜੀ। ਵੈਸੇ ਜੇ ਦੇਖੀਏ ਆਪਾਂ ਤਾਂ ਇਹਦਾ ਪ੍ਰਕੋਪ ਜਿਹੜਾ ਕੱਲਾ ਚਾਈਨਾ 'ਚ ਨਹੀਂ, ਆਪਣੇ ਤੁਹਾਡੇ ਅਮਰੀਕਾ 'ਚ ਵੀ ਹੈ ਜੀ, ਇੰਗਲੈਂਡ ਦੇ ਵਿੱਚ ਵੀ ਹੈ, ਡੈਨਮਾਰਕ ਦੇ ਵਿੱਚ ਵੀ ਹੈ। ਕਈ ਜਿਹੜੇ ਹੈਗੇ ਆ ਦੇਸ਼ ਜਿਹੜੇ ਹੈਗੇ ਪੱਛਮੀ ਦੇਸ਼, ਉਹਨਾਂ ਦੇ ਵਿੱਚ ਜਿਹੜੀ ਹੈ ਇਹ ਖਬਰ ਆ ਰਹੀ ਹੈ ਜੀ। ਜਿਵੇਂ ਬੈਲਜੀਅਮ ਦੇ ਵਿੱਚ ਵੀ ਹੈ, ਜਰਮਨ 'ਚ ਵੀ ਹੈ, ਫਰਾਂਸ, ਹਾਂ ਡੈਨਮਾਰਕ ਵਗੈਰਾ ਇਹਨਾਂ 'ਚ ਆ ਗਿਆ। ਇਹਨਾਂ ਸਾਰੇ ਥਾਵਾਂ ਤੇ ਆ ਗਏ। ਤੇ ਚੀਨ ਤੋਂ ਬਾਅਦ ਭਾਰਤ ਜਿਹੜਾ ਹੈਗਾ ਤੁਹਾਨੂੰ ਪਤਾ ਵੀ ਫਿਰ ਇਹ ਆ ਜਾਂਦਾ ਹੈ, ਬਣੀ ਜਾਂਦਾ ਟਾਰਗੇਟ ਬਣ ਜਾਂਦਾ। ਆਪਾਂ ਨੇੜੇ ਬੈਠੇ ਇਹਨੂੰ ਲੈ ਕੇ ਉਹਨਾਂ ਨੇ ਬਹੁਤ ਜ਼ਿਆਦਾ ਚੌਕਸੀ ਵਾਲਾ ਸਿਲਸਿਲਾ ਕਰ ਦਿੱਤਾ ਹੈ। ਤੇ ਨਾਲ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਹੈਗੀ ਹੈ ਤਰਦੀ ਜੀ ਖਬਰ ਆਈ ਸੀ ਕਿ ਰਾਹੁਲ ਗਾਂਧੀ ਅੱਜ ਕੱਲ੍ਹ ਭਾਰਤ ਜੋੜੋ ਯਾਤਰਾ ਤੇ ਨਿਕਲਿਆ ਹੋਇਆ ਜੀ। ਹਾਂਜੀ, ਉਹ ਵੀ। ਔਰ ਉਹਦੀ ਭਾਰਤ ਜੋੜੋ ਯਾਤਰਾ ਨੂੰ 2 ਸਟੇਟਾਂ ਦੇ ਵਿੱਚ ਬਹੁਤ ਭਰਵਾਂ ਹੁੰਗਾਰਾ ਮਿਲਿਆ। ਉਹ ਹੈ ਇੱਕ ਕਰਨਾਟਕਾ ਤੇ ਦੂਜੀ ਹੈ ਰਾਜਸਥਾਨ ਜੀ। ਤੇ ਇਹ ਦੋਨੋਂ ਸਟੇਟਾਂ ਦਾਨੇ ਵਾਲੀਆਂ ਜੀ ਉਹ ਹੈ ਜਿੱਥੇ ਨੇੜ ਭਵਿੱਖ ਦੇ ਵਿੱਚ ਚੋਣਾਂ ਹੋਣੀਆਂ। ਤੇ ਜੇ ਇਹਨਾਂ ਦੋਨਾਂ ਥਾਵਾਂ ਦੇ ਉੱਤੇ ਉਹਨਾਂ ਨੂੰ ਨਹੀਂ ਮਿਲਦੀ। ਰਾਜਸਥਾਨ ਦੀ ਤਾਂ ਸਥਿਤੀ ਤੁਸੀਂ ਦੇਖੀਆਂ ਹੋਣੀਆਂ ਸੋਸ਼ਲ ਮੀਡੀਆ ਤੇ ਵੀਡੀਓ ਜੀ, ਉਹ ਤਾਂ ਇਉਂ ਲੱਗਦਾ ਜਿਵੇਂ ਮੇਲਾ ਲੱਗਿਆ ਹੁੰਦਾ। ਇੰਨੀ ਵੱਡੀ ਤਾਦਾਦ ਦੇ ਵਿੱਚ ਲੋਕ ਉੱਥੇ ਆਉਂਦੇ ਜੀ। ਤੇ ਕੱਲ ਉਹਨਾਂ ਦੀ ਯਾਤਰਾ ਜਿਹੜੀ ਆ ਉਹ ਹਰਿਆਣੇ 'ਚ ਇੰਟਰ ਕਰਨੀ ਹੈ। ਪੰਜਾਬ ਵੀ ਆਉਣ ਵਾਲੀ ਹੈ ਤੇ ਪੰਜਾਬ ਵੀ ਆਉਣਾ। ਚੰਨੀ ਸਾਹਿਬ ਨੇ ਪ੍ਰੈਕਟਿਸ ਸ਼ੁਰੂ ਕਰਤੀ। ਹਰਿਆਣੇ ਤੋਂ ਬਾਅਦ ਜਾਣੀ ਹੈ ਦਿੱਲੀ। ਅੱਛਾ, ਹਰਿਆਣੇ ਤੋਂ ਬਾਅਦ ਦਿੱਲੀ ਜਾਣੀ, ਉਧਰੋਂ ਆਊਗੀ, ਦਿੱਲੀ ਤੋਂ ਫਿਰ ਹਰਿਆਣਾ ਤੇ ਮੇਰਾ ਖਿਆਲ ਫਿਰ ਯੂਪੀ ਹਰਿਆਣਾ ਹੋ ਕੇ ਫਿਰ ਆਏ। ਬਿਲਕੁਲ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀ ਹੋਣੀ। ਸੋ ਇਹਦੇ ਤੇ ਉਹਨਾਂ ਨੂੰ ਸਲਾਹ ਦਿੱਤੀ ਗਈ ਵੀ ਜਿਹੜਾ ਹੈਗਾ COVID-19 ਦੇ ਪ੍ਰੋਟੋਕੋਲ ਦੀ ਪਾਲਣਾ ਕਰੋ ਜੀ। ਕਹਿੰਦੇ ਜੀ ਸੈਨੀਟਾਈਜ਼ਰ ਦਾ ਇਸਤੇਮਾਲ ਕਰੋ, ਹਰ ਇੱਕ ਦੇ ਮਤਲਬ ਜਿਹੜਾ ਹੈਗਾ ਉਹ ਮਾਸਕ ਲੱਗਿਆ ਹੋਣਾ ਜ਼ਰੂਰੀ ਹੋਣਾ ਚਾਹੀਦਾ ਹੈ। ਤੇ ਵੈਕਸੀਨੇਸ਼ਨ ਜਿੰਨੇ ਵੀ ਪਾਰਟਿਸਪੈਂਟ ਹੈ ਉਹਦੇ 'ਚ ਉਹਨਾਂ ਦੀ ਚੈਕਿੰਗ, ਉਹਨਾਂ ਦੀ ਜਿਹੜੀ ਹੈ ਵੈਕਸੀਨੇਸ਼ਨ ਹੋਣੀ ਚਾਹੀਦੀ ਹੈ। ਜਿਸ ਬੰਦੇ ਨੇ ਯਾਤਰਾ 'ਚ ਸ਼ਾਮਲ ਹੋਣਾ ਹੈ, ਇਹ ਸਲਾਹ ਹੈ, ਹਾਲੇ ਤੱਕ ਮਸ਼ਵਰਾ ਹੈ। ਜਿਸ ਬੰਦੇ ਨੇ ਯਾਤਰਾ 'ਚ ਸ਼ਾਮਲ ਹੋਣਾ ਉਹ ਪਹਿਲਾਂ ਆਈਸੋਲੇਟ ਹੋਵੇ 24 ਘੰਟੇ। ਅੱਛਾ, ਉਹ ਤੋਂ ਬਾਅਦ ਜਦੋਂ ਫਿਰ ਉਹ ਵਾਪਸ ਜਾਊਗਾ ਵੀ ਕਹਿਣ ਤੋਂ ਬਾਅਦ ਸਿੱਧਾ ਹੀ ਕਹਿ ਦਿਓ ਭਾਈ ਘਰੇ ਬਹਿ ਜਾਓ ਤੁਸੀਂ। ਬਸ ਉਹ ਗੱਲ ਉਹੀ ਹੈ ਨਾ। ਹੁਣ ਕਾਂਗਰਸ ਪਾਰਟੀ ਦਾ ਇਹੀ ਮੋੜਵਾਂ ਜਿਹੜਾ ਹੈ ਨਾ ਜਵਾਬ ਆਇਆ, ਉਹ ਕਹਿੰਦੇ ਵੀ ਤੁਸੀਂ ਸਾਨੂੰ ਘਰੇ ਬਿਠਾਉਣ ਦੀ ਗੱਲ ਕਰਦੇ ਹੋ, ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਦੀ ਆਸ ਨਹੀਂ ਸੀ ਕਿ ਇੰਨਾ ਵੱਡਾ ਹੁੰਗਾਰਾ ਮਿਲ ਜੂ। ਨਾਲ ਫਿਰ ਉਹਨਾਂ ਨੇ 2-3 ਸਵਾਲ ਹੋਰ ਖੜੇ ਕਰਤੇ ਜੀ। ਉਹ ਕਹਿੰਦੇ ਜੀ ਇਹ ਦੱਸੋ, ਚਲੋ ਠੀਕ ਹੈ ਵੀ ਜੇ ਸਾਰੇ ਦੇਸ਼ ਦੇ ਵਿੱਚ ਪਾਬੰਦੀ ਲੱਗੂਗੀ ਤਾਂ ਅਸੀਂ ਵੀ ਉਹਨੂੰ ਮੰਨਾਂਗੇ, ਪਰ ਅਜੇ ਤੱਕ ਕੋਈ ਪ੍ਰੋਟੋਕੋਲ ਤਾਂ ਜਾਰੀ ਨਹੀਂ ਕੀਤਾ। ਇਹ ਆ ਪ੍ਰੋਟੋਕੋਲ ਜਾਰੀ ਕਰਨ ਤੋਂ ਪਹਿਲਾਂ ਦੀਆਂ ਗੱਲਾਂ ਮੈਂ ਕਰ ਰਿਹਾ। ਜਿਹੜੀ ਉਹਨੂੰ ਚਿੱਠੀ ਲਿਖੀ ਸੀ, ਚਿੱਠੀ ਲਿਖੀ ਅਸ਼ੋਕ ਗਹਿਲੋਤ ਨੂੰ, ਪਹਿਲਾਂ ਅਸ਼ੋਕ ਗਹਿਲੋਤ ਨੂੰ ਲਿਖ ਦਿੱਤੀ ਤੇ ਫਿਰ ਲਿਖਤੀ ਸੀ ਉਹ ਚਿੱਠੀ ਮਾਂਡਵੀਆ ਸਾਹਿਬ ਨੇ ਜਿਹੜੇ ਸਾਡੇ ਹੈਲਥ ਮਿਨਿਸਟਰ ਆ ਰਾਹੁਲ ਗਾਂਧੀ ਨੂੰ ਵੀ ਭੇਜੀ ਜੀ। ਸੋ ਉਹ ਕਹਿੰਦੇ ਵੀ ਜਦੋਂ ਬੰਗਾਲ ਦੇ ਵਿੱਚ ਚੋਣਾਂ ਹੁੰਦੀਆਂ ਸੀ ਉਦੋਂ ਤਾਂ ਆਪਣੇ ਦੇਸ਼ ਦੇ ਵਿੱਚ ਪ੍ਰੋਟੋਕੋਲ ਲਾਗੂ ਸੀ। ਪ੍ਰਧਾਨ ਮੰਤਰੀ ਜੀ ਤੇ ਜਿਹੜੇ ਗ੍ਰਹਿ ਮੰਤਰੀ ਜੀ ਉੱਥੇ ਰੈਲੀਆਂ ਕਰਨ ਜਾਂਦੇ ਹੁੰਦੇ ਸੀ। ਧਨੇਲੀਆ ਸਾਹਿਬ, ਕਦੇ ਤੁਸੀਂ ਉਹਨਾਂ ਰੈਲੀਆਂ ਦੇ ਵਿੱਚ ਦੇਖਿਆ ਸੀ ਕਿ ਦੋਨਾਂ ਦੇ ਵਿੱਚੋਂ ਕਿਸੇ ਦੇ ਮਾਸਕ ਲੱਗਿਆ ਹੁੰਦਾ? ਤਕਰੀਰਾਂ ਕਰਦੇ ਹੁੰਦੇ ਸੀ। ਬਿਲਕੁਲ। ਉਹ ਕਹਿੰਦੇ ਉਹ ਕਿਉਂ?
ਅਗਲੀ ਗੱਲ ਉਹ ਕਹਿੰਦੇ ਵੀ ਸਾਡੇ ਤੇ ਤੁਸੀਂ ਇਹ ਕਹਿੰਦੇ ਹੋ ਵੀ ਯਾਤਰਾ ਦੇ ਉੱਤੇ ਜਿਹੜਾ ਹੈਗਾ ਜੀ ਤੁਸੀਂ ਆ ਪ੍ਰੋਟੋਕੋਲ ਦੀ ਪਾਲਣਾ ਕਰੋ। ਤੇ ਹਾਲ ਹੀ ਵਿੱਚ ਇਹ ਗੁਜਰਾਤ ਚੋਣਾਂ ਹੋ ਕੇ ਹਟੀਆਂ। ਹਾਂਜੀ, ਉਹਨਾਂ ਚੋਣਾਂ ਦੇ ਦੌਰਾਨ ਕੀ ਪ੍ਰਧਾਨ ਮੰਤਰੀ ਨੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਸੀ? ਪਹਿਲਾਂ ਕਿਹੜਾ ਕਰ ਲਈ, ਪਹਿਲੀਆਂ ਚੋਣਾਂ 'ਚ ਕਿਹੜਾ ਕਰ ਲਈ? ਪਹਿਲੀਆਂ 'ਚ ਵੀ ਕਿਹੜੇ ਕਰਕੇ, ਪਰ ਉਹ ਤਾਂ ਜਿਹੜੀ ਨੇੜ ਭਵਿੱਖ ਦੀਆਂ ਗੱਲ ਕਰਦੇ, ਉਹ ਕਹਿੰਦੇ ਵੀ ਸਾਡੀ ਯਾਤਰਾ ਨੂੰ ਰੋਕਣ ਵਾਸਤੇ ਤੁਸੀਂ ਇਹ ਸਾਰਾ ਕੁਝ ਕਰ ਰਹੇ ਹੋ ਔਰ ਅਸੀਂ ਇਹ ਯਾਤਰਾ ਜਿਹੜੀ ਹੈਗੀ ਆਪਦੀ ਨਿਰਵਿਘਨ ਜਾਰੀ ਰੱਖਾਂਗੇ। ਸੋ ਇਹ ਹੁਣ 2-3 ਗੱਲਾਂ ਹੈ ਵੀ ਠੀਕ ਹੈ, ਕੁਝ ਦੇਸ਼ਾਂ ਦੇ ਵਿੱਚ ਪ੍ਰਕੋਪ ਇਹਦਾ ਹੋਇਆ ਵੈ, ਪਰ ਇੱਕ ਪੂਨਾ ਵਾਲਾ ਹੈ ਜੀ ਜਿਹਨੇ ਉਹ ਵੈਕਸੀਨੇਸ਼ਨ ਸੀਰਮ ਵਾਲਾ ਸੀਰਮ ਵੈਕਸੀਨੇਸ਼ਨ ਬਣਾਇਆ ਵੀ ਹੈ, ਉਹਦੀ ਇੱਕ ਸਟੇਟਮੈਂਟ ਦਾਨੇਲੀਆ ਸਾਹਿਬ ਮੈਂ ਅੱਜ ਹੀ ਪੜ੍ਹੀ ਹੈ। ਉਹਨੇ ਕਿਹਾ ਵੀ ਅਸੀਂ ਪੂਰੀ ਤਰ੍ਹਾਂ ਚੌਕਸ ਹਾਂ ਜੀ, ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਟੀਕਾਕਰਨ ਹੋ ਚੁੱਕਿਆ ਹੈ। ਜਿਹੜੀ ਹੈਗੀਆਂ ਜਿਹੜੇ ਬਾਲਗ ਲੋਕ ਹੈ ਉਹਨਾਂ ਨੂੰ 2-2 ਡੋਜ਼ਾਂ ਮਿਲ ਚੁੱਕੀਆਂ ਵੱਡੀ ਤਾਦਾਦ ਦੇ ਵਿੱਚ ਜੀ। ਜਿਹੜੇ ਥੋੜੀ ਜਿਹੀ ਏਜਡ ਬੰਦੇ ਹੈ, ਬਜ਼ੁਰਗਾਂ 'ਚ ਆਪਾਂ ਕਹਿ ਸਕਦੇ ਹਾਂ, ਉਹਨਾਂ ਨੂੰ ਕਹਿੰਦੇ ਇੱਕ ਐਕਸਟਰਾ ਵੀ ਲਾ ਦਿੱਤੀ ਹੈ। ਹਾਂ, ਲਾਈਆਂ 3 ਹੋ ਗਿਆ, ਮੇਰੇ ਵੀ ਲੱਗੀ ਹੈ ਉਹ, 3 ਕਹਿੰਦੇ ਲਵਾਈ ਲੈਣਾ, ਹਾਂ ਲਵਾਈ ਲਵਾ ਲੈਣੀ ਚਾਹੀਦੀ ਹੈ। ਤੇ ਜਿਹੜੇ ਛੋਟੇ ਬੱਚੇ ਹੈ ਕਹਿੰਦੇ ਅੰਡਰ ਏਜ, ਉਹਨਾਂ ਦੀ ਸਾਨੂੰ ਥੋੜੀ ਪ੍ਰੋਬਲਮ ਹੈ ਪਰ ਉਹ ਕਹਿੰਦੇ ਵੀ ਸਾਡੀ ਚੌਕਸੀ ਇੰਨੀ ਜ਼ਿਆਦਾ ਹੈ, ਸਾਡੀ ਜਿਹੜੀ ਵੈਕਸੀਨੇਸ਼ਨ ਹੈ ਉਹ ਬੜੀ ਵਧੀਆ ਵੈਕਸੀਨੇਸ਼ਨ ਹੈ ਜੀ, ਚਾਈਨਾ ਦੇ ਮੁਕਾਬਲੇ ਤੁਹਾਨੂੰ ਕਿਤੇ ਵਧੀਆ ਹੈਗੀ ਹੈ। ਖੈਰ ਇਹ ਤਾਂ ਸਾਡੇ ਸਾਇੰਸਦਾਨਾਂ ਨੂੰ ਕ੍ਰੈਡਿਟ ਜਾਂਦਾ ਹੀ ਜਾਂਦਾ ਹੈ ਵੀ ਸ਼ੁਰੂ ਦੇ ਵਿੱਚ ਭਾਵੇਂ ਆਪਾਂ ਕੋਈ ਬਹੁਤਾ ਗੌਲਿਆ ਨਹੀਂ ਸੀ ਜਦੋਂ ਕਰੋਨਾ ਫੈਲਿਆ ਹੋਇਆ ਜੀ, ਤੇ ਉਦੋਂ ਤੱਕ ਫਾਰਮੂਲਾ ਦੂਜਾ ਦਿੱਤਾ ਸੀ ਨਾ ਵੀ ਥਾਲੀਆਂ ਖੜਕਾ ਲਓ ਜੀ, ਦੀਵੇ ਬਜਾ ਲਓ, ਤੇ ਉਹਦੇ ਨਾਲ ਗੋ ਕਰੋਨਾ ਗੋ ਦੇ ਨਾਰੇ ਲਾ ਦਿਓ, ਕਰੋਨਾ ਭੱਜ ਜੂਗਾ। ਲੇਕਿਨ ਬਾਅਦ ਦੇ ਵਿੱਚ ਜਿਹੜੀ ਸਾਡੇ ਟੈਕਨੀਸ਼ੀਅਨਾਂ ਨੇ, ਸਾਇੰਸਦਾਨਾਂ ਨੇ ਜਿਹੜੀਆਂ ਖੋਜਾਂ ਕੀਤੀਆਂ, ਕਾਢਾਂ ਕੀਤੀਆਂ, ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੀ ਮਤਲਬ ਜਿਹੜੀ ਹੈਗੀ ਇੱਕ ਮਾਨਤਾ ਬਣ ਵੀ ਗਈ। ਉਹ ਕਹਿੰਦੇ ਹੈ ਨਹੀਂ। ਹੁਣ ਇਹਦੇ 'ਚ ਦੇਖਣ ਵਾਲੀ ਗੱਲ ਹੈ ਕਿ ਕੀ ਸੱਚਮੁੱਚ ਦਾ ਕਰੋਨਾ ਹੈ ਜਾਂ ਪੋਲੀਟੀਕਲ ਕਰੋਨਾ ਹੈ ਜੀ। ਭਾਰਤ ਦੇ ਵਿੱਚ ਵੈਸੇ ਉਹ ਥ੍ਰੈਟ ਤਾਂ ਹੈ ਨਹੀਂ ਗੀ ਹਾਲੇ ਤੱਕ, ਚੌਕਸੀ ਜ਼ਰੂਰ ਹੈ। ਚੌਕਸੀ ਦਾ ਵੈਸੇ ਵੀ ਆਪਾਂ ਵਰਤਦੇ ਹਾਂ। ਹੁਣ ਜੇ ਆਪਾਂ ਚੰਡੀਗੜ੍ਹ ਜਾਂਦੇ ਹਾਂ, ਇੱਥੋਂ ਤਾਂ ਆਪਾਂ ਆਪਦਾ ਆਰਾਮ ਨਾਲ ਕੋਈ ਸੀਟ ਬੈਲਟ ਨਹੀਂ ਲਾਉਂਦਾ, ਤੇ ਜਦੋਂ ਜੀਰਕਪੁਰ ਕੋਲ ਪਹੁੰਚ ਜਾਂਦੇ ਹਾਂ ਜਾਂ ਆਪਾਂ 에ਅਰਪੋਰਟ ਰੋਡ ਤੇ ਪਹੁੰਚਦੇ ਹਾਂ, ਨਾਲ ਦੀ ਨਾਲ ਆ ਜਾਂਦਾ ਵੀ ਚੰਡੀਗੜ੍ਹ ਆ ਗਈ, ਤੇ ਆਪਾਂ ਉਹ ਸੀਟ ਬੈਲਟ ਵੀ ਲਾ ਲੈਂਦੇ ਹਾਂ ਕਿ ਜੇ ਸੀਟ ਬੈਲਟ ਨਾ ਲਾਈ ਤਾਂ ਭਾਈ ਇਹ ਤੋਂ ਬਾਅਦ ਫਿਰ ਜੁਰਮਾਨਾ ਹੋਊਗਾ। ਬਿਲਕੁਲ, ਪੁਲਿਸ ਵਾਲਿਆਂ ਦੀ ਐਵੇਂ ਉਹਨਾਂ ਦੀ ਥੋੜੀ ਆਪਾਂ ਨੂੰ ਸ਼ਰਮ ਝੱਲਣੀ ਪੈਣੀ ਹੈ, ਅੱਖਾਂ ਨੀਵੀਆਂ ਹੋਣਗੀਆਂ ਵੀ ਇਹ ਗੱਲ ਨਾ ਕਰੋ। ਸੋ ਚੌਕਸੀ ਦਾ ਹਰੇਕ ਬੰਦਾ ਰੱਖਦਾ ਹੈ, ਰਾਹੁਲ ਵੀ ਰੱਖੂਗਾ, ਰਾਹੁਲ ਦੇ ਨਾਲ ਦੇ ਲੋਕ ਜਾਣਤਾ ਉਹਨਾਂ ਨੂੰ ਵੀ ਪਿਆਰੀ ਹੈ। ਬਿਲਕੁਲ, ਪਰ ਇਹਨੂੰ ਇਸ ਪੱਖ ਤੋਂ ਜਿਵੇਂ ਜੇ ਪੋਲੀਟੀਕਲੀ ਇਹਨੂੰ ਇਸਤੇਮਾਲ ਕੀਤਾ ਜਾ ਰਿਹਾ, ਇਹ ਫਿਰ ਆਪਣੀ ਇੱਕ ਰਣਨੀਤੀ ਵੀ ਹੋ ਸਕਦੀ ਹੈ, ਰਾਜਨੀਤੀ ਦੀ ਰਣਨੀਤੀ ਹੋ ਸਕਦੀ ਹੈ, ਕਿਉਂਕਿ ਟਾਲ ਦਿਓ ਜਿੰਨਾ ਟਲੀ ਦਾ ਹੈ, ਕਿਉਂਕਿ ਤੁਹਾਨੂੰ ਵੀ ਪਤਾ ਵੀ ਪੰਜਾਬ 'ਚ ਵੀ ਹਾਲਾਤ ਹੈ ਨਹੀਂ, ਪੰਜਾਬ ਵਾਲੇ ਤਾਂ ਉਦੋਂ ਪਹਿਲਾਂ ਲਾਉਣਗੇ। ਮੁੱਖ ਮੰਤਰੀ ਨੇ ਵੀ ਅੱਜ ਸੱਦੀ ਹੈ ਨਾ, ਉਹ ਹੈ ਨਾ ਵੀ ਮੇਰਾ ਖਿਆਲ ਹੈ ਵੀ ਉਹ ਤੋਂ ਬਾਅਦ ਜਦੋਂ ਦੇਖਿਆ ਉਹਨਾਂ ਨੇ ਵੀ ਇਹ ਕਾਂਗਰਸੀ ਤਾਂ ਮੰਨਦੇ ਨਹੀਂ, ਹੁਣ ਜਿਹੜਾ ਇਹ ਕਰਤਾ ਕਿ ਸਾਰੇ ਦੇਸ਼ ਦੇ ਵਿੱਚ ਅੱਜ ਜਿਵੇਂ ਪ੍ਰਾਈਮ ਮਿਨਿਸਟਰ ਵੀ ਕਰੀ ਜਾਂਦਾ ਹੈ, ਮੁੱਖ ਮੰਤਰੀ ਨੇ ਵੀ ਐਮਰਜੈਂਸੀ ਮੀਟਿੰਗ ਬੁਲਾ ਲਈ ਹੈ। ਜੋੜੇ ਮਾਜਰਾ ਸਾਹਿਬ ਜਿਹੜੇ ਸਾਡੇ ਹੈਲਥ ਮਿਨਿਸਟਰ ਹੈ, ਸਵੇਰੇ ਉਹਨਾਂ ਦੀ ਸਟੇਟਮੈਂਟ ਵੀ ਆਈ ਜਾਂਦੀ ਸੀ ਕਿ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ, ਅਸੀਂ ਜਿਹੜੇ ਹੈਗੇ ਸਾਂਭ ਸੰਭਾਲ ਵਾਲੇ ਬੰਦੇ ਵੀ ਲਾਤੇ ਹੈ। ਵੈਸੇ ਤਾਂ ਆਪਣਾ ਸਿਸਟਮ ਜਿਹੜਾ ਹੈਗਾ ਪਹਿਲਾਂ ਹੀ ਕਿਉਂਕਿ ਬਣਾ ਲਿਆ ਸੀ, ਤੇ ਉਹ ਸਿਸਟਮ ਲਗਭਗ ਬਰਕਰਾਰ ਹੀ ਹੈ ਜੀ। ਕੁਛ ਹੀ ਮਾੜੇ ਮੋਟੇ ਮੇਰੇ ਖਿਆਲ ਜਿਹੜੇ ਸੈਂਟਰ ਵਗੈਰਾ ਇਹਨਾਂ ਨੇ ਤੋੜੇ ਹੈ, ਤੇ ਬਾਕੀ ਤਾਂ ਉਵੇਂ ਦੇ ਉਵੇਂ ਹੈ। ਨਾਲ ਜਿਹੜੀ ਵੱਡੀ ਪ੍ਰੋਬਲਮ ਪਿਛਲੀ ਵਾਰੀ ਆਈ ਸੀ ਜੀ, ਉਹ ਆਈ ਸੀ ਆਕਸੀਜਨ ਦੀ। ਤੇ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਲੀਡਰ ਜਿਨ੍ਹਾਂ ਦਾ ਬੜਾ ਵੱਡਾ ਨਾਂ ਸੀ, ਪੰਜਾਬ ਦੇ ਸਹਿ ਇੰਚਾਰਜ ਸੀ ਸਰਦਾਰ ਜਰਨੈਲ ਸਿੰਘ, ਜਿਨ੍ਹਾਂ ਨੇ ਲੰਬੀ ਤੋਂ ਚੋਣ ਲੜੀ ਸੀ, ਉਹਨੇ ਤਾਂ ਮੌਤ ਹੀ ਵਿਚਾਰਿਆਂ ਦੀ ਆਕਸੀਜਨ ਦੀ ਕਮੀ ਕਰਨੀ ਹੋਈ ਸੀ। ਜੋੜੇ ਮਾਜਰਾ ਸਾਹਿਬ ਨੇ ਕਿਹਾ ਕਿ ਆਕਸੀਜਨ ਦੀ ਸਪਲਾਈ ਜਿਹੜੀ ਹੈਗੀ ਹੈ ਕਿ ਅਸੀਂ ਪੂਰੀ ਯਕੀਨੀ ਬਣਾਵਾਂਗੇ ਜੇ ਇਹ ਮਤਲਬ ਸੰਕਟ ਪੈਂਦਾ ਤਾਂ, ਕਿਉਂਕਿ ਮੇਰਾ ਖਿਆਲ ਹੈ ਵੀ ਕੁਛ ਹਸਪਤਾਲਾਂ ਦੇ ਵਿੱਚ ਜਿਹੜੇ ਹੈਗੇ ਆਕਸੀਜਨ ਬਣਾਉਣ ਵਾਸਤੇ ਪਲਾਂਟ ਵੀ ਲਾ ਲਏ ਸੀ, ਇਹਦੀ ਕੋਈ ਕਮੀ ਪੇਸ਼ ਨਹੀਂ ਆਊਗੀ। ਸੋ ਹੁਣ ਚੀਫ ਮਿਨਿਸਟਰ ਸਾਹਿਬ ਨੇ ਅੱਜ ਫਿਰ ਉਹ ਮੀਟਿੰਗ ਕਰਨੀ ਹੈ, ਇਹਦੇ ਵਿੱਚ ਵੀ ਫੈਸਲਾ ਲੈ ਲੈਣਾ। ਪ੍ਰਧਾਨ ਮੰਤਰੀ ਸਾਹਿਬ ਵੀ ਹੋ ਸਕਦਾ ਫਿਰ ਕੈਬਨਿਟ ਦੀ ਮੀਟਿੰਗ ਬੁਲਾਉਣ। ਪਹਿਲਾਂ ਤਾਂ ਹੁਣ ਹੈਲਥ ਮਿਨਿਸਟਰ ਨਾਲ ਉਹਨਾਂ ਦੀ ਮੀਟਿੰਗ, ਡਾਕਟਰਾਂ ਨਾਲ ਹੈ, ਤੇ ਉਹ ਤੋਂ ਬਾਅਦ ਇਹ ਹੁਣ ਵੇਖੋ ਆਪਾਂ ਨੂੰ ਵੀ ਕੀ ਚੰਦ ਚੜ੍ਹਦਾ, ਗੋ ਕਰੋਨਾ ਗੋ ਹੁੰਦੀ ਹੈ ਕਿ ਅੱਜ ਮੁੱਖ ਮੰਤਰੀ ਸਾਹਿਬ ਪਹਿਲਾਂ ਦਿੱਲੀ ਦੇ ਹਵਾਈ ਅੱਡੇ ਤੇ ਹੀ ਪਹੁੰਚੇ। ਮੈਂ ਸੱਚ ਯਾਦ ਮੈਂ ਯਾਦ ਕਰਾਦਾ ਇੱਕ ਗੱਲ, ਜਦੋਂ ਉਹ ਟਾਈਮ ਸੀ ਤੇ ਤੁਹਾਡੇ ਉਦੋਂ ਨਾ ਇੱਕ ਤੁਹਾਨੂੰ ਸਰਵਾਈਕਲ ਦੀ ਪ੍ਰੋਬਲਮ ਹੋ ਗਈ ਸੀ। ਆਪਾਂ ਨੂੰ ਕਿਸੇ ਸੱਜਣ ਨੇ, ਮਿੱਤਰ ਨੇ, ਕਿਸੇ ਜਰਨਲਿਸਟ ਨੇ ਦੱਸਦਾ ਸੀਗਾ ਵੀ ਇੱਥੇ ਮਾਡਲ ਟਾਊਨ ਦੇ ਵਿੱਚ ਇੱਕ ਸੱਜਣ ਹੈ ਜਿਹੜੇ ਮਤਲਬ ਜਿਹੜੇ ਹੈਗੇ ਉਹ ਟੂ ਕੇ ਜਿਹੜੇ ਆਪਾਂ ਆਕੂਪ੍ਰੈਸ਼ਰ ਦੇ ਨਾਲ ਵੀ ਉਹ ਆਪਣਾ ਕਰਨ ਦੇ ਠੀਕ ਸਰਵਾਈਕਲ। ਆਪਾਂ ਦੋਨੋਂ ਹੀ ਗਏ ਸੀ ਉਹਦੇ ਕੋਲੇ, ਤੇ ਆਪਾਂ ਨੂੰ ਕੁਝ ਵੇਟ ਕਰਨੀ ਪਈ ਸੀ, ਤੇ ਸੱਜਣ ਨੇ ਫਿਰ ਆ ਕੇ ਦੱਸਿਆ, ਉਹ ਕਹਿੰਦਾ ਵੀ ਮੈਂ
ਇਸ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਵੀ ਮੈਂ, ਕਿਉਂਕਿ ਮੈਂ ਮੋਦੀ ਭਗਤ ਹਾਂ ਤੇ ਮੈਂ ਗੋ ਕਰੋਨਾ ਕਰਕੇ ਮੈਂ ਕਹਿੰਦਾ ਥਾਲੀਆਂ ਖੜਕਾ ਮੇਰਾ ਤਾਂ ਮੱਥਾ ਉਦੋਂ ਟੜਕਿਆ ਸੀ ਵੀ ਕਿਤੇ ਆਪਣੀ ਤੁਹਾਡੀ ਨੇ ਕੋਈ ਹੋਰ ਪੁੱਠੀ ਸਿੱਧੀ ਨਾ ਦਿੰਦਾ ਅਸੀਂ ਇਲਾਜ ਕਰਾਉਣ ਵਾਸਤੇ ਆਏ ਤੇ ਉਹ ਕਰੋਨਾ ਗੋ ਕਰ ਕਿਤੇ ਉਹ ਜਿਹਾ ਮਾਮਲਾ ਤਾਂ ਬਿਲਕੁਲ ਵਾਕਿਆ ਸਿਆਣੀ ਗੱਲ। ਚਲੋ ਸਭ ਅੱਜ ਭਗਵੰਤ ਮਾਨ ਹੋਰੀ ਹਵਾਈ ਅੱਡੇ ਤੇ ਵੀ ਗਏ ਜੀ, ਉੱਥੇ ਕਹਿੰਦੇ ਵੀ ਪੁੱਛ ਕੇ ਆਏ, ਜਾਇਜ਼ਾ ਲਿਆ। ਉਹ ਪੇਜ ਵਾਲੇ ਤਾਂ ਐਂ ਲਿਖਦੇ ਭਗਵੰਤ ਮਾਨ ਨੇ ਲਿਆ ਹਵਾਈ ਅੱਡੇ ਦਾ ਜਾਇਜ਼ਾ, ਪਰ ਅਸਲ ਦੇ ਵਿੱਚ ਇਹ ਸੀ ਵੀ ਜਿਹੜੇ ਉੱਥੇ ਆਪਣੇ ਪ੍ਰਵਾਸੀ ਆਏ ਸੀ, ਪਰ ਉਸ ਟਾਈਮ ਤਾਂ ਕੋਈ ਆਉਂਦੀ ਨਹੀਂ ਬੱਸ ਬਾਹਰੋਂ, ਬੱਸ ਕਹਿਣਾ ਵੀ ਜਹਾਜ਼ ਨਹੀਂ ਆਉਂਦਾ ਗਾ ਜਿਹੜੇ ਟਾਈਮ ਗਏ ਸੀ। ਪਰ ਜੇ ਕਿਤੇ ਲੇਟ ਨਾਈਟ ਜਾਂਦੇ ਜਾਂ ਅਰਲੀ ਮਾਰਨਿੰਗ ਜਾਂਦੇ ਤਾਂ ਆਪਾਂ ਕਹਿ ਸਕਦੇ ਕਿ ਪ੍ਰਵਾਸੀਆਂ ਨਾਲ ਉਹਨਾਂ ਦੀ ਗੱਲਬਾਤ ਹੋ ਜਾਂਦੀ। ਕਹਿੰਦੇ ਵੀ ਜਿਹੜੀਆਂ ਬੱਸਾਂ ਉੱਥੋਂ ਚੱਲਦੀਆਂ ਉਹਦੇ ਬਾਰੇ ਗੱਲਬਾਤ ਕੀਤੀ ਹੈ। ਤੇ ਲਾਲਜੀਤ ਨੇ ਵੀ ਕਿਹਾ ਜੀ, ਕਹਿੰਦੇ ਪਿਛਲੇ ਕਈ ਮਹੀਨੇ ਕਹਿੰਦੇ 78,000 ਜਿਹੜਾ ਹੈਗਾ ਇਹਨਾਂ ਦੇ ਅੰਕੜੇ ਕਹਿੰਦੇ ਵੀ 78,000 ਪਿਛਲੇ ਜਦੋਂ ਦੀਆਂ ਬੱਸਾਂ ਸ਼ੁਰੂ ਹੋਈਆਂ ਹੁਣ ਤੱਕ ਪ੍ਰਵਾਸੀ ਜਿਹੜੇ ਸਾਡੇ ਭਰਾ ਨੇ, ਭੈਣਾਂ ਨੇ, ਬੀਬੀਆਂ ਨੇ, ਉਹਨਾਂ ਨੇ ਸਰਕਾਰੀ ਬੱਸਾਂ ਦਾ ਲਾਭ ਚੱਕਿਆ। ਚਲੋ ਉਹ ਚੱਕਿਆ ਹੋਣਾ, ਤੁਸੀਂ ਐਂ ਕਰੋ ਇੱਕ RTI ਪਾ ਕੇ ਜਾਂ ਸਵਾਲ ਹੀ ਪੁੱਛ ਲਓ ਉਹਨਾਂ ਨੂੰ ਵੀ ਜੇ 78,000 PITC ਨੂੰ ਆਮਦਨ ਜਿਹੜੀ ਉਹਨਾਂ ਬੱਸਾਂ ਤੋਂ ਕਿੰਨੀ ਹੋਈ ਹੈ, ਉਹਦੇ ਤੋਂ ਫਿਰ ਸਾਰਾ ਪਤਾ ਹੀ ਲੱਗ ਜਾਂਦਾ, ਕਿਉਂਕਿ ਅੰਕੜੇ ਸਹੀ ਹੁੰਦੇ ਕਿ ਕੀ ਹੁੰਦੇ। ਕਈ ਵਾਰੀ ਫਿਰ ਬਾਅਦ ਘੱਟ 'ਚ ਵੀ ਹੋ ਜਾਂਦਾ ਹੈ ਨਾ। ਹਾਂ, ਬਾਅਦ ਘੱਟ, ਕਿਉਂਕਿ ਅੱਜ ਤਾਂ ਉਹ ਜਿਹੜਾ ਕੀ ਆ ਆਪਣੇ ਇੱਕ ਮੰਤਰੀ ਉਹ ਖੰਭੇ ਦੇ ਉੱਤੇ ਹੀ ਸਟਿੱਕਰ ਲਾਈ ਜਾਂਦਾ ਵੀ ਧੁੰਦ ਕਾਰਨ ਵੀ ਖੰਭੇ 'ਚ ਨਾ ਵੱਜਿਓ, ਜਿਹੜਾ ਡਿਵਾਈਡਰ ਦੇ ਵਿਚਾਲੇ ਖੰਭਾ ਨਹੀਂ ਹੁੰਦਾ, ਹਾਂਜੀ, ਉਹਦੇ ਉੱਤੇ ਹੀ ਸਟਿੱਕਰ ਲਾਈ ਜਾਂਦਾ, ਨਾਲ ਫੋਟੋਆਂ ਪਾਈ ਜਾਂਦਾ। ਨਹੀਂ ਵੈਸੇ ਜਿਹੜੀ ਜੇ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਦਾਨੇਵਾਲੀਆ ਸਾਹਿਬ, ਤਾਂ ਇਹ ਠੀਕ ਹੈ ਵੀ ਜਿਹੜੇ ਪੱਛਮ ਦੇ ਵਿੱਚੋਂ ਯੂਰਪ ਦੇ ਵਿੱਚੋਂ ਲੋਕ ਆਉਂਦੇ ਤਾਂ ਸੁਬਾਹ ਸ਼ਾਮ ਨੂੰ ਆਉਂਦੇ ਹੈ, ਜਾਂ ਤਾਂ ਸਵੇਰੇ ਅਰਲੀ ਇਨ ਦੀ ਮਾਰਨਿੰਗ ਤੇ ਜਾਂ ਢਿੱਲੋਂ ਸਾਹਿਬ ਤੁਹਾਡੇ ਵਾਂਗੂ ਲਾਉਣੀਆਂ ਤਾਂ ਸੜਕ ਤੇ ਪੱਟੀਆਂ ਚਾਹੀਦੀਆਂ ਤੇ ਲਾਉਣੇ ਤਾਂ ਜਾਨਵਰ ਪਾਸੇ ਕਰਨੇ ਆ ਇਹਨਾਂ ਨੂੰ ਕਹਿ ਕੇ, ਉਹ ਤਾਂ ਕਰਨ ਵਾਲੇ ਖੰਭਾ ਜਿਹੜਾ ਹੈ ਹੀ ਵਿਚਾਲੇ, ਉਹਦਾ ਕੀ ਕਹਿੰਦੇ ਇਹਦੇ ਖੰਭੇ ਦਾ ਨੁਕਸਾਨ ਨਾ ਹੋ ਜਾਏ, ਬੰਦਾ ਖੰਭੇ 'ਚ ਵੱਜ ਸਕਦਾ। ਜੇ ਬੰਦਾ ਖੰਭੇ 'ਚ ਵੱਜਿਆ ਉਹ ਭਾਈ ਖੰਭਾ ਤਾਂ ਸੁਰੱਖਿਅਤ ਰੱਖਣਾ, ਇੱਥੋਂ ਤਾਂ ਪਤਾ ਲੱਗ ਜਾਣਾ। ਤੇ ਕਹਿੰਦੇ ਨਸ਼ਿਆਂ ਨੂੰ ਮੁੱਦੇ ਨੂੰ ਲੈ ਕੇ ਜੀ ਫਿਰ ਕਹਿੰਦੇ ਮਿਹਣੋ ਮਿਹਣੀ ਹੋ ਗਏ ਲੋਕ ਸਭਾ 'ਚ। ਹਾਂ ਬਿਲਕੁਲ ਦਾਨੇਵਾਲੀਆ ਸਾਹਿਬ ਇਹਦੇ ਤੇ ਕੱਲ ਬੜਾ ਇੰਟਰਸਟਿੰਗ, ਅਸਲ ਦੇ ਵਿੱਚ 2 ਦਿਨਾਂ ਤੋਂ ਕੰਮ ਸ਼ੁਰੂ ਹੋਇਆ ਵਾ, ਕਿਉਂਕਿ ਨਸ਼ਿਆਂ ਦੇ ਮਾਮਲੇ ਦੇ ਉੱਤੇ ਕੰਮ ਰੁਕੂਮਤਾਂ ਪੇਸ਼ ਕੀਤਾ ਗਿਆ ਸੀ, ਜਿਹੜੀ ਕਾਲ ਅਟੈਂਸ਼ਨ ਮੋਸ਼ਨ ਉਹ ਵੀ ਦਿੱਤੇ ਗਏ ਸੀ ਜੀ, ਇਹਦੇ ਤੇ ਬਹਿਸ ਹੋਣੀ ਚਾਹੀਦੀ ਹੈ। ਬਹਿਸ ਦੀ ਸ਼ੁਰੂਆਤ ਹੋ ਗਈ, ਬਹਿਸ ਦੇ ਵਿੱਚ ਵੱਖ-ਵੱਖ ਜਿਹੜੇ ਲੋਕ ਸਭਾ ਦੇ ਮੈਂਬਰਾਂ ਨੇ ਭਾਗ ਲਿਆ, ਔਰ ਐਤਕੀ ਸੁੱਖ ਨਾਲ ਸਮਾਂ ਖੁੱਲ੍ਹਾ ਦਿੱਤਾ ਸੀ। ਅੱਛਾ ਜੀ, ਵੀ ਬੋਲੋ ਜੀ ਨਾ ਬੋਲੋ ਮਤਲਬ, ਕਿਉਂਕਿ ਮੁੱਦਾ ਹੀ ਇਸ ਕਿਸਮ ਦਾ ਹੈ। ਹੁਣ ਤੁਸੀਂ ਇਹ ਦੇਖੋ, ਜਿਵੇਂ ਆਪਾਂ ਵੇਖੀਏ ਵੀ ਅਕਾਲੀ ਦਲ ਦੇ ਲੋਕ ਸਭਾ 'ਚ ਮੈਂਬਰ 2 ਹੈ, ਤੇ ਜੇ ਦੋਵਾਂ ਨੂੰ ਆਪਾਂ ਸਟਰੈਂਥ ਦੇ ਲਿਹਾਜ਼ ਨਾਲ ਦੇਖਣੀ ਹੋਵੇ 542 ਹੈ ਕਿ 44 ਹੈ, ਹਾਂਜੀ, ਉਹਦੇ ਵਿੱਚੋਂ ਤਾਂ ਮੇਰਾ ਖਿਆਲ ਵੀ ਮਿੰਟਾਂ ਸਕਿੰਟਾਂ ਵਾਲੀ ਗੱਲ ਹੀ ਹੁੰਦੀ ਹੈ, 5-7 ਮਿੰਟਾਂ ਤੋਂ ਬਾਅਦ ਟਾਈਮ ਨਹੀਂ ਹੁੰਦਾ, ਲੇਕਿਨ ਉਹਨੇ ਟਾਈਮ ਪੂਰਾ ਦਿੱਤਾ ਵੀ ਬੋਲੋ ਜਿੰਨਾ ਬੋਲੋ। ਹਾਂਜੀ, ਆਪਣੇ ਸਿਮਰਜੀਤ ਸਿੰਘ ਮਾਨ ਤਾਂ ਇਕੱਲੇ ਹੀ ਹੈ, ਇਹਨਾਂ ਨੂੰ ਵੀ ਟਾਈਮ ਮਿਲਿਆ, ਇਹਨਾਂ ਨੇ ਵੀ ਬੋਲਿਆ। ਸਿਮਰਜੀਤ ਸਿੰਘ ਮਾਨ ਹੋਰਾਂ ਨੇ ਇੱਕ ਗੱਲ ਕਹੀ ਜਿਹਦੀ ਮਤਲਬ ਪਹਿਲਾਂ ਉਹ ਗੱਲ ਕਹਿ ਚੁੱਕੇ, ਆਪਾਂ ਨੂੰ ਕਹਿ ਸਕਦੇ ਹਾਂ ਕਿਸਮ ਦੀ ਪੁਸ਼ਟੀ ਭਾਵੇਂ ਪਹਿਲਾਂ ਹੀ ਕਰ ਚੁੱਕੇ ਹੈ ਗੁਰਜੀਤ ਔਜਲਾ ਵੀ। ਉਹਨਾਂ ਨੇ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਕਿਹਾ ਕਿ ਜੇ ਤੁਸੀਂ ਪੰਜਾਬ ਨੂੰ ਨਸ਼ੇ ਤੋਂ ਬਚਾਉਣਾ ਹੈ ਤਾਂ ਫਿਰ ਇੱਥੇ ਖਾਸ ਦੀ ਖੇਤੀ ਦੀ ਇਜਾਜ਼ਤ ਦਿਓ। ਅੱਛਾ ਜੀ, ਆਪਾਂ ਵੀ ਕਹਿੰਦੇ ਵੀ ਜੇ ਉਹ ਭਾਵੇਂ ਕੰਟਰੋਲਡ ਹੀ ਹੋਵੇ, ਸਰਕਾਰੀ ਖਜ਼ਾਨੇ 'ਚ ਹੋਵੇ, ਆਪਣੇ ਨਿਗਰਾਨੀ 'ਚ ਹੋਵੇ, ਤੇ ਸਰਕਾਰ ਹੀ ਉਹਨੂੰ ਖਰੀਦੇ। ਬਹੁਤ ਸਾਰੇ ਲੋਕਾਂ ਦਾ ਮੰਨਣਾ ਜੀ ਨਾ ਨਸ਼ੇ ਦਾ ਪਹਿਲਾਂ ਹੀ ਬਹੁਤਾ ਨਹੀਂ ਚਾਹੀਦੇ, ਪਰ ਗੁਰਜੀਤ ਸਿੰਘ ਔਜਲਾ ਨੇ ਜਦੋਂ ਆਪਣਾ ਭਾਸ਼ਣ ਕੀਤਾ, ਉਹਨੇ ਕਿਹਾ ਸੀ ਕਿ ਜਦੋਂ ਆਪਾਂ ਛੋਟੇ ਹੁੰਦੇ ਸੀ ਜੀ, ਅਸੀਂ ਉਦੋਂ ਦੇਖਦੇ ਹੁੰਦੇ ਸੀ ਕਿ ਲੋਕ ਪਿੰਡਾਂ ਦੇ ਵਿੱਚ ਘਰ ਦੀ ਦਾਰੂ ਕੱਢ ਕੇ ਪੀਂਦੇ ਸੀ, ਤੇ ਨਾਲ ਹੀ ਜਿਹੜੀ ਹੈਗੀ ਹੈ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਭੁੱਕੀ ਵੀ ਹੁੰਦੀ, ਜਿਹਨੂੰ ਆਪਾਂ ਪੋਪੀ ਹਸਕ ਕਹਿੰਦੇ ਆ, ਤੇ ਓਪੀਐਮ ਵੀ, ਫੀਮ ਵੀ ਹੁੰਦੀ ਸੀ, ਉਹ ਵੀ ਸੀ, ਤੇ ਗਰੀਬ ਬੰਦਾ ਤੁਹਾਡੀ ਚਲਮ ਉਹ ਲਾ ਲੈਂਦਾ ਸੀ, ਤੰਬਾਕੂ ਪੀ ਲੈਂਦਾ ਸੀ, ਜਾਂ ਉਹ ਆਉਂਦੀ ਸੀ ਜਿਹੜੀ ਹਰੇ ਜਿਹੇ ਰੰਗ ਦੀ, ਉਹ ਰਗੜ ਕੇ ਜੇ ਲਿਆਉਂਦੇ ਹੁੰਦੇ ਸੀਗੇ, ਸੁੱਖਾ ਕਹਿੰਦੇ, ਸੁਲਫਾ ਕਹਿੰਦੇ, ਉਹ ਫਿਰ ਉਹਨੇ ਕਿਹਾ ਸੀ, ਕਹਿੰਦਾ ਵੀ ਇਹ ਠੀਕ ਹੈ ਕਿ ਬੰਦਾ ਨਸ਼ੇੜੀ ਤਾਂ ਹੋ ਜਾਂਦਾ ਸੀ, ਪਰ ਉਹ ਬੰਦਾ ਕੰਮ ਵੀ ਕਰਦਾ ਹੁੰਦਾ ਸੀ, ਕਦੇ ਮਰਦਾ ਨਹੀਂ ਦੇਖਿਆ ਸੀ ਜਵਾਨੀ ਦੀ ਉਮਰ 'ਚ। ਇੱਥੇ ਜੇ ਹੁਣ ਆਪਾਂ ਦੇਖੀਏ ਦਾਨੇਵਾਲੀਆ ਸਾਹਿਬ, ਜਿਵੇਂ ਤੁਸੀਂ ਵੀ ਦੱਸਦੇ ਹੋ, ਤੁਹਾਡੇ ਮਹੱਲੇ ਦੇ ਵਿੱਚ ਵੀ ਉਹ ਪਾਰਕ ਦੀ ਇੱਕ ਪ੍ਰੋਬਲਮ ਹੈ, ਬਹੁਤ ਵੱਡੀ ਹੈ, ਕਿਉਂਕਿ ਵੱਡਾ ਪਾਰਕ ਹੈ ਤੇ ਸੈਂਟਰ 'ਚ ਪੈ ਗਿਆ ਹੁਣ। ਬਿਲਕੁਲ ਜੀ, ਉਹ ਤਾਂ ਬਣ ਗਿਆ ਜੀ, ਤੁਹਾਡਾ ਨਾਈਟ ਲਾਈਫ ਏਰੀਆ ਬਣ ਗਿਆ, ਕਿਉਂਕਿ ਸਾਹਮਣੇ ਹੋਟਲ ਹੈ, ਮੁੰਡੇ ਕੁੜੀਆਂ ਜਿਹੜੇ ਆਈਲੈਟਸ ਕਰਨ ਆਉਂਦੇ ਉਹ ਪਹਿਲਾਂ ਹੀ ਇੱਥੋਂ ਟ੍ਰੇਨਿੰਗ ਲੈਂਦੇ ਆ ਵੀ ਦਾਰੂ ਦੂਰੂ ਕਿਵੇਂ ਪੀਣੀ ਹੈ, ਠੀਕ ਹੈ, ਉੱਥੇ ਜਾ ਕੇ ਹੜਦੁੰਗ ਕਿਵੇਂ ਮਚਾਉਣਾ। ਕਈ ਤੁਹਾਨੂੰ ਪਤਾ ਵੀ
ਪਿੰਡਾਂ 'ਚੋਂ ਆਏ ਹੁੰਦੇ ਉਹਨੂੰ ਆਏ ਹੁੰਦੇ ਪਤਾ ਨਹੀਂ ਅਸੀਂ ਕਿੱਥੇ ਆ ਗਏ। ਉਹ ਚਲੋ ਉਹ ਉੱਥੇ ਜਿਹੜੇ ਹੁਣ ਤੁਸੀਂ ਜਿਹੜੀ ਇਸ ਵੇਲੇ ਇਹ ਹੈ ਨਾ ਏਜ ਗਰੁੱਪ, ਉਹ ਏਜ ਗਰੁੱਪ ਦੇਖੋ ਤੁਸੀਂ ਕਿੰਨਾ ਛੋਟਾ ਹੈ। ਸੋ ਉਹਨਾਂ ਨੇ ਕਿ ਮਤਲਬ ਉਹਨਾਂ ਦਾ ਵੀ ਇਹ ਵੀ ਜਿਹੜਾ ਸਿੰਥੈਟਿਕ ਨਸ਼ਾ ਹੈ, ਜੀ ਜੀ, ਸਿੰਥੈਟਿਕ ਨਸ਼ਾ ਜ਼ਿਆਦਾ ਘਾਤਕ ਹੈ। ਔਰ ਗੁਰਜੀਤ ਔਜਲਾ ਨੇ ਆਪਣੀ ਜਿਹੜੀ ਹੈਗੀ ਤਕਰੀਰ ਦੇ ਰਾਹੀਂ ਇਹ ਗੱਲ ਕਹੀ ਹੈ ਕਿ ਜਿਹੜਾ ਅਸਲ ਨਸ਼ਾ ਹੈ ਜੀ, ਜਿਹਨੂੰ ਆਪਾਂ ਅਸਲ ਚਿੱਟਾ ਵਗੈਰਾ ਜਾਂ ਅਸਲ ਨਸ਼ਾ ਜਾਂ ਅਸਲ ਓਪੀਐਮ ਹੈਗੀ ਹੈ, ਉਹ ਤਾਂ ਚਲੀ ਜਾਂਦੀ ਹੈ ਵੱਡੇ ਲੋਕਾਂ ਕੋਲ, ਜਿਨ੍ਹਾਂ ਦੇ ਕੋਲੇ ਖਰੀਦ ਸ਼ਕਤੀ ਹੈਗੀ। ਉਹਨਾਂ ਤਾਂ ਹਜੇ ਮਿਲੀ ਜਾਂਦੀ ਹੈ, ਉਹਨਾਂ ਮਿਲਦੀ ਹੈ ਜੀ, ਮਿਲਦੀ ਹੈ, ਉਹ ਤਾਂ ਕੋਈ ਸਮੱਸਿਆ ਹੀ ਨਹੀਂ ਹੈਗੀ ਉਹਨਾਂ ਨੂੰ, ਤਾਂ ਸਮੱਸਿਆ ਨਹੀਂ। ਉਹ ਤਾਂ ਦੁਨੀਆ ਦੇ ਕਿਸੇ ਵੀ ਹਿੱਸੇ ਜਾਂਦੇ ਰਹੋ ਤੁਸੀਂ, ਉਹਨਾਂ ਨੂੰ ਤਾਂ ਉੱਥੇ ਵੀ ਮਿਲਦੀ। ਕੈਨੇਡਾ ਦੇ ਪੋਰਟ ਤੇ ਪਹੁੰਚ ਹੀ ਗਈ 25 ਟਨ। ਉਹ ਕਹਿੰਦੇ ਆ ਜਿਹੜੇ ਆਪਣੇ ਕਰਿਆਨੇ ਦੇ ਸਮਾਨ ਮੰਗਾਉਂਦੇ ਆ ਉਹਦੇ ਵਿੱਚ ਹੀ ਮੰਗਾਈ ਗਏ ਪਤੰਦਰ, ਉਹ ਫੜੀ ਗਈ 10-12 ਕੰਟੇਨਰਾਂ 'ਚੋਂ ਇਕੱਠੀ ਲਾ ਲਈ ਫਿਰ ਉਹਨਾਂ ਨੇ। ਉਹ ਤਾਂ ਖੈਰ ਗੱਲ ਇਹ ਕਹਿੰਦੇ ਉਹਨਾਂ ਦੀ ਤਾਂ ਜਿਹੜੀ ਹੈਗੀ ਹੈ ਰੇਡ ਦੀ, ਉਹ ਸਾਡੇ ਨੂੰ ਰੇਡ ਨਹੀਂ ਨਾ ਕਰਦੇ ਵੀ ਮਾੜੀ ਜੀ ਇਨਫੋਰਮੇਸ਼ਨ ਮਿਲ ਗਈ ਤੇ ਅਗਲੇ ਦਾ ਘਰ ਪੱਟਤਾ। ਉਹ ਤਾਂ ਕਹਿੰਦੇ ਇੱਕ ਬਹੁਤ ਲੰਬੀ ਚੌੜੀ ਕਈ ਮਹੀਨਿਆਂ ਤੱਕ ਉਹਨਾਂ ਦੀ ਇਨਵੈਸਟੀਗੇਸ਼ਨ ਚੱਲਦੀ ਹੈ, ਨਿਗਾਹ ਰੱਖਦੇ ਆ, ਨਿਗਰਾਨੀ 'ਚ ਕਰਕੇ ਸਾਰੀ ਉਹਦੀ ਫੋਟੋਗ੍ਰਾਫੀ ਵਗੈਰਾ ਵੀ ਜੋ ਵੀ ਉਹ ਕਰਦੇ ਹੈ, ਤੇ ਫਿਰ ਪੱਕੇ ਪੈਰੀ ਹੱਥ ਪਾਉਂਦੇ ਹੈ। ਸੋ ਜਿਹੜੀ ਇਹ ਗੱਲ ਕਰਦੇ ਸੀ ਆਪਾਂ, ਗੁਰਜੀਤ ਔਜਲਾ ਦੀ ਮਾਨ ਸਾਹਿਬ ਨੂੰ ਵੀ ਟਾਈਮ ਮਿਲ ਗਿਆ, ਉਹਨੂੰ ਵੀ ਮਿਲ ਗਿਆ, ਹਰਸਿਮਰਤ ਕੌਰ ਨੂੰ ਵੀ ਮਿਲ ਗਿਆ ਜੀ। ਤੇ ਹੁਣ ਜੇ ਇਹਦੇ 'ਚ ਦੇਖੀਏ ਤਾਂ ਜਿਹੜੇ ਇਸ ਬਹਿਸ ਦੇ ਵਿੱਚ 3-4 ਚਿਹਰੇ ਹੈ ਜਿਨ੍ਹਾਂ ਨੇ ਆਪੋ ਆਪਣੀ ਗੱਲ ਕਹੀ ਜੀ। ਹਰਸਿਮਰਤ ਕੌਰ ਬਾਦਲ ਨੇ ਤਾਂ ਆਪਾਂ ਪਹਿਲਾਂ ਵੀ ਗੱਲ ਕਰ ਲਈ ਸੀ ਜੀ, ਉਹਨਾਂ ਨੇ ਤਾਂ ਸਿੱਧੀ ਜਿਹੜੀ ਹੈ ਟਾਰਗੇਟ ਕੀਤਾ ਹੈ ਭਗਵੰਤ ਸਿੰਘ ਮਾਨ ਨੂੰ। ਭਗਵੰਤ ਸਿੰਘ ਮਾਨ ਨੂੰ ਟਾਰਗੇਟ ਕਰਦਿਆਂ ਉਹਨਾਂ ਦੀ ਜਿਹੜੀ ਜਾਤੀ ਜ਼ਿੰਦਗੀ ਹੈ ਜੀ, ਉਹਦੇ ਉੱਤੇ ਕੁਝ ਸਵਾਲ ਖੜੇ ਕੀਤੇ ਹੈ। ਉਹ ਤੁਹਾਨੂੰ ਪਤਾ ਵੀ ਜਿਹੜੀ ਤਕਰੀਰ ਕਰਦੇ ਆ ਉਹਨਾਂ ਦਾ ਆਪਣਾ ਜਿਹੜਾ ਹੈਗਾ IT ਸੈੱਲ ਜਾਂ ਦੂਜੇ ਜਿਹੜੇ ਹੈਗੇ ਆ ਸੋਸ਼ਲ ਮੀਡੀਆ ਵਾਲੇ ਉਹ ਪਾ ਦਿੰਦੇ ਆ। ਮੈਨੂੰ ਤਾਂ ਵੈਸੇ ਵੇਖਣ ਦੀ ਆਦਤ ਨਹੀਂ ਸੀ, ਮੈਂ ਤਾਂ ਅੱਜ ਦੇਖਿਆ, ਅੱਜ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਕਿੰਤੂ ਪ੍ਰੰਤੂ ਕੀਤਾ ਜੀ, ਵੀ ਮਤਲਬ ਤੁਹਾਨੂੰ ਨਹੀਂ ਘੱਟੋ ਘੱਟੇ ਬੋਲਣਾ ਚਾਹੀਦਾ ਸੀ, ਤੁਹਾਡੇ ਯੁੱਗ ਦੇ ਵਿੱਚ ਤਾਂ ਬੜਾ ਕੁਛ ਹੁੰਦਾ ਰਿਹਾ। ਜਦੋਂ ਗੁਰਜੀਤ ਸਿੰਘ ਔਜਲਾ ਬੋਲ ਰਿਹਾ ਸੀ, ਕੋਈ ਪਹਿਲਾਂ ਬੀਬੀ ਹਰਸਿਮਰਤ ਕੌਰ ਬੋਲੀ ਸੀ ਤੇ ਫਿਰ ਗੁਰਜੀਤ ਸਿੰਘ ਔਜਲਾ ਬੋਲਿਆ। ਗੁਰਜੀਤ ਸਿੰਘ ਔਜਲਾ ਨੇ ਥੋੜਾ ਜਿਹਾ ਧਿਆਨ ਗ੍ਰਹਿ ਮੰਤਰੀ ਦਾ ਖਿੱਚਿਆ ਕਿ ਜੀ ਤੁਸੀਂ ਵੀ ਅਕਾਲੀ ਦਲ ਤੇ ਭਾਜਪਾ ਦੇ ਨਾਲ ਹੀ ਹੁੰਦੇ ਸੀ, ਤੁਹਾਨੂੰ ਪਤਾ ਵੀ ਇਹ ਕੀ ਹੋਇਆ। ਤੇ ਇੱਥੇ ਦਾਨੇਲੀ ਸਾਹਿਬ ਮੈਂ ਇੱਕ ਹੋਰ ਗੱਲ ਜਿਹੜੀ ਨਵੀਂ ਜੋੜਦਿਆਂ ਵਿੱਚ, ਇਹ ਉਹਨਾਂ ਨੇ ਨਹੀਂ ਕਹੀ। ਜਦੋਂ 2014 ਦੀ ਇਲੈਕਸ਼ਨ ਹੋਈ ਹੈ ਪਾਰਲੀਮੈਂਟ ਦੀ ਜੀ, ਉਸ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਟਿਕਟ ਮਿਲਦੀ ਕੱਟੀ ਗਈ ਸੀ ਭਾਰਤੀ ਜਨਤਾ ਪਾਰਟੀ ਵਾਲੇ ਪਾਸਿਓਂ। ਕੱਟੀ ਕਿਉਂ ਗਈ ਸੀ? ਇਸ ਵਾਸਤੇ ਕਿਉਂਕਿ ਅਕਾਲੀ ਦਲ ਨਾਲ ਉਹਦੀ ਅਣਬਣ ਹੋ ਗਈ ਸੀ। ਉਹ ਅਣਬਣ ਇੱਟ ਖੜਕਾ ਜਦੋਂ ਖੜਕ ਪਿਆ ਤੇ ਇਹਨਾਂ ਨੇ ਕੰਡੀਸ਼ਨ ਲਾਤੀ ਜੀ ਵੇਲੇ ਇਹਨੂੰ ਨਾ ਦਿਓ, ਜਿਹਨੂੰ ਮਰਜ਼ੀ ਦੇ ਦਿਓ। ਤੇ ਸਰਕਾਰ ਬਣਾਉਣੀ ਸੀ, ਉਹਨਾਂ ਨੂੰ ਇਹ ਸੀ ਕਿ ਸਰਕਾਰ ਬਣਦੀ ਤੇ ਇੱਕ ਸੀਟ ਦੀ ਲੋੜ ਵੱਡੀ ਸੀ। ਪੰਜਾਬ ਦੀਆਂ 13 ਸੀਟਾਂ ਅਕਾਲੀ ਦਲ ਨਾਲ ਗੱਠਜੋੜ, ਤੇ ਬੀਜੇਪੀ ਦੀ ਜਿਹੜੀ ਹਾਈ ਕਮਾਂਡ ਸੀ ਉਹ ਅਕਾਲੀ ਦਲ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦੀ। ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਹਾਲਾਂਕਿ ਰਾਜ ਸਭਾ ਦੇ ਵਿੱਚ ਭੇਜਣ ਦੀ ਗੱਲ ਵੀ ਆਈ, ਉਹਨੂੰ ਇਹ ਵੀ ਕਹਿੰਦੇ ਨੂੰ ਬਾਹਰੋਂ ਚੋਣ ਲੜਾ ਦਿੰਦੇ ਆ, ਪਰ ਉਹ ਆਖੜ ਗਿਆ ਵੀ ਮੈਂ ਨਹੀਂ ਲੜਨੀ ਚੋਣ। ਤੇ ਉਹਦਾ ਗੁਰੂ ਹੁੰਦਾ ਅਰੁਣ ਜੇਤਲੀ, ਤੇ ਅਰੁਣ ਜੇਤਲੀ ਨੂੰ ਇੱਥੇ ਬਣਾਤਾ ਸੀ ਕੈਂਡੀਡੇਟ। ਅਰੁਣ ਜੇਤਲੀ ਨੇ ਬੜੀ ਮਤਲਬ ਜਿਹਨੂੰ ਆਪਾਂ ਕਹਿ ਦਈਏ ਨਿੱਠ ਕੇ ਚੋਣ ਲੜੀ ਜੀ, ਕਮੀ ਕੋਈ ਨਹੀਂ ਸੀ। ਵੈਸੇ ਇਹਨਾਂ ਨੇ ਅਕਾਲੀ ਦਲ ਵਾਲਿਆਂ ਨੇ ਭਰੋਸਾ ਇਹ ਦਵਾਇਆ ਸੀ ਵੀ ਜੀ ਤੁਸੀਂ ਇਹਨੂੰ ਭੇਜ ਦਿਓ, ਨੋਮੀਨੇਸ਼ਨ ਪੇਪਰ ਫਾਈਲ ਕਰ ਦੇ, ਚੁੱਪ ਕਰਕੇ ਇਹ ਦਿੱਲੀ ਫਿਰ ਵਾਪਸ ਆ ਜੇ, ਅਸੀਂ ਆਪੇ ਕੰਪੇਨ ਕਰਾਂਗੇ, ਆਪੇ ਜਿਤਾਵਾਂਗੇ, ਆਪੇ ਸਰਟੀਫਿਕੇਟ ਵੀ ਲੈ ਲਾਂਗੇ। ਤੇ ਸਰਟੀਫਿਕੇਟ ਲੈ ਕੇ ਦਿੱਲੀ ਫੜਾ ਦਿਆਂਗਾ ਅਰੁਣ ਜੇਤਲੀ ਸਾਹਿਬ ਨੂੰ ਵੀ, ਲਓ ਜੀ ਤੁਸੀਂ ਬਣ ਗਏ ਲੋਕ ਸਭਾ ਦੇ ਮੈਂਬਰ ਜੀ। ਪਰ ਉਹ ਕਾਂਗਰਸ ਪਾਰਟੀ ਪ੍ਰਤਾਪ ਸਿੰਘ ਬਾਜਵਾ ਪੱਤਾ ਤਾਂ ਕੋਈ ਹੋਰ ਖੇਡਦਾ ਸੀ, ਪੱਤਾ ਤਾਂ ਉਹ ਖੇਡਦਾ ਸੀ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਮਗਰੋਂ ਲਾਈਏ ਜੀ, ਇੱਕ ਉਹਦੇ ਮੁਕਾਬਲੇ ਤੇ ਚੋਣ ਲੜੂਗਾ, ਹਾਰ ਹੀ ਨਹੀਂ ਜਾਣਾ ਹੀ ਹੈ, ਇਹ ਪਾਸੇ ਚਲਾ ਜਾਊਗਾ ਤੇ ਆਪਣੀ ਮਤਲਬ ਜਿਹੜੀ ਬੱਲੇ ਬੱਲੇ ਹੋ ਜੂ, ਮੇਰੀ ਪ੍ਰਧਾਨਗੀ ਕਾਇਮ ਰਹਿ ਜੂ ਜੀ। ਉਹ ਪਹਿਲਾਂ ਜਿਹੜੀ ਸੀਗੀ ਤੁਹਾਡੀ ਟੀਮ ਰਾਹੁਲ ਗਾਂਧੀ ਦੀ, ਉਹਨਾਂ ਨੇ ਜ਼ੋਰ ਪਾਇਆ, ਕੈਪਟਨ ਨਾ ਮੰਨਿਆ। ਅਖੀਰ ਸੋਨੀਆ ਗਾਂਧੀ ਨੇ ਜਦੋਂ ਕਹਿਤਾ ਤੇ ਕੈਪਟਨ ਨੇ ਚੋਣ ਲੜ ਲਈ ਆ ਕੇ, ਉਹ ਲੜਕੇ ਚੋਣ ਇੰਨੀ ਇੰਟਰਸਟਿੰਗ ਬਣ ਗਈ ਤੇ ਕੈਪਟਨ ਜਿੱਤ ਗਿਆ, ਜੇਤਲੀ ਸਾਹਿਬ ਹਾਰ ਗਏ ਜੀ। ਫਿਰ ਜੇਤਲੀ ਸਾਹਿਬ ਨੇ ਜਾ ਕੇ ਇੱਕ ਗੱਲ ਕਹੀ ਸੀਗੀ ਦਿੱਲੀ ਕਿ ਮੇਰੇ ਹਾਰਨ ਦਾ ਵੱਡਾ ਕਾਰਨ ਪੰਜਾਬ ਦੇ ਵਿੱਚ ਜਿਹੜਾ ਚਿੱਟੇ ਦਾ ਪ੍ਰਕੋਪ ਹੈ ਨਾ ਉਹ ਹੈ, ਇਹਨੂੰ ਕਿਸੇ ਕਿਸਮ ਦੀ ਨੱਥ ਨਹੀਂ ਪੈਂਦੀ, ਇਹ ਨਸ਼ਿਆਂ ਵਾਲੀ ਕਾਰਵਾਈ ਹੈ ਤੇ ਨਸ਼ਿਆਂ ਵਾਲੀ ਕਾਰਵਾਈ ਹੈ ਜਿਹੜੀ ਇਹਨੂੰ ਠੱਲ ਪੈਣੀ ਚਾਹੀਦੀ ਹੈ। ਅਮਿਤ ਸ਼ਾਹ ਉਸ ਵੇਲੇ ਦਾਨੇਵਾਲੀਆ ਜੀ ਬੀਜੇਪੀ ਦਾ ਪ੍ਰੈਜ਼ੀਡੈਂਟ ਸੀ ਜੀ, ਤੇ ਅਮਿਤ ਸ਼ਾਹ ਨੇ ਕਹਿਤਾ ਵੀ ਮੈਂ ਨਸ਼ਿਆਂ ਦੇ ਖਿਲਾਫ ਇੱਕ ਦੇਸ਼ ਭਰ ਦੇ ਵਿੱਚ ਕੰਪੇਨ ਚਲਾਊਂਗਾ ਤੇ ਉਹਦੀ ਸ਼ੁਰੂਆਤ ਜਿਹੜੀ ਹੈ ਉਹ ਅੰਮ੍ਰਿਤਸਰ ਤੋਂ ਕਰੂੰ ਜੀ। ਅੱਛਾ, ਅੰਮ੍ਰਿਤਸਰ ਆ ਕੇ ਮੈਂ ਰੈਲੀ ਕਰੂੰ। ਉਦੋਂ ਜੋ ਫਿਰ ਕੈਂਸਲ ਹੀ ਕਰ ਗਿਆ ਸੀ ਨਾਲ ਬਰਾਬਰ, ਮੇਰੇ ਖਿਆਲ ਕਿਹਨੇ ਚਲਾ ਲਿਆ, ਉਹ 2-3 ਗੱਲਾਂ ਹੋ ਗਈਆਂ ਨਾ। ਇੱਕ ਤਾਂ ਜਦੋਂ ਉਹ ਇੱਥੇ ਸਰਕਾਰ ਸੀ ਆਪਣੇ ਕੈਪਟਨ ਨਾ ਇਹਨਾਂ ਦੀ ਸੀ ਅਕਾਲੀ ਦਲ ਵਾਲਿਆਂ ਦੀ, 2014 ਚ ਅਕਾਲੀ ਦਲ ਦੀ ਸੀ ਨਾ। 2014 ਚ ਅਕਾਲੀ ਦਲ ਦੀ ਸੀ, ਉਹਨੇ ਕਹਿੰਦਾ ਮੈਂ ਸ਼ੁਰੂਆਤ ਕਰੂੰਗਾ ਤੇ ਇਹਨਾਂ ਨੇ 3 ਰੈਲੀਆਂ ਰੱਖਤੀਆਂ। ਅੱਛਾ ਜੀ, ਅਕਾਲੀ ਦਲ ਵਾਲਿਆਂ ਨੇ ਇੱਕ ਤਾਂ ਰੱਖਤੀ ਇਹਨਾਂ ਨੇ ਆਪਣੇ ਤੁਹਾਡੇ ਇੱਥੇ
ਅਟਾਰੀ, ਅੱਛਾ ਜੀ। ਇੱਕ ਰੱਖਤੀ ਉਹ ਅਕਾਲੀ ਦਲ ਵੇਲੇ ਹੋਈ ਸੀ ਜਦੋਂ ਥਾ ਕੈਂਸਲ ਕਰਨਾ ਪਿਆ ਸੀ। ਨਹੀਂ ਉਹ ਤਾਂ ਮਗਰੋਂ ਵੀ ਹੋਈ ਹੈ। ਮਗਰੋਂ, ਹਾਂ। ਇਹ ਪਹਿਲਾਂ ਅਕਾਲੀ ਦਲ ਵਾਲਿਆਂ ਨੇ ਕੀਤੀ, ਅਕਾਲੀ ਦਲ ਵਾਲਿਆਂ ਨੇ 3 ਰੱਖਤੀਆਂ, ਤਿੰਨੇ ਬਾਰਡਰਾਂ ਤੇ। ਬਾਘਾ ਬਾਰਡਰ ਲਾ ਲਓ ਜਾਂ ਅਟਾਰੀ ਲਾ ਲਓ, ਹੁਸੈਨੀ ਵਾਲਾ ਲਾ ਲਓ, ਤੇ ਉਧਰ ਜਿਹੜਾ ਤੁਹਾਡੇ ਵਾਲੇ ਪਾਸੇ ਫਾਜ਼ਿਲਕਾ ਕੋਲੇ ਜਿਹੜਾ ਹੈਗਾ ਵੀ ਅਸੀਂ ਤਿੰਨੇ ਕਰਾਂਗੇ। ਜੋ ਤਿੰਨੇ ਕਰਾਂਗੇ ਤੇ ਉਹਨਾਂ ਨੇ ਜੀ ਸਰਕਾਰ ਵਾਸਤੇ ਰੈਲੀਆਂ ਕਰਨੀਆਂ ਕਿੰਨੀਆਂ ਕਿ ਮੁਸ਼ਕਿਲ ਹੁੰਦੀਆਂ, ਉਹਨਾਂ ਨੇ ਕੱਟ-ਕੁੱਟ ਕਰ ਲਿਆ। ਤੇ ਫਿਰ ਅਮਿਤ ਸ਼ਾਹ ਨੂੰ ਇਸ ਗੱਲ ਦਾ ਹੋ ਗਿਆ ਵੀ ਕਿਤੇ ਕੰਮ ਖਰਾਬ ਹੈ, ਅਮਿਤ ਸ਼ਾਹ ਨੇ ਕੀਤੀ ਨਹੀਂ ਸੀ। ਮੇਰੇ ਖਿਆਲ ਮੁਤਾਬਕ ਗੁਰਜੀਤ ਔਜਲਾ ਉਦੋਂ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਇਲੈਕਸ਼ਨ ਏਜੰਟ ਸੀ ਜੀ ਉਸ ਵੇਲੇ, ਸਾਰੀ ਇਹ ਸੀ ਮੇਰਾ ਖਿਆਲ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ ਸ਼ਾਇਦ ਰੂਰਲ ਦੇ। ਇਹਨਾਂ ਨੇ ਮਤਲਬ ਜਿਹੜੀ ਹੈਗੀ ਉਹਨਾਂ ਦੀ ਕੰਪੇਨ ਸਾਰੀ ਉਹ ਜਥੇਬੰਦ ਕੀਤੀ ਸੀ। ਆਰਗੇਨਾਈਜ਼ਰ ਕਹਿੰਦੇ ਸ਼ਾਇਦ ਇਲੈਕਸ਼ਨ ਏਜੰਟ ਦੀ ਬਜਾਏ ਮੇਰੇ ਆਰਗੇਨਾਈਜ਼ਰ ਸੀ। ਇਹਨੂੰ ਉਸ ਗੱਲ ਦੀ ਜਾਣਕਾਰੀ ਸੀ ਜੀ। ਇਹਨੇ ਫਿਰ ਅਮਿਤ ਸ਼ਾਹ ਦਾ ਧਿਆਨ ਖਿੱਚਿਆ ਜੀ ਵੀ ਤੁਸੀਂ ਤਾਂ ਫਿਰ ਜੀ ਨਾਲ ਹੀ ਰਹੇ ਹੋ ਅਕਾਲੀ ਦਲ ਦੇ, ਤੇ ਤੁਹਾਨੂੰ ਤਾਂ ਪਤਾ ਹੈ। ਜਦੋਂ ਇੰਨੀ ਗੱਲ ਹੋ ਗਈ ਨਾ ਜੀ, ਅਮਿਤ ਸ਼ਾਹ ਨੂੰ ਕਹਿਤਾ ਤਾਂ ਬੀਬੀ ਫੇਰ ਗਰਮ ਹੋ ਗਈ। ਉਹ ਤਾਂ ਬੀਬੀ ਜੀ ਮੈਂ ਤਾਂ ਤੁਹਾਡਾ ਨਾਂ ਹੀ ਨਹੀਂ ਲੈ ਰਿਹਾ, ਤੁਸੀਂ ਗਰਮ ਕਿਉਂ ਹੋ ਗਏ? ਮੈਂ ਤਾਂ ਤੁਹਾਡਾ ਨਾਂ ਨਹੀਂ ਲੈ ਰਿਹਾ, ਮੈਂ ਤਾਂ ਅਕਾਲੀ ਦਲ ਨਾਲ ਸਮਝੌਤੇ ਦੀ ਗੱਲ ਕੀਤੀ ਹੈ ਤੇ ਵੀ ਅਕਾਲੀ ਦਲ ਦੇ ਨਾਲ ਹੀ ਹੁੰਦੇ ਸੀਗੇ। ਤੇ ਉਦੋਂ ਫਿਰ ਬੀਬੀ ਫਿਰ ਉਹ ਵੀ ਚੱਲ ਪਿਆ। ਥੱਲੇ ਬੈਠਾ ਸੀ ਫਿਰ ਉਹ ਅਮਿਤ ਸ਼ਾਹ, ਨਹੀਂ ਦੂਜਾ ਜੀ ਬਿੱਟੂ, ਅੱਛਾ ਰਵਨੀਤ ਬਿੱਟੂ ਨੇ ਫਿਰ ਮਤਲਬ ਜਿਹੜਾ ਹੈਗਾ ਗਰੀਸ ਲਾਤੀ, ਉਹ ਲਾਉਣਾ ਸ਼ੁਰੂ ਹੋ ਗਿਆ ਕਿ ਆਪਾਂ ਕਹਿੰਦੇ ਨੇ ਆਰ ਜੀ ਲਾਉਂਦੇ, ਛਾਂਟੀ ਵਾਲੀ ਆਰ ਲਾਤੀ। ਹਾਂ ਵੀ ਕੌਣ ਅੰਦਰ ਗਿਆ ਸੀ, ਫਿਰ ਕਿਹਨੇ ਭੇਜਿਆ ਸੀ, ਜ਼ਮਾਨਤ ਕਿਵੇਂ ਹੋਈ ਸੀ, ਕਿਹਦਾ ਨਾਮ ਬੋਲਦਾ, ਉਹ ਫਿਰ ਸਾਰੀਆਂ ਗੱਲਾਂ ਜੀ ਕੱਲ ਖੁੱਲ ਕੇ ਹੋ ਗਈਆਂ। ਉਹ ਤੋਂ ਬਾਅਦ ਫਿਰ ਆ ਗਈ ਜੀ ਅਮਿਤ ਸ਼ਾਹ ਦੀ ਵਾਰੀ। ਪਹਿਲੀ ਗੱਲ ਤਾਂ ਜਦੋਂ ਭਗਵੰਤ ਮਾਨ ਦੇ ਉੱਤੇ ਅਟੈਕ ਹੋ ਰਿਹਾ ਸੀ ਨਾ, ਤੇ ਅਮਿਤ ਸ਼ਾਹ ਖਚਰੀ ਹੱਸ ਰਿਹਾ ਸੀ। ਦੇਸ਼ ਦਾ ਗ੍ਰਹਿ ਮੰਤਰੀ ਹੈ ਪਰ ਉਹ ਬਾਗੋ-ਬਾਗ ਹੋ ਰਿਹਾ ਸੀ ਵੀ ਹਾਂ ਬਾਗੋ-ਬਾਗ ਬੜਾ ਬੋਲਦਾ ਸੀ ਇੱਥੇ ਭਗਵੰਤ ਮਾਨ। ਨਹੀਂ, ਉਹ ਦੋ ਗੱਲਾਂ ਕਰਕੇ ਬਾਗੋ-ਬਾਗ ਹੋ ਰਿਹਾ ਸੀ। ਇੱਕ ਤਾਂ ਉਹਨੂੰ ਇਹ ਸੀ ਵੀ ਬੜੇ ਲੰਬੇ ਅਰਸੇ ਬਾਅਦ ਬੀਬਾ ਜੀ ਨੂੰ ਅੱਜ ਬੋਲਣ ਦਾ ਮੌਕਾ ਮਿਲਿਆ, ਤੇ ਜਿਹੜਾ ਕੁਛ ਅਸੀਂ ਬੋਲਣਾ ਸੀ ਉਹ ਇਹ ਬੋਲੀ ਜਾਂਦੀ। ਨੰਬਰ 1। ਨੰਬਰ 2 ਇਹਨਾਂ ਦਾ ਵੀ ਕਿਉਂਕਿ ਗੁਜਰਾਤ ਦੇ ਵਿੱਚ ਜਾ ਕੇ ਪੰਗਾ ਲੈ ਲਿਆ ਭਗਵੰਤ ਮਾਨ, ਉੱਥੇ ਜਿਹੜਾ ਕੰਪੇਨ ਕਰਦੇ ਹੁੰਦੇ ਸੀ, ਤੇ ਭਗਵੰਤ ਮਾਨ ਵੀ ਤੁਹਾਨੂੰ ਪਤਾ ਵੀ ਬੰਦਾ ਤਾਂ ਉਹ ਵੀ ਸੈਲੀਬ੍ਰਿਟੀ ਹੈ, ਔਰ ਉਧਰੋਂ ਜਿਹੜੀ ਵਿਅੰਗ ਉਹਨੂੰ ਵੀ ਆਉਂਦੇ, ਤੇ ਵਿਅੰਗ ਉਹਨੇ ਵੀ ਉੱਥੇ ਤਿੱਖੇ ਵਿਅੰਗਾਂ ਦੇ ਤੀਰ ਮਾਰੇ ਹੋਣਗੇ। ਜਿਹੜੇ ਵਿਅੰਗਾਂ ਦੇ ਤੀਰ ਮਾਰੇ ਹੋਣਗੇ ਤੇ ਉਹਨੂੰ ਐਸ ਵੀ ਹਾਂ ਆਹ ਗੱਲ ਠੀਕ ਹੈ। ਅਗਲੀ ਗੱਲ ਦਾਨੇਵਾਲੀਆ ਸਾਹਿਬ, ਜਦੋਂ ਫਿਰ ਆਪਾਂ ਆਪ ਹੀ ਪੰਜਾਬੀਆਂ ਦਾ ਜਲੂਸ ਕੱਢ ਗਏ ਤਾਂ ਫਿਰ ਬਾਹਰਲਾ ਬੰਦਾ ਤਾਂ ਔਖਾ ਹੁੰਦਾ ਹੀ ਹਾਂ, ਖੁਸ਼ ਤਾਂ ਹੁੰਦਾ ਹੀ, ਉਹ ਖੁਸ਼ ਵੀ ਹੋਏ। ਖੁਸ਼ ਹੋਣ ਤੋਂ ਬਾਅਦ ਫਿਰ ਉਹਨਾਂ ਨੇ ਅਗਲੀ ਗੱਲ ਵੀ ਕਹੀ ਜੀ, ਕਹਿੰਦੇ ਵੀ ਜਿਹੜੇ ਬੰਦੇ ਪਾਰਲੀਮੈਂਟ ਦੇ ਵਿੱਚ ਬੈਠ ਕੇ ਜਿਹੜੇ ਬੰਦੇ ਕਹਿੰਦੇ ਪਾਰਾਮਿਲਟਰੀ ਫੋਰਸਸ ਦੀ ਨਿਖੇਧੀ ਕਰਦੇ ਹੈ ਜੀ, ਉਹਨਾਂ ਨੂੰ ਵੀ ਕੁਝ ਸੋਚਣਾ ਚਾਹੀਦਾ। ਪਾਰਾਮਿਲਟਰੀ ਫੋਰਸ ਕਹਿੰਦੇ ਕਾਹਦੇ ਵਾਸਤੇ? ਉਹ ਵੀ ਦੇਸ਼ ਵਾਸਤੇ, ਚਾਹੇ BSF ਹੈ, ਚਾਹੇ ਉਹ ਜਿਹੜੀ ਹੈਗੀ ਹੈ ਉਹਦਾ ਦੂਜਾ ਨਾਂ ਵੀ ਇਹਨਾਂ ਨੇ ਕਿਹਾ ਭਾਰਤੀ ਸੁਰੱਖਿਆ ਸੀਮਾ ਸੁਰੱਖਿਆ ਬਲ। ਜੇ ਉਹਨੂੰ ਆਪਾਂ ਉਹਦਾ ਪੰਜਾਬੀ ਕਰ ਲਈਏ ਹੈ ਤਾਂ ਉਹੀ ਕੋਈ ਚੀਜ਼ ਹੈ ਨਾ? ਨਹੀਂ, ਅੱਡੋ ਅੱਡ ਹੈ ਜੀ। ਨਹੀਂ ਜੀ, ਅੰਗਰੇਜ਼ੀ ਦੇ ਵਿੱਚ ਜੇ ਬਾਰਡਰ ਤਾਂ ਆ ਗਈ ਨਾ ਜੀ BSF। ਨਹੀਂ ਉਹ ਠੀਕ ਹੈ, ਪਰ ਬਾਰਡਰ ਸਿਕਿਉਰਿਟੀ ਫੋਰਸ ਦੀ ਜੇ ਪੰਜਾਬੀ ਕਰੀਏ ਤਾਂ ਉਹ ਵੀ ਸੀਮਾ ਹੀ ਬਣਦੀ ਹੈ ਨਾ। ਮਤਲਬ ਬਦਲ ਤਾਂ ਉਹ ਉਧਰਲੇ ਪਾਸੇ ਕਰ ਦੋ ਵੀ ਇਹ ਜਿਹੜੇ ਹੈਗੇ ਇਹ ਠੀਕ ਹੈ। ਕਹਿੰਦੇ ਜਦੋਂ ਅਸੀਂ BSF ਦਾ ਉਹਦਾ ਕਾਰਜ ਖੇਤਰ ਵਧਾਇਆ ਸੀ, ਉਹ 50 ਕਿਲੋਮੀਟਰ ਤੱਕ ਕੀਤਾ ਸੀ ਨਾ, ਉਦੋਂ ਕਹਿੰਦੇ ਆਲੋਚਨਾ ਬੜੀ ਹੁੰਦੀ ਸੀ ਜੀ। ਆਲੋਚਨਾ ਤਾਂ ਖੈਰ ਉਦੋਂ ਸਾਰੇ ਕਰਦੇ ਸੀ, ਕੈਪਟਨ ਅਮਰਿੰਦਰ ਸਿੰਘ ਨੇ ਵੀ ਆਲੋਚਨਾ ਕੀਤੀ। ਉਹਨੇ ਉਦੋਂ ਨਹੀਂ ਕੀਤੀ, ਕੈਪਟਨ ਅਮਰਿੰਦਰ ਸਿੰਘ ਇਹਨਾਂ ਦੇ ਹੱਕ 'ਚ ਸੀ। ਉਦੋਂ ਆਲੋਚਨਾ ਕੀਤੀ ਸੀ ਆਪਣੇ ਨੇ ਜਾਖੜ ਸਾਹਿਬ ਨੇ ਵੀ ਆਲੋਚਨਾ ਕੀਤੀ ਸੀ, ਅਕਾਲੀ ਦਲ ਵਾਲਿਆਂ ਨੇ ਵੀ ਕੀਤੀ ਸੀ। ਕਹਿੰਦੇ ਠੀਕ ਹੈ। ਉਹ ਕਹਿੰਦੇ ਵੀ ਅਸੀਂ ਤਾਂ ਇਹ ਸੋਚਦੇ ਹਾਂ, ਦੇਖੋ ਦਾਨੇਵਾਲੀਆ ਸਾਹਿਬ ਕਿੰਨੀ ਵੱਡੀ ਗੱਲ, ਅਸੀਂ ਇਹ ਸੋਚਦੇ ਹਾਂ ਕਿ NDPS ਦੀਆਂ ਪਾਵਰਾਂ ਵੀ BSF ਨੂੰ ਦੇ ਦਿੱਤੀਆਂ ਜਾਣ। ਅੱਛਾ ਜੀ, ਵੀ ਉਹੀ ਲਾਉਣ ਸਿੱਧੀਆਂ, ਵੀ ਫਿਰ ਮਤਲਬ ਉਹੀ ਚਲਾਨ ਕਰਨ ਹੋ ਨਹੀਂ ਨਾ ਸਕਦਾ, ਤਾਂ ਪੁਲਿਸ ਐਕਟ ਆਊਗਾ ਨਾ, ਫਿਰ ਪਰਚਾ ਤਾਂ ਥਾਣੇ 'ਚ ਹੀ ਹੋਣਾ। ਜੋ ਪਰਚਾ ਤਾਂ ਥਾਣੇ 'ਚ ਹੋਣਾ, ਤੇ ਜੇ ਉਹਨਾਂ ਨੇ ਉਹ ਗੱਲ ਕਰ ਲਈ ਤੇ ਕਰਨ ਨੂੰ ਕੀ ਹੈ ਜੀ, ਕਾਨੂੰਨ ਹੀ ਉੱਥੇ ਬਣਾਉਣਾ, ਉਹਨਾਂ ਕੋਲ ਪੂਰੀ ਸਟਰੈਂਥ ਹੈ ਵੀ ਇਹ ਫੜ ਕੇ ਦੇ ਸਕਦੇ ਜੀ ਅੰਦਰ। ਤਾਂ ਫਿਰ ਦੇਖ ਲਓ ਵੀ ਜਿਹੜੀ ਆਪਾਂ ਇੱਥੇ ਕਹਿ ਦਿੰਦੇ ਨਾ ਵੀ ਇੱਥੇ ਜੀ ਸਰਕਾਰ ਅਕਾਲੀ ਦਲ ਦੀ ਹੈ, ਕਾਂਗਰਸੀ ਨੂੰ ਤੇ ਆਪ ਵਾਲਿਆਂ ਨੂੰ ਤੁੰਨ ਦੇਣਗੇ, BJP ਵਾਲੇ ਤਾਂ ਹਿੱਸੇਦਾਰ ਹੈ ਬਿਲਕੁਲ। ਤੇ ਹੁਣ ਆਪਾਂ ਕਹਿੰਦੇ ਜੀ ਆਪ ਵਾਲੇ ਤੇ ਇਹ ਦੁਰਵਰਤੋਂ ਕਰਦੇ, ਤੇ ਜੇ ਉਹਨਾਂ ਨੇ BSF ਵਾਲੀ ਗੱਲ ਕਰ ਲਈ ਤਾਂ ਫਿਰ ਤਾਂ ਮੇਰਾ ਖਿਆਲ ਹੈ ਵੀ ਬਾਰਡਰ ਵਾਲਾ ਕੋਈ ਲੀਡਰ ਰਹਿਣਾ ਹੀ ਨਹੀਂ। ਨਾ ਕੋਈ ਨਹੀਂ ਰਹਿਣਾ, ਠੀਕ ਹੈ ਨਾ। ਨਾਲ ਅਗਲੀ ਜਿਹੜੀ ਹੈਗੀ ਹੈ, ਜਿਹੜੀ ਆਪਾਂ ਫੈਡਰਲ ਢਾਂਚੇ ਦੀ ਗੱਲ ਕਰ ਦਿੰਦੇ ਹਾਂ, ਉਹ ਸੋ ਕੁੱਲ ਮਿਲਾ ਕੇ ਜਿਹੜੀ ਹੈਗੀ ਨਸ਼ਿਆਂ ਦੇ ਮਾਮਲੇ ਦੇ ਉੱਤੇ ਜਿਹੜੀ ਹੋਈ ਤਾਂ ਆਪਦੇ ਨੇ ਸੀ ਬਹਿਸ ਕੇ ਨਸ਼ਿਆਂ ਦਾ ਖਾਤਮਾ ਕਰਨਾ, ਪਰ ਇਹ ਜਿਹੜੀ ਹੈਗੀ ਨਾ ਇੱਕ ਦੂਜੇ ਦੇ ਖਿਲਾਫ ਜਿਹੜੀ ਹੈਗੀ ਚਾਂਦਮਾਰੀ ਤੱਕ ਸੀਮਤ ਹੋ ਕੇ ਰਹਿ ਗਈ।
ਨਸ਼ੇ ਨਹੀਂ ਖਤਮ ਕਰਨੇ। ਜਿੱਡਾ ਗੰਭੀਰ ਮਾਮਲਾ ਸੀ ਉਹਨੂੰ ਓਡੀ ਗੰਭੀਰਤਾ ਨਾਲ ਲੈਂਦੇ ਆ, ਸਗੋਂ ਇਹਨੂੰ ਇੱਕ ਦੂਜੇ ਨੂੰ ਠਿੱਠ ਬਰਾਨ ਕਰਨ ਵਾਸਤੇ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਾਸਤੇ ਜਿਹੜੀ ਉਹ ਰਾਜਸੀ ਗੱਤਕੇਬਾਜ਼ੀ ਹੈ, ਉਹ ਰਾਜਸੀ ਗੱਤਕੇਬਾਜ਼ੀ ਦਾ ਸੈਂਟਰ ਬਣਾਇਆ ਪਾਰਲੀਮੈਂਟ ਨੂੰ। ਜੀ ਇੱਧਰ ਢਿੱਲੋਂ ਸਾਹਿਬ ਨਾਲ ਦੀ ਨਾਲ ਇੱਕ ਤੁਹਾਨੂੰ ਹੋਰ ਇੰਟਰਸਟਿੰਗ, ਸਰਬਜੀਤ ਕੌਰ ਮਾਣੂਕੇ ਦੇ ਘਰੇ ਕੱਲ ਭਗਵੰਤ ਮਾਨ ਹੋਰਾਂ ਦੀ ਭੈਣ ਮਨਪ੍ਰੀਤ ਕੌਰ ਗਈ। ਅੱਛਾ ਜੀ। ਤੇ ਸਰਬਜੀਤ ਕੌਰ ਮਾਣੂਕੌਰ ਕੀ ਲਿਖਦੇ ਨੇ, ਕਹਿੰਦੇ ਕੱਲ ਸ਼ਾਮ ਜਦੋਂ ਸੂਰਜ ਅਸਤ ਹੋ ਰਿਹਾ ਸੀ, ਹਾਂ ਬੜੀ ਕਹਿੰਦੇ ਸ਼ੈਰੋ ਸ਼ਾਇਰੀ ਅੰਦਾਜ਼ ਹੈ। ਹਾਂ ਉਹ ਆਪਣੇ ਐਜੂਕੇਸ਼ਨ ਨਾਲ ਸੰਬੰਧਿਤ ਰਹੇ ਨਾ। ਮੇਰੇ ਫੋਨ ਦੀ ਘੰਟੀ ਖੜਕੀ, ਸਕਰੀਨ ਵੱਲ ਵੇਖ ਕੇ ਮਨ ਖੁਸ਼ ਹੋਇਆ। ਹਾਂ ਤੇ ਕਿਉਂਕਿ ਭੈਣ ਮਨਪ੍ਰੀਤ ਕੌਰ ਦਾ ਸੀ, ਜੋ ਸਾਡੇ ਅਤੀ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਅਤੇ ਪੰਜਾਬੀਆਂ ਦੀ ਸ਼ਾਨ ਭਗਵੰਤ ਸਿੰਘ ਮਾਨ ਦੇ ਭੈਣ ਜੀ ਨੇ ਜੀ ਸਤਿ ਸ੍ਰੀ ਅਕਾਲ ਦੀ ਸਾਂਝ ਪਾਉਣ ਤੋਂ ਬਾਅਦ ਕਹਿੰਦੇ ਅਸੀਂ ਤਾਂ ਤੁਹਾਡੇ ਘਰੇ ਆਉਣਾ, ਤੇ ਮੈਂ ਕਹਿੰਦੀ ਫਿਰ ਖੁਸ਼ੀ ਨਾਲ ਸਮਝ ਨਹੀਂ ਆਈ ਜੀ। ਹੁਣ ਕਹਿੰਦੇ ਲੋਕ ਕਹਿੰਦੇ ਜੀ ਹੋ ਸਕਦਾ ਇਹ ਜਿਹੜਾ ਕੋਈ ਲਿਖਿਆ ਮੰਤਰੀ ਨਾ ਬਣਾਉਣਾ ਹੋਵੇ, ਕਹਿੰਦੇ ਬੀਬੀ ਪਾਪਾ ਦਿਨਾਂ ਦੀ ਤਰਲੋ ਮੱਛੀ ਹੋ ਰਹੀ ਸੀ। ਧੰਨਿਆਲੀਆ ਸਾਹਿਬ ਨੂੰ ਬਣਾਉਣਾ ਹੈ ਕਿ ਕਈ ਵਾਰੀ ਮੂੰਹ ਟਾਲ ਦੇਣਾ ਹੁੰਦਾ ਹੈ। ਜਿਵੇਂ ਬੀਬੀ ਨੂੰ ਆਪਣੀ ਕੁੜੀ ਨੂੰ ਜਿਵੇਂ ਬਲਜਿੰਦਰ ਕੌਰ ਨੂੰ ਚੀਫ ਵਿਪ ਬਣਾਤਾ ਵੀ ਉਹ ਚਾਹ ਪਾਣੀ ਪੀ ਕੇ ਹੀ ਸਾਰਨ ਵਾਲੀ ਗੱਲ ਹੈ ਵੀ ਚਲੋ ਠੀਕ ਹੈ ਜੀ, ਠੀਕ ਹੈ ਜੀ, ਤਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਉਹ ਕਿਤੇ ਪਹਿਲਾਂ ਬਰਿਆਉਣ ਵਾਲੀ ਗੱਲ ਨਹੀਂ ਹੁੰਦੀ। ਹਾਂ ਵੀ ਭਾਈ ਰੌਲਾ ਜਾਣਾ ਪਾਈ, ਨਹੀਂ ਠੀਕ ਹੈ ਠੀਕ ਹੈ ਜੀ, ਭੈਣ ਜੀ ਘਰੇ ਆ ਗਏ। ਮਤਲਬ ਵੀ ਉਹ ਹੁੰਦਾ ਬੰਦੇ ਦਾ ਅਸਰ ਤਾਂ ਪੈ ਹੀ ਜਾਂਦਾ ਨਾ। ਹੁਣ ਜਿਵੇਂ ਇਹਨਾਂ ਨੇ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਲਿਖਿਆ, ਕਰ ਬੀਬੀ ਸਿਆਣੀ ਹੈ, ਤਜਰਬਾ ਵੀ ਹੈਗਾ, 2 ਵਾਰੀ ਦੀ ਹੈ, ਹੱਕ ਤਾਂ ਬਣਦਾ ਇਹਦਾ ਕਿ ਇਹਨੂੰ ਵਜ਼ੀਰ ਬਣਾਇਆ ਜਾਵੇ। ਪਰ ਸਿਆਸਤ ਮਾਈਨਿੰਗ ਵਾਲੇ ਮਾਮਲੇ ਤੇ ਵੀ ਤਬਾਹ ਬਹੁਤ ਲੱਗ ਰਿਹਾ ਨਾ। ਨਹੀਂ ਉਹ ਤਾਂ ਖੈਰ ਮੈਨੂੰ ਨਹੀਂ ਪਤਾ, ਪਰ ਸਿਆਸਤਦਾਨਾਂ ਦਾ ਕੋਈ ਜਿਹੜਾ ਨਾ ਇਤਵਾਰ ਕੋਈ ਨਹੀਂ ਹੁੰਦਾ ਵੀ ਇਹ ਕਹਿੰਦੇ ਕੋਈ ਸਕਾ ਨਹੀਂ ਇੱਥੇ, ਕਹਿੰਦੇ ਕੁਛ ਹੁੰਦੇ ਤੇ ਕਰਦੇ ਕੁਛ ਹੁੰਦੇ ਹੈ। ਜਿਹਨੂੰ ਬਣਾਉਣਾ ਹੁੰਦਾ ਉਹਨੂੰ ਪਤਾ ਹੀ ਨਹੀਂ ਹੁੰਦਾ, ਉਹਨੂੰ ਤਾਂ ਹੱਥ ਨੇ ਜੀ ਦੱਸ ਦਿੰਦੇ ਵੀ ਭਾਈ ਘਰਦਿਆਂ ਨੂੰ ਬੁਲਾ ਲੈ, ਸਵੇਰੇ ਕਹਿ ਦਿੰਦੇ ਵੀ ਆ ਜਾ ਭਾਈ, ਪੱਗ ਤਾਂ ਬੰਨੀ ਹੁੰਦੀ ਅਗਲੇ ਨੇ, ਉੱਥੇ ਸੱਦਾ ਤਾਂ ਦਿੱਤਾ ਹੀ ਹੁੰਦਾ। ਹਾਂ ਉਹ ਐਮਐਲਏ ਤਾਂ ਫਿਰ ਸਾਰੇ ਜਾਂਦੇ ਆ ਨਾ, ਬਹੁਤੇ ਤਾਂ ਬੰਦੇ ਰਹਿ ਜਾਂਦੇ ਨਾ ਵੀ ਕੀ ਹੁਣ ਪਰਿਵਾਰ ਨੂੰ ਕੀ ਬੁਲਾਵਾਂਗੇ। ਆਮ ਤੌਰ ਤਾਂ ਵੀ ਜਦੋਂ ਸਹੁੰ ਲੈਣੀ ਹੈ ਤੇ ਤੁਸੀਂ ਆਇਓ ਬਿਲਕੁਲ, ਪਰਿਵਾਰ ਵਾਲਿਆਂ ਨੂੰ ਵੀ ਬੁਲਾ ਲੈਂਦੇ ਹੁੰਦੇ ਆ, ਉਹ ਸਵੇਰੇ ਸਵੇਰੇ ਦੱਸ ਦਿੰਦੇ ਆ। ਪਹਿਲਾਂ ਤਾਂ ਸ਼ਾਇਦ ਅਟਕਲ ਪੱਚੂ ਵੀ ਹੁੰਦੇ ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਦਾ ਸਮਾਂ ਜੀ, ਤੇ ਜਿਹੜੇ ਵੀਰ ਸਾਡੇ ਨਾਲ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਜੁੜੇ ਨੇ ਜੀ, ਉਹਨਾਂ ਨੂੰ ਗੁਜ਼ਾਰਿਸ਼ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰੋ। ਕੱਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ, SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ।
ਵਿਦੇਸ਼ਾਂ 'ਚ ਵਸਣ ਵਾਲੇ ਪੰਜਾਬੀਆਂ ਦੇ ਲਈ ਸੁਨਹਿਰੀ ਮੌਕਾ ਲੈ ਕੇ ਆਈ ਆ ਪੰਜਾਬ ਦੀ ਬਹੁਤ ਹੀ ਵੱਡੀ ਰੀਅਲ ਐਸਟੇਟ ਕੰਪਨੀ DH ਰੀਅਲ ਐਸਟੇਟ। ਬਹੁਤ ਹੀ ਨਾਮਵਰ ਕੰਪਨੀ ਤੁਹਾਨੂੰ ਮੌਕਾ ਪ੍ਰਦਾਨ ਕਰਦੀ ਹੈ ਕਿ ਬਿਨਾਂ ਪੰਜਾਬ ਗਏ ਤੁਸੀਂ ਹੁਣ ਆਪਣੀ ਜ਼ਮੀਨ ਵੇਚ ਸਕੋਗੇ ਜਾਂ ਫਿਰ ਆਪਣੀ ਪਸੰਦੀ ਦੀ ਜ਼ਮੀਨ ਖਰੀਦ ਸਕੋਗੇ। ਕਿਸੇ ਵੀ ਤਰ੍ਹਾਂ ਦੀ ਕੋਠੀ, ਫਲੈਟ, ਪਲਾਟ ਜਾਂ ਫਿਰ ਕਮਰਸ਼ੀਅਲ ਜਾਂ ਐਗਰੀਕਲਚਰ ਲੈਂਡ ਲੈਣੀ ਹੋਵੇ ਤਾਂ DH ਰੀਅਲ ਐਸਟੇਟ ਨਾਲ ਸੰਪਰਕ ਕਰੋ। ਤੁਹਾਨੂੰ ਪੰਜਾਬ ਜਾਣ ਦੀ ਲੋੜ ਨਹੀਂ, ਸੌਦਾ ਬੈਠੇ ਬਿਠਾਏ ਇੱਥੇ ਹੀ ਕਰਾ ਕੇ ਤੇ ਇੱਥੇ ਹੀ ਪੈਸੇ ਪਹੁੰਚਦੇ ਕਰ ਦਿੰਦੇ ਨੇ। ਨੰਬਰ ਹੈ DH ਰੀਅਲ ਐਸਟੇਟ ਦਾ 98775 07058 +91 ਇੰਡੀਆ ਦਾ ਕੋਡ ਲਾਉਣਾ। WhatsApp ਤੇ ਜਾਂ ਫਿਰ ਡਾਇਰੈਕਟ ਕਾਲ ਕਰ ਲੈਣੀ ਹੈ 98775 07058 DH ਰੀਅਲ ਐਸਟੇਟ। ਇਹਨਾਂ ਦਾ ਸਲੋਗਨ ਹੈ ਪੰਜਾਬ ਵਿੱਚ ਬੇਫਿਕਰੇ ਹੋ ਕੇ ਹੁਣ ਖਰੀਦੋ ਜ਼ਮੀਨ, ਪਲਾਟ, ਕੋਠੀ ਜਾਂ ਫਿਰ ਫਲੈਟ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ। ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਸਾਡੇ ਨਾਲ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ। ਤੇ ਸਭ ਕਹਾਵਤਾਂ ਤਾਂ ਬੜੀਆਂ ਹੁੰਦੀਆਂ ਨੇ, ਆਪਣੇ ਦੇਸੀ ਕਹਾਵਤਾਂ ਹੀ ਬੜੀਆਂ ਹੁੰਦੀਆਂ। ਉਹ ਕਹਿੰਦੇ ਹੁੰਦੇ ਨਾ, ਬੁਖਾਰੀ ਚ ਉੱਤੋਂ ਦਾਣੇ ਪਾਈ ਚੱਲੋ ਤੇ ਥੱਲੋਂ ਮੋਰੇ ਵਿਛਦੀ ਨਿਕਲ ਜਾਣ ਜੀ। ਤੇ ਉਹਦਾ ਇੱਕ ਕਹਾਵਤ ਜੀ ਨਹੀਂ ਮੈਨੂੰ ਯਾਦ ਆਉਂਦੀ, ਪਰ ਇੱਕ ਜੁੜਦੀ ਮਿਟਦੀ ਜੀ ਗੱਲ ਹੈਗੀ ਹੈ ਨਾਲ, ਭਾਵੇਂ ਕਿੰਨੀ ਕੁ ਜੁੜਦੀ ਆਪਣੇ ਲਿਸਨਰ ਦੱਸ ਦੇਣਗੇ। ਕਹਿੰਦੇ ਮਾਂ ਜੂੜੇ ਪਲੀ ਪਲੀ ਤੇ ਪੁੱਤ ਰੜਾਵੇ ਕੁੱਪੇ ਨਾਲ, ਹੈ ਜੀ। ਉਹ ਸਥਿਤੀ ਜੀ ਇਹੋ ਜੀ ਬਣੀ ਪਈ ਹੈ। ਭਗਵੰਤ ਮਾਨ ਤਾਂ ਲੈ ਕੇ ਤੁਹਾਡੇ ਉਹ ਪਰਾਂ ਤੋਂ ਲੱਗੇ ਵੀ ਆ, ਆਪਣੇ ਕੰਨਿਆ ਕੁਮਾਰੀ ਦੇ ਉਰਲੇ ਪਾਸਿਓਂ ਮਦਰਾਸ ਤੋਂ ਹੈਦਰਾਬਾਦ, ਤੇ ਵਿੱਚੇ ਫਿਰ NDTV ਤੇ ਹੋਰ ਚੈਨਲਾਂ ਦੇ ਉੱਤੇ ਵੀ ਪੰਜਾਬ ਵਰਗਾ ਮਾਹੌਲ ਕੋਈ ਨਹੀਂ। ਸਮਿਟ ਜੀ ਸਾਨੂੰ ਇਹਨੇ ਵੀ ਕਹਿਤਾ, ਜ਼ਰੂਰ ਸੱਦਾ ਪੱਤਰ ਤਾਂ ਢਿੱਲੋਂ ਸਾਹਿਬ ਜਿਹਨੂੰ ਮਰਜ਼ੀ ਦਿਓ ਜਾ ਕੇ, ਬਿਲਕੁਲ ਠੀਕ ਹੈ। ਵਿਆਹ ਤੇ ਅਗਲਾ ਆ ਹੀ ਜਾਂਦਾ, ਸ਼ਗਨ ਦੇਵੇ ਨਾ ਦੇਵੇ, ਕਈ ਵਾਰੀ ਮੇਰੇ ਵਰਗੇ ਉਹੀ ਜੇਬ 'ਚ ਹੱਥ ਪਾ ਕੇ ਪਰਾਂ ਨੂੰ ਹੋ ਜਾਂਦੇ ਆ। ਹਾਂਜੀ ਹਾਂਜੀ। ਤੇ ਪਰ ਕਹਿੰਦੇ ਜਿਹੜੇ ਇੱਧਰਲੇ ਸੀ ਪੰਜਾਬ ਵਾਲੇ, ਉਹ ਕਹਿੰਦੇ UP 'ਚ ਯੋਗੀ ਕੋਲੇ ਚਾਹ ਪੀ ਆਏ ਜੀ। ਕਹਿੰਦੇ ਪਹਿਲਾਂ ਆਪਾਂ ਸ਼ਗਨ ਵਾਲੀ ਗੱਲ ਤੇ ਆ ਜਾਈਏ ਦਾਨੇਵਾਲੀਆ ਸਾਹਿਬ। ਹਾਂ, ਜਿਹੜੀ ਤੁਸੀਂ ਸ਼ਗਨ ਵਾਲੀ ਗੱਲ ਕਰਦੇ ਹੋ, ਹੁੰਦਾ ਕੀ ਆ ਵੀ ਆਮ ਤੌਰ ਦੇ ਉੱਤੇ ਸ਼ਗਨ ਕਿੰਨੇ ਕੁ ਲੋਕ ਦਿੰਦੇ ਆ? ਕੁਝ ਤਾਂ ਜਾਂਦੇ ਇਕੱਲਾ ਖਾਲੀ ਲਿਫਾਫਾ ਹੀ ਦੇ ਆਉਂਦੇ, ਕੋਈ ਨਾਂ ਨਹੀਂ ਪਾਉਂਦੇ ਹੁੰਦੇ। ਜਿਹੜੇ ਤਾਂ ਮਤਲਬ ਪੋਲੀਟੀਕਲ ਬੰਦੇ ਨੇ ਉਹ ਤਾਂ ਆਪਦੇ ਕਾਰਡ ਦੇ ਛਪਾ ਲੈਂਦੇ, ਕਾਰਡ ਜੀ ਹਾਂ ਪੱਕੇ ਜਿਹੇ ਛਪੇ ਹੁੰਦੇ ਉਹਨਾਂ ਦੇ, ਛਪੇ ਆ ਵੀ ਪਤਾ ਲੱਗ ਜਾਏ। ਜਿਹੜੇ ਦੂਜੇ ਹੁੰਦੇ ਆ ਉਹ ਵੈਸੇ ਹੀ ਕਰ ਆਉਂਦੇ ਆ। ਕਈ ਮੱਲੋ ਮੱਲੀ ਤੇ ਜਾ ਕੇ ਬਰਾਤੀ ਬਣ ਜਾਂਦੇ, ਫਿਰ ਕੁੱਟ ਵੀ ਖਾਂਦੇ, ਬਿਲਕੁਲ ਠੀਕ ਹੈ ਨਾ। ਸਾਡਾ ਆ ਜਿਹੜੀ ਇਸ ਲਾਈਨ 'ਚ ਪੈਣ ਤੋਂ ਪਹਿਲਾਂ, ਜਦੋਂ ਮੈਂ ਐਕਟਿਵ ਇਧਰ ਇਲੈਕਟ੍ਰੋਨਿਕ ਮੀਡੀਆ ਵਾਲੇ ਪਾਸੇ ਨਹੀਂ ਸੀ, ਇਕੱਲਾ ਪ੍ਰਿੰਟ ਵਾਲਾ ਸੀ, ਸਾਡਾ ਇੱਕ ਆਪਦਾ ਗਰੁੱਪ। ਉਸ ਗਰੁੱਪ ਦੇ ਵਿੱਚ ਅਸੀਂ ਬੈਠ ਕੇ ਸ਼ਾਮ ਨੂੰ ਗੱਲਾਂ ਬਾਤਾਂ ਆਪਦੇ ਦੁੱਖ ਸੁੱਖ ਸਾਂਝੇ ਕਰਦੇ। ਤੇ ਸਾਡੇ ਇੱਕ ਮਿੱਤਰ ਦਾ ਆ ਗਿਆ ਵਿਆਹ ਜੀ, ਤੁਸੀਂ ਵੀ ਤੁਹਾਡੇ ਨਾਲ ਵੀ ਉਹਦੀ ਲਿਹਾਜ਼ ਹੈਗੀ। ਉਹਦਾ ਵਿਆਹ ਪਿੰਡ ਆ ਉਹਦਾ ਬੀਬੀ ਵਾਲਾ ਜੀ, ਵਿੱਕੀ ਦਾ ਵਿਆਹ ਸੀ। ਵਿੱਕੀ ਦਾ, ਅੱਛਾ, ਵਿੱਕੀ ਮਾਨ ਦਾ ਵਿਆਹ। ਤੇ ਵਿੱਕੀ ਮਾਨ ਦੇ ਵਿਆਹ ਵੇਲੇ ਮਤਲਬ ਉਹ ਪੁਰਾਣੀ ਗੱਲ ਹੋ ਗਈ, ਗੱਲ ਪੁਰਾਣੀ ਹੋ ਗਈ ਨਾ, ਪਰ ਗੱਲ ਤਾਂ ਉਸ ਆਪਣੀ ਸ਼ਗਨ ਦੀ ਆ ਗਈ ਨਾ ਕਹਾਣੀ ਵੀ ਵਿੱਕੀ ਦਾ ਵਿਆਹ ਆਪਾਂ ਜਾਣਾ ਸ਼ਗਨ ਤੇ ਉਹਦੇ ਜਾਣਾ ਵੀ ਪਹਿਲੇ ਦਿਨ ਵੀ ਜਾਵਾਂਗੇ, ਦੂਜੇ ਦਿਨ ਵੀ ਵੀ ਉਹਨੂੰ ਆਪਾਂ ਸ਼ਗਨ ਕੀ ਦੇਗੇ। ਹੁਣ ਸਾਡੇ 'ਚ ਇੱਕ ਬੰਦਾ ਜੀ ਟਰਾਂਸਪੋਰਟਰ, ਇੱਕ ਬਿਜਲੀ ਬੋਰਡ ਦਾ ਇੰਜੀਨੀਅਰ ਜੀ, ਕੋਈ ਕੁਛ ਇੱਕ ਬੀਮਾ ਕੰਪਨੀ ਦਾ ਮੈਨੇਜਰ। ਤੇ ਜਿਹੜੇ ਮਤਲਬ ਜਮਾ ਆਪਾਂ ਕਹਿ ਦਈਏ ਉਹ ਅਸੀਂ 2 ਜਣੇ ਜਮਾ ਦੂਜੇ ਲੋਟ ਸੀ। ਸਾਨੂੰ ਹੁਣ ਧੁਰਕੂ ਜਾ ਲੱਗੀ ਜਾਵੇ ਯਾਰ ਵੀ ਇਹ 21 ਨਰੋਲ ਕਾਮਰੇਡ ਇਹ ਹਾਂ 2100 3100 ਪਾਉਣ ਲੱਗੇ ਤੇ ਆਪਣਾ ਕੀ ਬਣੂ। ਸਾਡਾ ਜਿਹੜਾ ਸੱਜਣ ਸਾਡਾ ਹੈਡ ਸੀ ਉਹ ਟਰਾਂਸਪੋਰਟਰ, ਉਹ ਕਹਿੰਦਾ ਯਾਰ ਗੱਲ ਸੁਣੋ, ਆਪਾਂ ਵਿੱਕੀ ਦੇ ਜਾਣਾ ਹੈ, ਵਿੱਕੀ ਦੀ ਬਰਾਤ ਦੇ ਵਿੱਚ ਕਹਿੰਦਾ ਕਿਹੋ ਜਿਹੇ ਲੋਕ ਆਉਣਗੇ। ਵਿੱਕੀ ਨੂੰ ਤਾਂ ਕਹਿੰਦਾ ਆਪਾਂ ਨੂੰ ਦੇਣਾ ਚਾਹੀਦਾ ਕੁਛ। ਮੈਂ ਕੀ ਗੱਲ, ਕਹਿੰਦਾ ਵੀ ਇੱਕ ਪੱਤਰਕਾਰ, ਇੱਕ ਤੇਜ਼ਾਬ ਦਾ ਵਪਾਰੀ, ਇੱਕ ਇੰਜੀਨੀਅਰ, ਇੱਕ ਬੱਸਾਂ ਦਾ ਮਾਲਕ, 5-7 ਬੰਦੇ ਜਦੋਂ ਗਏ, ਇੱਕ ਬੀਮੇ ਵਾਲਾ, ਸਾਰਾ ਕੁਝ ਕਰਕੇ ਵੀ ਐਡੇ ਐਡੇ ਪ੍ਰੋਮੀਨੈਂਟ ਬੰਦੇ ਆ ਗਏ। ਤੇ ਕਹਿੰਦਾ ਵੀ ਇਹਨੂੰ ਤਾਂ ਆਪਣਾ ਸਗੋਂ ਚਾਹੀਦਾ। ਮੈਂ ਕਿਹਾ ਵੀ ਅਸੀਂ ਮੈਂ ਕਿਹਾ ਵੀ ਗੱਲ ਤੇਰੀ ਜਮਾ 116 ਨੇ ਸੱਚ ਹੈ। ਸੱਚ ਹੈ। ਉਹ ਅਜੇ ਠੀਕ ਹੈ ਜੀ, ਚਲੇ ਗਏ ਜੀ ਅਸੀਂ
ਫੈਸਲਾ ਕਰ ਲਿਆ ਵੀ ਕਿਸੇ ਨੇ ਕੱਖ ਨਹੀਂ ਦੇਣਾ, ਆਪਾਂ ਜਾਣਾ ਹੈ, ਇਕੱਲੇ ਲਿਫਾਫੇ ਵੀ ਨਹੀਂ ਦੇਣੇ, ਜਾ ਕੇ ਕਰ ਰਹੇ। ਜਦੋਂ ਉੱਥੋਂ ਬੈਠ ਕੇ ਜੀ ਜਾ ਕੇ ਤੁਹਾਨੂੰ ਪਤਾ ਵੀ ਜਦੋਂ ਵਿਆਹ ਹੋਵੇ ਤੇ ਹੱਥ ਨੇ ਗੌਣ ਪਾਣੀ ਵਾਲਾ ਕੰਮ ਸ਼ੁਰੂ ਹੋ ਗਿਆ, ਕੌੜੇ ਪਾਣੀ ਦੇ ਗਰਾਰੇ ਸ਼ੁਰੂ ਹੋ ਗਏ ਜੀ। ਵਿੱਕੀ ਹੁਣ ਚੰਗੇ ਕਰਦਾ ਮੁੰਡਾ, ਤੇ ਬਿਸਕੀ ਦੀਆਂ ਬੋਤਲਾਂ ਆਉਣ ਲੱਗ ਜਾਣ। ਉਹ ਕਹਿੰਦੇ ਵੀ ਹੁਣ ਕਿਵੇਂ ਕਰੀਏ, ਤੇ ਵਿੱਕੀ ਦੀ ਭੂਆ ਦਾ ਮੁੰਡਾ ਹੁੰਦਾ ਇੱਕ ਸਾਡਾ ਬੇਲੀ ਸੀ, ਉਹ ਵਿਚਾਰੇ ਦੀ ਡੈਥ ਹੋ ਗਈ ਜੀ। ਤੇ ਉਹ ਵੀ ਕਿਵੇਂ, ਉਹ ਕਹਿੰਦੇ ਵੀ ਦੇਖੋ ਵਿੱਕੀ ਦਾ ਵਿਆਹ ਤੇ ਆ ਬੋਤਲਾਂ ਤਾਂ ਆਈ ਜਾਂਦੀਆਂ ਤੇ ਆਪਾਂ ਤਾਂ ਅਸੀਂ ਤਾਂ ਰੋਜ਼ ਹੀ ਪੀਣੀ ਹੁੰਦੀ ਹੈ, ਫਿਰ ਇਹਦਾ ਕੀ ਕਰੀਏ। ਉਹ ਫਿਰ ਉਹਨੂੰ ਕਿਹਾ, ਸਾਡਾ ਜਿਹੜਾ ਤੇਜ਼ਾਬ ਵਾਲਾ ਬੇਲੀ ਸੀ ਉਹਦੇ ਕੋਲ ਜੀਪ ਹੁੰਦੀ ਵੀ ਤੂੰ ਐਂ ਕਰ ਇੱਕ ਥੋੜੀ ਜਿਹੀ ਪੀ ਲਈਏ, 2 ਪੈਗ ਲੱਗ ਜਾ ਕਰ ਤੇ ਬਾਕੀ ਚੱਕਿਆ ਕਰ, ਗੱਡੀ 'ਚ ਰੱਖਿਆ ਕਰ। ਅੱਛਾ। ਉਹਦਾ ਯਾਰ ਕੋਈ ਦੇਖ ਨਾ ਲਵੇ। ਅਮਰਤ ਸੰਧੂ। ਅੱਛਾ ਜੀ। ਅਮਰਤ ਸੰਧੂ ਕਹਿੰਦਾ ਵੀ ਜੇ ਚਿੜੀਆ ਕਹਿੰਦਾ ਸਮੁੰਦਰ ਚੋਂ ਚੋਂਚ ਭਰ ਲੂਗੀ ਤੇ ਪਾਣੀ ਥੋੜਾ ਘਟ ਜੂਗਾ। ਠੀਕ ਹੈ। ਕੀ ਫਰਕ ਪੈਂਦਾ, ਤੁਸੀਂ ਆਪਦਾ ਮਹੀਨੇ ਦਾ ਇੰਤਜ਼ਾਮ ਕਰੋ। ਦਾਨੇਵਾਲੀਆ ਸਾਹਿਬ ਫਿਰ ਉਹ ਮਹੀਨੇ ਦਾ ਇੰਤਜ਼ਾਮ ਹੋਇਆ ਉਸ ਵਿਆਹ ਚੋਂ, ਉਹ ਚੱਕ ਕੇ ਜਾ ਕੇ ਰੱਖੀ ਗਿਆ। ਫਿਰ ਤਾਂ ਮਤਲਬ ਸਾਬਤ ਪੋਤੇ ਜਦੋਂ ਮਾਮੇ ਦੇ ਪੁੱਤ ਨੇ ਕਹਿਤਾ ਫਿਰ ਰਾਹਦਾਰੀ ਮਿਲ ਗਈ, ਰਾਹਦਾਰੀ ਮਿਲ ਗਈ। ਉਹ ਕਰਕੇ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ। ਹੁਣ ਇੱਥੇ ਵੀ ਜਿਹੜੀ ਹੈਗੀ ਹੈ ਆ ਕੁੱਪੇ ਵਾਲੀ ਗੱਲ ਹੈ ਵੀ ਭਗਵੰਤ ਸਿੰਘ ਮਾਨ ਹੁਣ ਇਸ ਵੇਲੇ ਹੈਡ ਆਫ ਗੌਰਮੈਂਟ ਹੈ ਜੀ, ਉਹਨੂੰ ਫਿਕਰ ਹੈ ਹਾਂ ਪੈਸੇ ਧੇਲੇ ਦਾ ਕਿ ਭਾਈ ਆਪਾਂ ਜਿਹੜਾ ਹੈਗਾ ਇਹਨੂੰ ਸੰਕਟ ਚੋਂ ਕੱਢਣਾ ਪੰਜਾਬ ਨੂੰ। ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਨਿਊਜ਼ ਲੱਗੀ ਵੀ ਹੈ ਕਰਜ਼ੇ ਦੀ। ਹਾਂਜੀ 3500 ਕਰੋੜ 35000 ਕਰੋੜ 30,000 ਕਰੋੜ ਤੀਜੀ ਤਿਮਾਹੀ ਚ 30,000 ਕਰੋੜ ਲੈ ਲਿਆ, ਕਰਜ਼ਾ ਲੈ ਲਿਆ। ਜੇ ਹੁਣ ਇੰਡੀਅਨ ਐਕਸਪ੍ਰੈਸ ਦੀ ਆਪਾਂ ਉਹਦੀ ਤੇ ਗੱਲ ਕਰੀਏ ਤਾਂ ਇਹਨਾਂ ਨੇ ਜਿਹੜਾ ਸੀ ਕਿਹਾ ਸੀ ਕਿ 35,000 ਕਰੋੜ ਤੋਂ ਵੱਧ ਅਸੀਂ ਕਰਜ਼ਾ ਨਹੀਂ ਚੜ੍ਹਨ ਦੇਵਾਂਗੇ, ਤੇ ਅਜੇ ਇੱਕ ਤਿਮਾਹੀ ਪਈ ਹੈ ਤਾਂ ਉਹਦੇ ਨਾਲ ਤਾਂ ਫਿਰ ਵਧੂਗਾ ਕੰਮ। ਪਰ ਫਿਰ ਵੀ ਕਿਉਂਕਿ ਪੁਰਾਣਾ ਕੁਛ ਕਰਜ਼ਾ ਵੀ ਦੇਣਾ ਹੈ, ਭਗਵੰਤ ਸਿੰਘ ਮਾਨ ਹੋ ਰਹੀ ਇਸ ਕਰਕੇ ਵੀ ਆਪਾਂ ਹੁਣ ਕਰੀਏ ਕੁਛ ਨਾ ਕੁਛ ਨਿਵੇਸ਼ ਦੇਈਏ, ਇਨਵੈਸਟਮੈਂਟ ਲੈ ਕੇ ਆਈਏ ਜੀ। ਉਹ ਇਨਵੈਸਟਮੈਂਟ ਲੈਣ ਵਾਸਤੇ ਦਿੱਲੀ ਜਦੋਂ ਇਹਨਾਂ ਦੀ ਨੈਸ਼ਨਲ ਕਨਵੈਨਸ਼ਨ ਹੋਈ ਹੈ, ਕਾਨਫਰੰਸ ਹੋਈ ਹੈ, ਤੇ ਉਹ ਤੋਂ ਬਾਅਦ ਸਿੱਧੇ ਚਲੇ ਗਏ ਸੀ ਜੀ ਚੇਨਈ ਨੂੰ, ਤੇ ਚੇਨਈ ਤੋਂ ਬਾਅਦ ਚਲੇ ਗਏ ਹੈਦਰਾਬਾਦ, ਤੇਲੰਗਾਨਾ ਦੀ ਰਾਜਧਾਨੀ। ਤੇ ਇਹ ਜਿਹੜੇ ਅਖਬਾਰਾਂ ਵਾਲਾ ਆਪਣਾ ਮਹਿਕਮਾ ਜੀ, ਇਹ ਵੀ ਬੜਾ ਮਾੜਾ ਹੈ। ਉਹ ਤਾਂ ਅਜੇ ਤੱਕ ਉੱਥੇ ਹੀ ਫਿਰਦੇ। ਹੁਣ ਤੁਸੀਂ ਦੱਸਿਆ ਸੀ ਵੀ ਦਿੱਲੀ ਹਵਾਈ ਅੱਡੇ ਤੇ ਆ ਗਏ ਤੇ ਫਿਰ ਕੈਬਨਿਟ ਦੀ ਮੀਟਿੰਗ ਕਰਨੀ ਸੀ ਨਾ ਸਿਹਤ ਮਹਿਕਮੇ ਨਾਲ। ਅੱਛਾ, ਸਿਹਤ ਮਹਿਕਮੇ ਨਾਲ। ਤੇ ਉਧਰੋਂ ਜੀ ਫਿਰ ਅੱਜ ਬੜਾ ਚਰਚਿਤ ਅਖਬਾਰ ਹੈ ਪੰਜਾਬ ਦਾ ਅਜੀਤ ਦੇ ਫਰੰਟ ਪੇਜ ਦੇ ਉੱਤੇ ਖਬਰ ਲੱਗੀ ਪਈ ਹੈ। ਉਹ ਕਹਿੰਦੇ ਜੀ ਗੱਲ ਹੀ ਕੁਛ ਹੋਰ ਹੋ ਗਈ। ਕੀ ਹੋ ਗਿਆ? ਕਹਿੰਦੇ ਜੀ ਪੰਜਾਬ ਦੇ ਸਨਅਤਕਾਰ ਜੀ ਇੱਥੋਂ ਇੱਕ ਸਨਅਤਕਾਰ ਦੀ ਅਗਵਾਈ ਚਲੇ ਗਏ ਉੱਤਰ ਪ੍ਰਦੇਸ਼। ਅੱਛਾ, ਲਖਨਊ ਚਲੇ ਗਏ। ਲਖਨਊ ਜਾ ਕੇ ਮਿਲਦੇ ਆ ਜੀ ਉਹ ਯੋਗੀ ਆਦਿੱਤਿਆਨਾਥ ਨੂੰ, ਉੱਥੋਂ ਦੇ ਮੁੱਖ ਮੰਤਰੀ ਨੂੰ, ਤੇ ਉਹਦੇ ਕੋਲ ਜਾ ਕੇ ਜੀ ਕਹਿੰਦੇ ਰੋਣੇ ਰੋ ਰਹੀ ਹੈ। ਕਹਿੰਦੇ ਜੀ ਪੰਜਾਬ ਦਾ ਹੋ ਗਿਆ ਬੁਰਾ ਹਾਲ ਜੀ, ਲਾ ਐਂਡ ਆਰਡਰ ਜਿਹੜਾ ਹੈਗਾ ਬੇਕਾਬੂ ਹੋਇਆ ਵਾ। ਕਿਸੇ ਨੂੰ ਪਤਾ ਨਹੀਂ ਕਿਹੜੇ ਵੇਲੇ ਧਮਕੀ ਵਾਲੀ ਫਰੋਤੀ ਦੀ ਧਮਕੀ ਆ ਜੇ ਜੀ ਵੀ ਭਾਈ ਦੇ ਦੇ ਇੰਨਾ ਰੁਪਈਆ, ਜੇ ਦੇ ਦੇਗੇ ਤਾਂ ਠੀਕ ਹੈ, ਤਾਂ ਨਹੀਂ ਫਿਰ ਕਰ ਤਿਆਰੀ। ਉਹ ਨਕੋਦਰ ਵਾਲਾ ਜਿਹੜਾ ਨੌਜਵਾਨ ਮੁੰਡਾ ਕੱਪੜੇ ਦਾ ਵਪਾਰੀ ਦਾ ਕਤਲ ਹੋਇਆ, ਉਹਨੂੰ ਵੀ ਇਹੀ ਧਮਕੀ ਗਈ ਸੀ ਨਾ ਵੀ 30 ਲੱਖ ਰੁਪਏ ਦਾ ਇੰਤਜ਼ਾਮ ਕਰ ਬਈ, ਜਿਹਦਾ 30 ਲੱਖ ਰੁਪਏ ਦਾ ਇੰਤਜ਼ਾਮ ਕਰ ਲੇਗਾ ਠੀਕ ਹੈ, ਤੇ ਨਹੀਂ ਫਿਰ ਤੂੰ ਦੇਖ। ਨਾਲ ਵਿਚਾਰਾ ਕੰਸਟੇਬਲ ਵੀ ਸੀ, ਉਹਦਾ ਰੰਗ ਰੱਖੇ ਕੋ ਵੀ ਮਾਰਿਆ ਗਿਆ, ਛੋਟੀ ਜਿਹੀ ਬੱਚੀ ਹੈ ਉਹਦੇ ਦੱਸੇ ਨਕੋਦਰ ਵਾਲੇ ਮਾਮਲੇ ਚ ਕੰਸਟੇਬਲ ਜਿਹੜਾ ਉਹਦੇ ਨਾਲ ਸੀ, ਕਿਉਂਕਿ ਧਮਕੀ ਪਹਿਲਾਂ ਵੀ ਆਉਂਦੀ ਹੈ ਤੇ ਪੁਲਿਸ ਨੇ ਉਹਨਾਂ ਨੂੰ ਕੰਸਟੇਬਲ ਦੇਤਾ ਸੀ। ਸੋ ਜਿਹੜਾ ਉਹ ਨੁਕਸਾਨ ਤਾਂ ਆਪਣੇ ਥਾਂ ਦੇ ਉੱਤੇ ਸਾਰਾ ਹੋ ਹੀ ਜਾਂਦਾ। ਕਹਿੰਦੇ ਜੀ ਆਹ ਕੁਛ ਹੋ ਗਿਆ ਸਾਡਾ, ਆਹ ਹੋ ਗਿਆ। ਉਹਦਾ ਦੱਸੋ ਫਿਰ ਮੇਰੇ ਲਾਇਕ ਦੱਸੋ ਸੇਵਾ ਕੀ ਹੈ। ਇਹ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਮਿਲ ਕੇ ਆਇਆ। ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪ੍ਰਾਈਵੇਟ ਗੱਲਬਾਤ ਸੱਜਣਾ ਮਿੱਤਰਾਂ ਤੋਂ ਪਤਾ ਲੱਗਿਆ, ਕਹਿੰਦੇ ਵੀ ਉਹ ਵੀ ਇਸ ਗੱਲ ਤੋਂ ਬੜਾ ਪ੍ਰਭਾਵਿਤ ਹੈ ਕਿ ਯੋਗੀ ਆਦਿੱਤਿਆਨਾਥ ਨੇ ਉੱਥੇ ਲਾ ਐਂਡ ਆਰਡਰ ਨੂੰ ਬੜਾ ਕੰਟਰੋਲ ਕੀਤਾ ਹੋਇਆ ਜੀ, ਕਿਉਂਕਿ ਉਹਨੇ ਰਹਿਣ ਹੀ ਨਹੀਂ ਨਾ ਦਿੱਤਾ ਕੋਈ। ਜਿਹੜੀ ਸੀ ਉਹ ਵੀ ਗੈਂਗਸਟਰ ਕਲਿਆਣ ਸਿੰਘ ਵਾਂਗੂ ਚੱਕਦੇ ਸਾਰੇ, ਕਲਿਆਣ ਸਿੰਘ ਵੀ ਉੱਪਰੋਂ ਜੀ ਉਹ ਕਹਿੰਦਾ ਵੀ ਜ਼ਿਆਦਾ ਬੰਦਾ ਜੇਲ੍ਹ ਚ ਹੋਊਗਾ ਗੈਂਗਸਟਰ, ਸਗੋਂ ਤਾਂ ਵਿਰੋਧੀਆਂ ਨੂੰ ਵੀ ਉਹਨਾਂ ਨੇ ਤਾਂ ਟੰਗਣਾ ਸ਼ੁਰੂ ਕਰਤਾ, ਤੇ ਜਾਂ ਉਹ ਜਹੰਨਮ ਚ ਹੋਊਗਾ ਜੀ। ਤੇ ਆ ਹੁਣ ਆਪਣਾ ਉਹ ਆਜ਼ਮ ਖਾਂ ਤੁਸੀਂ ਦੇਖੋ ਰਾਮਪੁਰ ਤੋਂ ਕਦੇ ਹਾਰਿਆ ਹੀ ਨਹੀਂ ਸੀ, ਤੇ ਐਤਕੀ ਤਾਂ ਉਹ ਡਿਸਕੁਆਲੀਫਾਈ ਹੋ ਗਿਆ ਕਿਉਂਕਿ ਸਜ਼ਾ ਹੋ ਗਈ ਕੇਸ ਦੇ ਵਿੱਚ, ਤੇ ਜਿਹੜਾ ਉਹਦਾ ਕੈਂਡੀਡੇਟ ਸੀ ਉਹ ਜਿੱਤਣ ਹੀ ਨਹੀਂ ਦਿੱਤਾ। ਉਹ ਕਹਿੰਦੇ ਵੀ ਉੱਥੇ ਤਾਂ ਜੀ ਜਿੰਨੀਆਂ ਵੋਟਾਂ ਬਾਅਦ ਦੇ ਵਿੱਚ ਹੀ ਪਈ ਗਈਆਂ ਜੀ, ਜਿੰਨੀਆਂ ਇੱਕ ਮਤਲਬ ਉਹਦੇ ਚ ਹੁੰਦੀਆਂ ਨਾ EVM ਚ ਵੋਟਾਂ ਹੁੰਦੀਆਂ, ਉਹ ਤੋਂ ਵੱਧ ਵੋਟਾਂ ਕਹਿੰਦੇ ਨਿਕਲ ਆਈਆਂ ਜੀ। ਖੈਰ ਇਹੋ ਜਿਹਾ ਕੁਛ ਕਰਾ ਕੇ ਉਹ ਕਹਿੰਦੇ ਜੀ ਤੁਹਾਡਾ ਤਾਂ ਪ੍ਰੋਗਰਾਮ ਬਹੁਤ ਵਧੀਆ। ਉਹ ਕਹਿੰਦਾ ਵੀ ਠੀਕ ਹੈ, ਲਓ ਜੀ ਹੁਣ ਉੱਥੇ ਕਹਿੰਦੇ ਉਹਨਾਂ ਨੇ ਜਿਹੜੀ ਹੈਗੀ ਹੈ ਨਿਵੇਸ਼ ਕਰਨ ਦਾ, ਉੱਥੇ ਇੰਡਸਟਰੀ ਲਾਉਣ ਦੇ ਜਿਹੜੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ MOU ਕਹਿੰਦੇ ਨੇ, ਉਹ ਸਾਈਨ ਕਰਦੇ। ਤੇ ਦਾਨੇਵਾਲੀਆ ਸਾਹਿਬ ਜਦੋਂ ਮੈਂ ਖਬਰ ਪੜ੍ਹੀ
ਪਤਾ ਕਿੰਨੇ ਕੀਤੇ? 2,30,000 ਕਰੋੜ। 2,30,000 ਕਰੋੜ ਦੇ ਮਤਲਬ ਦੇ ਜਿਹੜੇ ਹੈਗੇ ਆ ਉਹਨਾਂ ਨੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜੇ ਹੈਗੇ ਕਰ ਲਏ। ਤੇ ਟਾਰਗੇਟ ਕਹਿੰਦੇ ਜੋਗੀ ਜੀ ਦਾ 5 ਲੱਖ ਕਰੋੜ ਦਾ ਜੀ, ਵੀ ਪੰਜਾਬ ਚੋਂ 5 ਲੱਖ ਕਰੋੜ ਰੁਪਈਆ ਕਢਵਾਉਣਾ ਹੈ। ਆ ਜਿਹੜਾ ਤੁਸੀਂ ਖਾਣਾ ਪਾਇਆ ਸੀ ਨਾ, ਕਹਾਵਤ ਕੀਤੀ ਸੀ ਵੀ ਮਾਤਾ ਜੋੜੇ ਪਲੀ ਪਲੀ ਤੇ ਪੁੱਤ ਰੜਾਵੇ ਕੁੱਪਾ। ਹੁਣ ਇਹ ਤਾਂ ਵਿਚਾਰਾ ਭਗਵੰਤ ਮਾਨ ਤਾਂ ਕਦੇ ਚੇਨਈ ਵਾਲੇ ਵਪਾਰੀਆਂ ਕੋਲੇ ਜਾਂਦਾ ਤੁਰਿਆ ਫਿਰਦਾ, ਹਾਂ, ਕਦੇ ਜਾਂਦਾ ਹੈਦਰਾਬਾਦ ਵਾਲੇ ਕੋਲ, ਆਓ ਯਾਰ ਤੁਸੀਂ ਕੁਛ ਨਾ ਕੁਛ ਲਾਓ। ਉਹਦਾ ਹੁਣ ਪਤਾ ਨਹੀਂ ਕਦੋਂ ਲਾਉਣ ਆਉਣਗੇ ਕਿ ਨਹੀਂ ਆਉਣਗੇ, ਪਰ ਇਹਦੇ ਆਉਣ ਤੋਂ ਪਹਿਲਾਂ ਹੀ ਖਬਰਾਂ ਆ ਗਈਆਂ। ਉਹਦਾ ਜਿਹੜਾ ਸੀ ਇਹ ਨਹੀਂ ਪਤਾ ਵੀ ਉਹਨਾਂ ਨੇ ਨਵਾਂ ਆਪਦੇ ਕੋਲ ਨਵੀਂ ਇਨਵੈਸਟਮੈਂਟ ਕੀਤੀ ਜਾਂ ਇੱਥੋਂ ਪੱਟ ਕੇ ਲਿਆ। ਪਹਿਲਾਂ ਇੱਥੋਂ ਹੀ ਪੱਟ ਕੇ ਪਹਿਲਾਂ ਜਿਹੜੀ ਬੱਦੀ ਵਗੈਰਾ ਗਏ ਆ, ਹਿਮਾਚਲ ਪ੍ਰਦੇਸ਼ ਦੇ ਵਿੱਚ ਗਏ ਆ ਔਰ ਉੱਤਰਾਖੰਡ ਦੇ ਵਿੱਚ ਗਏ ਆ, ਉਹ ਸਾਰੇ ਇੱਥੋਂ ਗਏ ਆ। ਇਹ ਨੁਕਸਾਨ ਜਿਹੜਾ ਹੈਗਾ ਨਾ ਪੂਰਾ ਜਾਣ ਵਾਲਾ ਘੱਟ ਹੈ, ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਵਪਾਰੀ ਵਾਸਤੇ ਜੀ ਪੀਸਫੁਲ ਮਾਹੌਲ ਚਾਹੀਦਾ। ਬਹੁਤ ਇਹ ਤਾਂ ਢਿੱਲੋਂ ਸਾਹਿਬ ਦੇਖੋ, ਮੈਂ ਆਪਣੇ ਸਰੋਤਿਆਂ ਨੂੰ ਦੱਸਦੇ ਹਾਂ, ਹੁਣ ਗੜਗਾਉਂ ਕਿੰਨਾ ਚਮਕਦਾ ਤੁਸੀਂ 에ਅਰਪੋਰਟ ਤੋਂ ਉੱਤਰ। ਬਿਲਕੁਲ। ਪਰ ਜੇ ਤੁਸੀਂ ਗੱਲ ਕਰੋ 2000 ਦੇ ਨੇੜੇ ਤੇੜੇ, ਹਾਂਜੀ, ਤੇ ਗੜਗਾਉਂ ਉਦੋਂ ਕੁਝ ਵੀ ਨਹੀਂ ਸੀ। ਸੁਖਬੀਰ ਬਾਦਲ ਦਾ ਜਿਹੜਾ ਆਪਣਾ ਸੀਗਾ ਹੋਟਲ ਉਹ ਐਵੇਂ ਹੀ ਸੀ ਵੀ ਠੀਕ ਹੈ, ਨਾ ਹੀ ਕੋਈ ਬੜਾ ਇੰਟਰਸਟ ਸੀਗਾ। ਪਰ ਗੱਲ ਕੀ ਹੋਈ, ਜਦੋਂ ਨੋਇਡੇ ਦੇ ਵਿੱਚ ਕਾਲ ਸੈਂਟਰ ਸੀ, ਨੋਇਡੇ ਦੇ ਵਿੱਚ ਫੈਕਟਰੀਆਂ ਸੀ। ਨੋਇਡਾ ਤਾਂ ਯੂਪੀ ਚ ਆ ਗਿਆ, ਯੂਪੀ ਚ, ਜਿੱਥੇ ਫਿਲਮ ਹੈ ਨਾਲ ਹੀ ਦੂਜੇ ਪਾਸੇ ਜੀ। ਅੱਛਾ ਜੀ। ਗੌਤਮ ਬੁੱਧ ਨਗਰ ਕਹਿੰਦੇ ਆ, ਜ਼ਿਲ੍ਹਾ ਉਹ ਪੈਂਦਾ। ਅੱਛਾ ਜੀ। ਨੋਇਡੇ ਦਾ ਫੁੱਲ ਨਾਂ ਹੈ ਆਪਣੇ ਨਿਊ ਓਖਲਾ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ। ਅੱਛਾ। ਉਹ ਬਸ ਉਹ ਨੋਇਡਾ, ਜਿਵੇਂ ਪੁੱਡਾ ਕਹਿਣ ਲੱਗ ਪਏ, ਉਹ ਨੋਇਡਾ ਸ਼ਹਿਰ ਹੀ ਬਣ ਗਿਆ। ਠੀਕ ਹੈ ਜੀ। ਢਿੱਲੋਂ ਸਾਹਿਬ, ਜੇਕਰ ਬਲਰਾਮ ਜਾਖੜ ਹੋਵੇ ਕੇਂਦਰ ਦਾ ਐਗਰੀਕਲਚਰ ਮਿਨਿਸਟਰ, ਹਾਂਜੀ, ਉਹਦੇ ਪੋਤੇ ਦੀ ਹੋਵੇ ਨੋਇਡੇ ਗੱਦਿਆਂ ਦੀ ਫੈਕਟਰੀ, ਅੱਛਾ ਜੀ, ਤੇ ਉਹਨੂੰ ਮਹੀਨਾ ਦੇਣਾ ਪੈ ਜੇ ਬਦਮਾਸ਼ਾਂ ਨੂੰ, ਹਾਂ ਫਿਰ ਕੀ ਕਹੋਗੇ? ਠੀਕ ਹੈ। ਉੱਥੋਂ ਫਿਰ ਢਿੱਲੋਂ ਸਾਹਿਬ ਜਦੋਂ ਕੁੜੀਆਂ ਨੇ ਵੇਲੇ ਕਾਲ ਸੈਂਟਰ ਵਾਲੀਆਂ ਨੇ ਜਾਣਾ, ਹੋਰ ਜਾਣਾ, ਤੇ ਬਹੁਤ ਦੁਖੀ ਹੋਏ। ਫਿਰ ਆ ਤੁਹਾਡੇ ਬੜੇ ਮਸ਼ਹੂਰ ਜਿਹੜੇ ਬਿਲਡਰ ਹੈ ਜਿਨ੍ਹਾਂ ਦਾ ਪੰਗਾ ਪਿਆ ਹੋਇਆ ਇਹਨਾਂ ਦੇ ਨਾਲ ਸਾਂਝ ਗਾਂਢ ਦੇ ਵਿੱਚ, ਪ੍ਰਿੰਕਾ ਗਾਂਧੀ ਦੇ ਘਰ ਵਾਲੇ ਨਾਲ, ਇਹਨਾਂ ਨੇ ਜੀ 에ਅਰਪੋਰਟ ਤੋਂ ਜਦੋਂ ਗੜਗਾਉਂ ਵੜਦੇ ਆ ਨਾ, DLF, ਇਹਨਾਂ ਨੇ 2 ਟਾਵਰ ਖੜੇ ਕਰਤੇ। ਅੱਛਾ ਜੀ। ਤੇ ਮੁਫਤ ਹੀ ਦੇਤੀ ਢਿੱਲੋਂ ਸਾਹਿਬ ਉਹਨਾਂ ਨੂੰ ਜਗ੍ਹਾ, ਵੀ ਤੁਸੀਂ ਵਰਤੋ, ਇੱਥੇ ਲਿਆਓ ਕਾਲ ਸੈਂਟਰ। ਪਰ ਢਿੱਲੋਂ ਸਾਹਿਬ ਫਿਰ ਕੁੱਪਾ ਹੀ, ਤੁਹਾਡੇ ਵਾਲੇ ਗਏ ਕੁੱਪਾ ਹੀ ਰੁੜ ਗਿਆ ਉਹਨਾਂ ਦਾ ਨਾ, ਫਿਰ ਉਧਰੋਂ ਬੰਦ ਹੋ ਗਿਆ, ਇੱਕਦਮ ਬੰਦ ਹੋ ਗਿਆ। ਤੇ ਢਿੱਲੋਂ ਸਾਹਿਬ ਨੋਇਡਾ ਦਾ ਜਿਹੜਾ ਫੈਕਟਰੀਆਂ, ਤੇ ਗ੍ਰੇਟਰ ਨੋਇਡਾ ਉਦੋਂ ਨਵਾਂ ਕੱਟਦੇ ਸੀ, ਤੇ ਉੱਥੇ ਹੀ ਦੇਖ ਲਓ, ਇੰਨੇ ਸਾਲ ਹੋ ਗਏ, ਗ੍ਰੇਟਰ ਨੋਇਡਾ ਨਹੀਂ ਵੱਧ ਸਕਿਆ। ਠੀਕ ਹੈ, ਕੀਮਤਾਂ ਉਹ ਸਵਾਦ ਨਹੀਂ ਆਇਆ। ਤੇ ਜਿਹੜਾ ਗੜਗਾਉਂ ਆ ਗਿਆ, ਤੇ ਗੜਗਾਉਂ ਨੇ ਵੱਡੇ ਲੀਡਰਾਂ ਦੇ, ਵੱਡੇ ਅਫਸਰਾਂ ਦੇ, ਤੇ ਤੁਹਾਨੂੰ ਪਤਾ ਉਹ ਜਿਹੜਾ ਸਰਸੇ ਵਾਲਾ ਹੋਮ ਮਿਨਿਸਟਰ ਸੀ, ਇਹੋ ਜਿਹਿਆਂ ਤੇ ਕੀ ਕਹਿੰਦੇ, ਹਵਾਈ ਜੁੱਤੀਆਂ ਦੀਆਂ ਦੁਕਾਨਾਂ ਤੋਂ ਲੈ ਕੇ ਤੇ ਹਵਾਈ ਜਹਾਜ਼ ਦੀਆਂ ਦੁਕਾਨਾਂ ਬਣਾ ਦਿੱਤੀਆਂ। ਮਤਲਬ ਜਿਹੜਾ ਨੋਇਡਾ ਹੈ, ਨੋਇਡਾ ਤਾਂ ਆਪਾਂ ਕਹਿ ਦਾਂਗੇ ਵੀ ਔਖਲਾ ਹੀ ਰਹਿ ਗਿਆ ਬਸ। ਤੇ ਇਹ ਜਿਹੜਾ ਗੁੜਗਾਉਂ ਸੀ, ਇਹ ਬਣ ਗਿਆ ਗੁਰੂਗ੍ਰਾਮ। ਗੁਰੂਗ੍ਰਾਮ ਬਣਨ ਦਾ ਅਸਲ ਜਿਹੜਾ ਮੰਤਰ ਇਹੀ ਸੀ ਬਸ। ਇਹ ਮੰਤਰ ਸੀ ਕਿ ਉੱਥੇ ਜਿਹੜੀ ਹੈਗੀ ਉਹ ਬਦਮਾਸ਼ੀ ਨੇ ਰੋੜਤਾ। ਬਦਮਾਸ਼ੀ ਤਾਂ ਦੇਖੋ, ਇਹ ਮੰਨਣੀ ਪੈਣੀ ਆਪਾਂ ਨੂੰ ਗੱਲ, ਕਿ ਜਿੰਨੀ ਗੈਂਗਸਟਰ, ਜੇ ਅੱਜ ਵੀ ਆਪਾਂ ਦੇਖੀਏ, ਅੱਜ ਵੀ ਵੈਪਨ ਵਗੈਰਾ ਗੈਂਗਸਟਰ ਜਿਹੜੇ ਯੂਪੀ ਦੇ ਵਿੱਚੋਂ ਪੰਜਾਬ 'ਚ ਵੀ ਆਉਂਦੇ, ਬਿਲਕੁਲ। ਔਰ ਉੱਥੇ ਇਹ ਗੱਲ ਆਪਾਂ ਨੂੰ ਮੰਨਣੀ ਪੈਣੀ ਹੈ ਕਿ ਚਲੋ ਵਿੱਚੋਂ ਕਈ ਵਾਰੀ ਜਿਵੇਂ ਆਪਾਂ ਇਹ ਤਾਂ ਜਸਟੀਫਾਈ ਤਾਂ ਨਹੀਂ ਕਰ ਸਕਦੇ ਕਿ ਬੰਦੇ ਮਾਰ ਦਿਓ, ਪਰ ਜਿਸ ਢੰਗ ਦੇ ਨਾਲ ਉੱਥੇ ਉਹਨੇ ਸਖਤੀ ਕੀਤੀ ਹੈ, ਉਹਦਾ ਨਤੀਜਾ ਤਾਂ ਉੱਥੇ ਸਾਫ਼ ਹੀ ਹੈ ਨਾ। ਆਪਣੇ ਹੁਣ ਜਿਹੜੀ ਹੈਗੀ ਹੈ, ਕਿਉਂਕਿ ਜਿੰਨੀ ਆਪਾਂ ਖੁੱਲ੍ਹ ਵਾਲੀ ਗੱਲ ਕਰਾਂਗੇ ਤਾਂ ਉਹਦਾ ਖੁੱਲ੍ਹ ਦਾ ਫਿਰ ਨਤੀਜਾ ਤਾਂ ਮਾੜਾ ਨਿਕਲਦਾ। ਇਸ ਵੇਲੇ ਤਾਂ ਅਮਨ ਕਾਨੂੰਨ ਦੀ ਸਥਿਤੀ ਨੂੰ ਤਾਂ ਦੇਖੀ, ਜਿਹੜੀ ਸਾਡੀ ਵੱਡੀ ਗੱਲ ਹੈ ਅਮਨ ਕਾਨੂੰਨ ਦੀ, ਕਿ ਇੱਥੋਂ ਦੇ ਲਾਅ ਐਂਡ ਆਰਡਰ ਨੂੰ ਜਿਹੜੀ ਚੁਣੌਤੀ ਆ, ਉਹ ਇੱਥੋਂ ਵਾਲੇ ਨਾਲੋਂ ਜਿਹੜੇ ਲੋਕ ਬਾਹਰ ਬੈਠੇ ਹੈ ਉਹਨਾਂ ਤੋਂ ਜ਼ਿਆਦਾ ਹੈ। ਮੇਰਾ ਖਿਆਲ ਹੈ ਵੀ ਯੂਪੀ ਦੇ ਵਿੱਚੋਂ ਲੋਕ ਜਿਵੇਂ ਪੰਜਾਬ ਚੋਂ ਬਾਹਰ ਗਏ ਆ, ਇਸ ਤਰ੍ਹਾਂ ਵੀ ਨਹੀਂ ਨਾ ਗਏ ਹੋਏ ਜੀ, ਵੀ ਗੈਂਗਸਟਰਾਂ ਨਾਲ ਬਾਹਰੋਂ ਜਾ ਕੇ ਉਹ ਆਪਣੇ ਹੈੱਡਕੁਆਟਰ ਉੱਥੇ ਬਣਾ ਕੇ ਤੇ ਇੱਥੇ ਆਪਣੇ ਗੁਰਗਿਆਂ ਦੇ ਰਾਹੀਂ ਆਪਦਾ ਕੰਮ ਚਲਾਈ ਜਾਣ। ਹੁਣ ਤੁਸੀਂ ਦੇਖੋ ਵੀ ਜਿਹੜਾ ਨਕੋਦਰ ਵਾਲਾ ਕਾਰੋਬਾਰ ਹੋਇਆ, ਉਹਦੇ ਵਿੱਚੋਂ ਬੰਦੇ ਨੇ ਕਹਿੰਦੇ ਪਹਿਲੀ ਵਾਰੀ ਆਪਦਾ ਗੈਂਗ ਬਣਾਇਆ ਸੀ, ਤੇ ਮੁੰਡੇ ਵੀ ਇੱਧਰ ਆਪਣੇ ਜ਼ਿਲ੍ਹੇ ਵਾਲੇ ਸੀ, ਇੱਥੋਂ ਲਿਜਾ ਕੇ ਬਣਾਏ ਸੀ। ਉਹਦਾ ਫਿਰ ਨੁਕਸਾਨ ਤਾਂ ਬਿਲਕੁਲ, ਜਿਵੇਂ ਢਿੱਲੋਂ ਸਾਹਿਬ ਦੱਸਿਆ ਨਾ, ਜਦੋਂ 92 ਬਣਿਆ ਕਲਿਆਣ ਸਿੰਘ, ਜਦੋਂ 97 ਚ ਆ ਕੇ ਬਣਿਆ, ਪਰ ਉਦੋਂ ਨੂੰ ਤਾਂ ਭਾਂਡਾ ਟਿੰਡਾ ਇਹਨਾਂ ਦਾ ਇੱਧਰ ਖਿੱਲਰ ਗਿਆ ਸੀ, ਫਿਰ ਇਹਨੇ ਜਾ ਕੇ ਠੱਲ ਪਾਈ ਉਦੋਂ ਬਦਮਾਸ਼ਾਂ ਨੂੰ। ਉਹ 92 ਦੇ ਵਿੱਚ ਤਾਂ ਫਿਰ ਬਾਬਰੀ ਮਸਜਿਦ ਵੇਲੇ ਸਰਕਾਰ ਇਹ ਟੁੱਟ ਗਈ ਸੀ ਨਾ, ਉਦੋਂ ਤਾਂ ਉਹਦੀ ਸੀ ਨਾ, ਮੁਲਾਇਮ ਸਿੰਘ ਯਾਦਵ ਦੀ। ਨਹੀਂ, ਕਲਿਆਣ ਸਿੰਘ ਸੀ ਜੀ। 92 ਵੇਲੇ ਕਲਿਆਣ ਸਿੰਘ ਸੀ ਜਦੋਂ ਬਾਬਰੀ ਮਸਜਿਦ ਢਾਈ ਹੈ। ਅੱਛਾ,
ਜਦੋਂ ਇਹਨੇ ਹੀ ਐਫੀਡੈਵਿਟ ਦਿੱਤਾ ਸੀ ਨਾ ਸੁਪਰੀਮ ਕੋਰਟ 'ਚ ਓਕੇ ਕਿ ਮੈਂ ਪ੍ਰੋਟੈਕਟ ਕਰੂੰਗਾ ਬਾਬਰੀ ਮਸਜਿਦ ਨੂੰ, ਜਦੋਂ ਉਹ ਢਹਿ ਗਈ ਤੇ ਫਿਰ ਉਸੇ ਵੇਲੇ ਜਿਹੜੀ ਹੈਗੀ ਹੈ ਹਾਂ ਦਸੰਬਰ 92 ਦੇ ਵਿੱਚ ਇਹ ਸੀਗਾ ਉਦੋਂ। ਹਾਂ 6 ਦਸੰਬਰ 1992 ਨੂੰ ਮਤਲਬ ਜਿਹੜੀ ਹੈਗੀ ਹੈ ਉਹ ਤੋਂ ਬਾਅਦ ਫਿਰ ਇਹ ਸਰਕਾਰ ਟੁੱਟ ਗਈ ਸੀ। ਤੋਂ ਜਾਂ ਇਹਨੇ ਮੁਲਾਇਮ ਸਿੰਘ ਉਹਦੇ ਅਸਤੀਫਾ ਦਿੱਤਾ, ਫਿਰ ਮੁਲਾਇਮ ਸਿੰਘ ਬਣ ਗਿਆ ਸੀ। ਮੁਲਾਇਮ ਸਿੰਘ ਬਣ ਗਿਆ, ਮੁਲਾਇਮ ਸਿੰਘ ਉਹ ਤੋਂ ਬਾਅਦ ਬਣਿਆ। ਫਿਰ ਮੁਲਾਇਮ ਸਿੰਘ ਜਦੋਂ ਉਹਨੇ ਸਖਤੀ ਕੀਤੀ ਫਿਰ ਹੀ ਮੁਲਾਇਮ ਸਿੰਘ ਦਾ ਨਾਂ ਇਹਨਾਂ ਨੇ ਬਦਲ ਦਿੱਤਾ ਸੀ ਨਾ, ਮੁਲਾਇਮ ਖਾਨ ਵਗੈਰਾ। ਕਿਉਂਕਿ ਬਿਲਕੁਲ ਉਦੋਂ ਥੋੜੀ ਦੇਰ ਪ੍ਰੈਜ਼ੀਡੈਂਸ਼ੀਅਲ ਰੂਲ ਰਿਹਾ। ਹਾਂਜੀ ਉਹ ਤੋਂ ਬਾਅਦ ਫਿਰ ਜਿਹੜੀ ਨਵੀਂ ਚੋਣ ਹੋਈ ਹੈ ਉਹਦੇ 'ਚ ਹੋਇਆ ਸੀ ਜੀ। ਤੇ ਹੁਣ ਢਿੱਲੋਂ ਸਾਹਿਬ ਗੱਲ ਕਰੀਏ ਲਤੀਫਪੁਰੇ ਮਾਮਲੇ ਦੇ ਉੱਤੇ। ਲਤੀਫਪੁਰਾ ਵੀ ਮੈਨੂੰ ਲੱਗਦਾ ਲਤੀਫਾ ਬਣਾਊ ਸਰਕਾਰ ਦਾ। ਬਿਲਕੁਲ ਜੀ ਬਿਲਕੁਲ। ਲਤੀਫਪੁਰਾ ਜਿਹੜਾ ਹੈਗਾ ਉਹ ਕੰਮ ਵੱਧਦਾ ਜਾ ਰਿਹਾ ਹੈ। ਕੱਲ ਕਿਉਂਕਿ ਜਿਹੜੇ SC ST ਕਮਿਸ਼ਨ ਦੇ ਚੇਅਰਮੈਨ ਨੇ ਵਿਜੇ ਕੁਮਾਰ ਸਾਂਪਲਾ, ਉਹ ਵੀ ਜਲੰਧਰ ਨੂੰ ਬਿਲੋਂਗ ਕਰਦੇ, ਉਹ ਕੱਲ ਉੱਥੇ ਆਏ ਸੀ ਜੀ। ਪਹਿਲਾਂ ਤਾਂ ਉਹ ਲਤੀਫਪੁਰੇ ਦੇ ਜਿਹੜੇ ਪੀੜਤ ਹੈ ਉਹਨਾਂ ਨੂੰ ਮਿਲਣ ਵਾਸਤੇ ਗਏ। ਪਹਿਲਾਂ ਉਹਨਾਂ ਨੇ ਸਰਕਟ ਹਾਊਸ ਕਿਹਾ ਵੀ ਉਹਨਾਂ ਨੂੰ ਬੁਲਾਓ ਜੀ, ਲੇਕਿਨ ਕੋਈ ਆਇਆ ਨਹੀਂ ਕਿਉਂਕਿ ਬਾਈਕਾਟ ਵਾਲੀ ਗੱਲ ਸੀ। ਫਿਰ ਉਹ ਆਪ ਗਏ, ਆਪ ਜਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਉਹਨਾਂ ਨੇ ਇੱਕ ਅਫਸਰਾਂ ਦੀ ਮੀਟਿੰਗ ਬੁਲਾਈ ਜੀ। ਅਫਸਰਾਂ ਦੀ ਮੀਟਿੰਗ ਬੁਲਾ ਕੇ ਉਹਨਾਂ ਨੇ ਪੁੱਛਿਆ ਡਿਪਟੀ ਕਮਿਸ਼ਨਰ ਨੂੰ ਤੇ ਸਾਰੇ ਅਫਸਰਾਂ ਨੂੰ ਕਿ ਇਹ ਜਿਹੜੇ ਬੰਦਿਆਂ ਨੂੰ ਤੁਸੀਂ ਇੱਥੋਂ ਉਜਾੜਿਆ ਇਹਨਾਂ ਦੇ ਵਿੱਚੋਂ ਦਲਿਤ ਕਿੰਨੇ ਜੀ। ਉਹ ਦੱਸ ਨਹੀਂ ਸਕੇ ਕਿਉਂਕਿ ਇਹ ਕਿਹੜਾ ਕੋਈ ਮਰਦਮਸ਼ੁਮਾਰੀ ਹੋ ਰਹੀ ਸੀ ਕਿ ਕਿਹੜਾ ਕਿਸ ਭਾਈਚਾਰੇ ਨਾਲ ਸੰਬੰਧਿਤ। ਕਹਿੰਦੇ ਸਾਨੂੰ ਪਤਾ ਨਹੀਂ, ਨਾ ਹੀ ਅਸੀਂ ਇਸ ਮਾਮਲੇ 'ਤੇ ਕੋਈ ਕੰਮ ਕਰਦੇ ਹਾਂ ਜੀ। ਫਿਰ ਉਹਨਾਂ ਨੇ ਸਵਾਲ ਕੀਤਾ ਕਿ 70 ਸਾਲਾਂ ਤੋਂ ਇਹ ਬੰਦੇ ਰਹਿ ਰਹੇ ਆ, ਪਾਕਿਸਤਾਨ 'ਚੋਂ ਉਜੜ ਕੇ ਆਏ ਹੈ, ਰਾਸ਼ਨ ਕਾਰਡ ਇਹਨਾਂ ਦੇ ਬਣੇ ਹੋਏ ਆ, ਬਿਜਲੀ ਕੁਨੈਕਸ਼ਨ ਇਹਨਾਂ ਦੇ ਲੱਗੇ ਹੋਏ ਆ, ਪਾਣੀ ਦੇ ਕੁਨੈਕਸ਼ਨ ਇਹਨਾਂ ਦੇ ਲੱਗੇ ਹੋਏ ਆ, ਇਹਨਾਂ ਨੂੰ ਇਸ ਤਰ੍ਹਾਂ ਉਜਾੜਿਆ ਕਿਉਂ ਜੀ। ਅਗਲੀ ਗੱਲ ਉਹਨੇ ਕਿ ਕੁਝ ਲੋਕ ਤਾਂ ਇਹਨਾਂ ਦੇ ਵਿੱਚ ਉਹ ਹੈ ਜਿਨ੍ਹਾਂ ਦੇ ਕੋਲੇ ਰਜਿਸਟਰੀਆਂ ਵੀ ਹੈਗੀਆਂ ਹੋਣਗੇ, ਪੱਕਾ ਜਿਨ੍ਹਾਂ ਦੇ ਨਾਂ ਇੰਤਕਾਲ ਵੀ ਹੈਗੇ ਹੈ, ਉਹਨਾਂ ਨੂੰ ਤੁਸੀਂ ਕਿਉਂ ਉਜਾੜਿਆ ਇਹਦੇ ਬਾਰੇ ਦੱਸੋ ਤੇ ਲਿਆਓ ਜੀ। ਕਹਿੰਦੇ ਰਿਕਾਰਡ ਦਿਓ, ਤੁਹਾਡੇ ਕੋਲੇ ਜਿਹੜਾ ਹੈਗਾ ਹੁਕਮ ਹੈ ਕਿ ਜਿਹੜਾ ਕਿਹੜਾ ਹੁਕਮ ਹੈ ਸੁਪਰੀਮ ਕੋਰਟ ਦਾ ਉਹ ਦਿਖਾਓ। ਡਿਪਟੀ ਕਮਿਸ਼ਨਰ ਕਹਿੰਦੇ ਜੀ ਟਰਸਟ ਵਾਲਿਆਂ ਕੋਲੇ ਹੈ, ਮੇਰੇ ਕੋਲ ਤਾਂ ਹੈ ਨਹੀਂ। ਤੇ ਫਿਰ ਆਰਡਰ ਤੇ ਮੈਂ ਟਰਸਟ ਵਾਲਿਆਂ ਤੋਂ ਮੰਗਿਆ ਸੀ ਤੇ ਟਰਸਟ ਵਾਲਿਆਂ ਨੇ ਮੈਨੂੰ ਦਿੱਤਾ ਨਹੀਂ। ਜਿਹੜੇ ਟਰਸਟ ਦੇ ਚੇਅਰਪਰਸਨ ਹੈਗੇ ਉੱਥੇ ਉਹ ਹੈ ਮਿਸਟਰ ਸੰਘੇੜਾ, ਹਾਂ ਜਗਤਾਰ ਸਿੰਘ ਸੰਘੇੜਾ, ਆਮ ਆਦਮੀ ਪਾਰਟੀ ਦੇ। ਉਹ ਕਹਿੰਦਾ ਜੀ ਮੈਨੂੰ ਤਾਂ ਨਾਲ ਦੀ ਨਾਲ ਹੀ ਉਹ ਕਹਿੰਦਾ ਮੈਨੂੰ ਤਾਂ ਆਏ ਨੂੰ ਕੁਝ ਦਿਨ ਹੋਏ, ਮੈਥੋਂ ਪਹਿਲਾਂ ਚੇਅਰਮੈਨੀ ਜਿਹੜੀ ਹੈਗੀ DC ਸਾਹਿਬ ਕੋਲ ਹੀ ਸੀ ਤੇ ਰਿਕਾਰਡ ਤਾਂ ਸਾਰਾ ਇਹਨਾਂ ਕੋਲ ਹੀ ਸੀ। ਅੱਛਾ। ਉਹਦਾ ਜੀ ਮੈਨੂੰ ਤਾਂ ਪਤਾ ਨਹੀਂ, ਮੈਨੂੰ ਤਾਂ ਦਿੱਤੇ ਨਹੀਂ, ਮੈਨੂੰ ਤਾਂ ਪਤਾ ਨਹੀਂ ਵੀ ਕਿਹਦਾ ਕੀ ਹੁਕਮ ਹੈ ਕੀ ਨਹੀਂ ਹੁਕਮ। ਉਹ ਕਹਿੰਦਾ ਜੀ ਜੇ ਤੁਹਾਨੂੰ ਇਹ ਨਹੀਂ ਪਤਾ ਵੀ ਤੁਹਾਡਾ ਹੁਕਮ ਕੀ ਹੈ ਤੇ ਜਿਹੜੇ ਫਿਰ ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤੇ ਕਿਹਨੇ ਕੀਤਾ, ਉਹ ਕਿਹਨੇ ਕੀਤੇ, ਆਰਡਰ ਕਿਹਨੇ ਕੀਤੇ, ਉਹ ਕਿੱਥੋਂ ਕੀਤੇ। ਲਓ ਜੀ, ਉਹ ਤੋਂ ਬਾਅਦ ਸਾਂਪਲਾ ਸਾਹਿਬ ਨੇ ਫਿਰ ਪੁੱਛਿਆ ਕਮਿਸ਼ਨਰ ਨੂੰ, ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਕਿ ਇਹ ਢਾਵਾ ਢੋਈ ਭਾਈ ਕਾਹਦੇ ਨਾਲ ਕੀਤੀ ਗਈ ਹੈ। ਮਸ਼ੀਨਾਂ ਨਾਲ। ਮਸ਼ੀਨਾਂ ਕਿਹਦੀਆਂ ਸੀ? ਕਹਿੰਦੇ ਜੀ ਕਾਰਪੋਰੇਸ਼ਨ ਦੀਆਂ। ਇਹ ਮਸ਼ੀਨਾਂ ਕਿਵੇਂ ਪਹੁੰਚੀਆਂ? ਤੂੰ ਹੁਕਮ ਦਿੱਤਾ ਸੀ। ਕਹਿੰਦਾ ਜੀ ਮੈਂ ਤਾਂ ਦਿੱਤਾ ਨਹੀਂ। ਮੁੱਕਰ ਗਏ ਉਹ। ਫਿਰ ਕਹਿੰਦੇ ਤੂੰ ਹੁਕਮ ਨਹੀਂ ਦਿੱਤਾ ਤੇ ਫਿਰ ਪਹੁੰਚੀਆਂ ਕਿਵੇਂ? ਇਹਦਾ ਕੋਈ ਜਵਾਬ ਨਹੀਂ, ਟਰਸਟ ਵਾਲਿਆਂ ਦਾ ਕੋਈ ਜਵਾਬ ਨਹੀਂ। ਮਤਲਬ ਤੁਸੀਂ ਇਹ ਦੇਖੋ ਕਿ ਕੋਈ ਆਪਸ ਵਿੱਚ ਉਹਨਾਂ ਦੀ ਕੋਆਰਡੀਨੇਸ਼ਨ ਨਹੀਂ। ਬਸ ਚੱਕ ਤੋਂ ਹੋ ਗਈ, ਬਸ ਪਤਾ ਨਹੀਂ ਕਿੱਥੋਂ ਹੁਕਮ ਆਇਆ ਤੇ ਕਿੱਥੋਂ ਨਹੀਂ ਹੁਕਮ ਆਇਆ, ਨਤੀਜਾ ਇਹ ਹੋਇਆ। ਇਹਦੇ ਤੇ ਸਾਂਪਲਾ ਸਾਹਿਬ ਫਿਰ ਕਾਫੀ ਡਾਢੇ ਨਾਰਾਜ਼ ਹੋਏ। ਡਾਢੇ ਨਾਰਾਜ਼ ਹੋਣ ਤੋਂ ਬਾਅਦ ਜੀ ਫਿਰ ਉਹਨਾਂ ਨੇ ਆਰਡਰ ਪਾਸ ਕਰਤਾ। ਉਹਨਾਂ ਨੇ ਕਹਿੰਦੇ ਜੀ ਤਲਬ ਕਰ ਲਿਆ ਪੰਜਾਬ ਦੇ ਚੀਫ ਸੈਕਟਰੀ ਨੂੰ, ਲੋਕਲ ਬਾਡੀ ਦੇ ਜਿਹੜੇ ਹੈਗੇ ਪ੍ਰਿੰਸੀਪਲ ਸੈਕਟਰੀ ਉਹਨਾਂ ਨੂੰ, ਡਿਪਟੀ ਕਮਿਸ਼ਨਰ ਜਲੰਧਰ, ਟਰਸਟ ਵਾਲਿਆਂ ਨੂੰ, ਜਿੰਨਾ ਮਤਲਬ ਅਮਲਾ ਫੈਲਾ ਸੀ ਇਹਨਾਂ ਨੂੰ ਸਾਰਿਆਂ ਨੂੰ ਕਰ ਲਿਆ ਵੀ ਤੁਸੀਂ ਆਓ, ਤੁਹਾਨੂੰ ਆ ਕੇ ਕਰਾਂ ਦਿੱਲੀ ਆਓ, ਦਿੱਲੀ ਤੁਹਾਡੇ ਨਾਲ ਗੱਲ ਕਰਾਂਗੇ। ਸਾਂਪਲਾ ਉੱਥੇ ਕਿਉਂਕਿ ਉਹਨਾਂ ਦਾ ਦਫ਼ਤਰ ਆ ਉੱਥੇ, ਤੇ ਇਹਨਾਂ ਨੂੰ ਬੁਲਾਇਆ ਜੀ 10 ਜਨਵਰੀ ਨੂੰ। ਹੁਣ 10 ਜਨਵਰੀ ਨੂੰ ਆਪਦਾ ਅਮਲਾ ਫੈਲਾ ਲੈ ਕੇ ਉੱਥੇ ਪਹੁੰਚਣਗੇ। ਔਰ ਇਹਦੇ 'ਚ ਹੁਣ ਅਗਲੀ ਗੱਲ ਦਾਨੇਵਾਲੀਆ ਸਾਹਿਬ ਜਿਹੜੀ ਹੋਰ ਹੋ ਰਹੀ ਹੈ ਨਾ ਜੀ, ਉਹ ਦੇਖਣ ਵਾਲੀ ਗੱਲ ਹੈ। ਤੁਸੀਂ ਇਹਨਾਂ ਦਿਨਾਂ ਦੇ ਵਿੱਚ ਦੇਖੋ, ਆਪਾਂ ਪਾਰਲੀਮੈਂਟ ਦੀ ਗੱਲ ਪਹਿਲਾਂ ਵੀ ਕਰਕੇ ਹਟੇ ਹਾਂ। ਪਾਰਲੀਮੈਂਟ ਦੇ ਵਿੱਚ ਲੋਕ ਸਭਾ 'ਚ ਤਾਂ ਮੈਂਬਰ ਆਮ ਆਦਮੀ ਪਾਰਟੀ ਦਾ ਕੋਈ ਹੈ ਨਹੀਂ, ਬਿਲਕੁਲ। ਲੇਕਿਨ ਰਾਜ ਸਭਾ ਦੇ ਵਿੱਚ ਇਹਨਾਂ ਦੇ ਬੜੇ ਪ੍ਰੋਮੀਨੈਂਟ ਬੰਦੇ, ਬੜੇ ਸੀਨੀਅਰ ਬੰਦੇ, ਜਿਵੇਂ ਹੁਣ ਸੰਜੇ ਸਿੰਘ ਹੈ। ਬਿਲਕੁਲ। ਸੰਜੇ ਸਿੰਘ ਜਦੋਂ ਕਦੇ ਵੀ ਬੋਲਦਾ ਤੇ ਉਹਦਾ ਨੋਟਿਸ ਲਿਆ ਜਾਂਦਾ। ਬਿਲਕੁਲ ਹੀ ਉਹੀ ਬੋਲਦਾ ਵੈਸੇ ਹੁਣ ਤਾਂ। ਨਹੀਂ ਹੁਣ ਹੋਰ ਨਵੀਂ ਗੱਲ ਹੋ ਗਈ। ਹੁਣ ਅੱਜ ਕੱਲ ਤੁਸੀਂ ਦੇਖਣਾ ਕਿ ਕੋਈ ਗੱਲ ਕਦੋਂ ਹੀ ਹੋਵੇ ਤੇ ਰਾਘਵ ਚੱਡਾ ਮੂਹਰੇ ਹੈ ਸਭ ਤੋਂ। ਅੱਛਾ, ਅੱਜ ਕੱਲ ਰਾਘਵ ਚੱਡਾ ਪ੍ਰਮੋਟ ਕੀਤਾ ਹੈ। ਹਾਂ, ਰਾਘਵ ਚੱਡੇ ਨੇ। ਹੁਣ ਤੁਸੀਂ ਇਹ ਦੇਖੋ ਕਿ ਰਾਘਵ ਚੱਡਾ ਬੇਅਦਬੀ ਦੇ ਮਾਮਲੇ ਤੇ ਵੀ ਸਵਾਲ ਕਰਨ ਲੱਗ ਗਿਆ ਕਿ ਬੇਅਦਬੀ ਵਾਲੇ ਮਾਮਲੇ 'ਚ, ਬੇਅਦਬੀ ਦੇ ਮਾਮਲੇ 'ਚ ਤਾਂ ਸਰਕਾਰ ਤਾਂ ਤੁਹਾਡੀ ਹੈ ਪੰਜਾਬ ਦੇ ਵਿੱਚ। ਹਾਂ ਬਿਲਕੁਲ, ਹੋਰ ਕਿਹਨੇ ਕਰਨਾ? ਠੀਕ ਹੈ, ਧਰਤੀ ਹੇਠਲੇ ਪਾਣੀ ਵਾਲੀ ਗੱਲ ਜੇ ਉਹ ਕਰਨੀ, ਮੇਰੇ ਖਿਆਲ ਸ਼ਾਇਦ ਉਹ ਵੀ ਕੱਲ ਨੂੰ ਕਰ ਸਕਦੇ। ਸਰਕਾਰ ਤੁਹਾਡੀ ਹੈ ਜੀ। ਜਿਸ ਢੰਗ ਦੇ ਨਾਲ ਰਾਘਵ ਚੱਡਾ ਅੱਜ ਕੱਲ ਪਾਰਲੀਮੈਂਟ ਦੇ ਵਿੱਚ ਬੋਲਦਾ ਹੈ, ਸਵਾਲ ਰੱਖਦਾ ਹੈ, ਤੇ ਫਿਰ ਬਾਹਰੋਂ ਆ ਕੇ ਉਹਨੂੰ ਪਬਲਿਸਿਟੀ ਮਿਲਦੀ ਹੈ ਮੀਡੀਆ 'ਚ। ਉਹ ਤਾਂ ਫਿਰ ਉਹ ਪੋਜ਼ਿਟਿਵ ਪਬਲਿਸਿਟੀ ਮਿਲਦੀ ਹੈ। ਤੇ ਜਿਹੜੀ ਮਾੜੀ ਗੱਲ ਆਉਂਦੀ ਹੈ ਨੈਗੇਟਿਵਿਟੀ, ਉਹ ਫਿਰ
ਸੰਜੇ ਸਿੰਘ। ਉਹ ਮਾਨ ਸਾਹਿਬ ਦੇ ਮਾਨ ਸਾਹਿਬ ਦੇ ਖਾਤੇ 'ਚ ਪਈ ਜਾਂਦੀ ਹੈ। ਹੁਣ ਤੁਸੀਂ ਦੇਖੋ ਲਤੀਫਪੁਰੇ ਵਾਲੀ, ਤੁਸੀਂ ਕਿਹਾ ਲਤੀਫਪੁਰਾ ਲਤੀਫ ਬਣਾਊਗਾ ਸਰਕਾਰ ਦਾ, ਹੂੰ ਇਹ ਮਾੜਾ ਕੰਮ ਹੈ ਜੀ, ਜਿਹਦੇ ਨਾਲ ਕਿਸੇ ਨੂੰ ਉਜਾੜਨਾ। ਸਿਆਲ ਦੇ ਮੌਸਮ ਦੇ ਬਿਲਕੁਲ, ਵਿੱਚ ਬਿਲਕੁਲ। ਛੋਟੇ ਛੋਟੇ ਬੱਚਿਆਂ ਦੀ ਹਾਲਤ ਕਿੰਨੀ ਮਾੜੀ ਹੁੰਦੀ ਹੈ। ਹੂੰ ਉਹਦਾ ਨਤੀਜਾ ਇਹ ਹੈ ਕਿ ਇਹ ਉਹਨਾਂ ਦੇ ਪੱਲੇ ਪੈ ਗਿਆ। ਉਧਰੋਂ ਤੁਹਾਡਾ ਜਿਹੜਾ ਹੈਗਾ ਜੀਰੇ ਵਾਲਾ ਫੈਕਟਰੀ ਵਾਲਾ ਮਾਮਲਾ, ਇਹ ਵੀ ਇਹਨਾਂ ਦੇ ਪੱਲੇ ਪੈ ਗਿਆ। ਜੀ, ਮੈਨੂੰ ਤਾਂ ਇਉਂ ਲੱਗਦਾ ਹੈ ਹੂੰ ਕਿਤੇ ਇਹ ਪਲੈਨਿੰਗ ਦੇ ਨਾਲ ਤਾਂ ਨਹੀਂ ਸਾਰਾ ਕੁਝ ਹੋ ਰਿਹਾ। ਇਹ ਵੀ ਇੱਕ ਗੱਲ ਹੈ, ਬਿਲਕੁਲ ਸਿਆਣੀ ਗੱਲ ਹੈ ਤੁਹਾਡੀ। ਇੱਕ ਅਮਰਿੰਦਰ ਸਿੰਘ ਹੋਰਾਂ ਨੇ, ਕੈਪਟਨ ਅਮਰਿੰਦਰ ਸਿੰਘ ਦੀ NDTV ਦੇ ਉੱਤੇ ਆਈ ਸੀ, ਉਹਨਾਂ ਦਾ ਕੁਝ ਸੀਗਾ ਪ੍ਰੋਗਰਾਮ ਸੀ, ਉਸ 'ਚ ਸਮਿਟ ਜੀ ਕਰਾਉਂਦੇ ਹੁੰਦੇ। ਉਹਦੇ 'ਚ ਪੁੱਛਿਆ ਵੀ ਪੰਜਾਬ ਦਾ ਹਾਲ ਕੀ ਹੈ ਭਗਵੰਤ ਸਿੰਘ ਮਾਨ ਬਾਰੇ, ਤੇ ਉਹਨੇ ਕਿਹਾ ਜੀ ਪੰਜਾਬ ਦਾ ਤਾਂ ਸੁਪਰ ਚੀਫ ਮਿਨਿਸਟਰ ਹੈ ਰਾਘਵ ਚੱਡਾ ਜੀ, ਚੀਫ ਮਿਨਿਸਟਰ ਨਹੀਂ ਤਾਂ ਸੁਪਰ ਡੁਪਰ ਚੀਫ ਮਿਨਿਸਟਰ। ਹੂੰ ਤੇ ਜਦੋਂ ਰਾਘਵ ਚੱਡੇ ਨੂੰ ਵੀ ਬੁਲਾਇਆ ਉਹ ਸਮਿਟ ਜਿੱਤੇ, ਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਦੱਸੋ ਜੀ ਕੀ ਕਹਿਣਾ ਤੁਹਾਡੇ ਬਾਰੇ। ਕਹਿੰਦਾ ਜੀ ਮੈਂ ਸੁਪਰ ਡੁਪਰ ਚੀਫ ਮਿਨਿਸਟਰ ਦਾ ਛੋਟਾ ਭਰਾ। ਪਰ ਜੇ ਹੁਣ ਆਪਾਂ ਸਿਆਸੀ ਹਲਕਿਆਂ ਦੀ ਗੱਲ ਕਰੀਏ ਤਾਂ ਸਿਆਸੀ ਹਲਕਿਆਂ ਦੇ ਵਿੱਚ ਤਾਂ ਉਹਨੂੰ ਸੁਪਰ ਚੀਫ ਮਿਨਿਸਟਰ ਸਮਝਿਆ ਜਾਂਦਾ। ਉਹਦੀ ਛਵੀ ਲਗਾਤਾਰ ਜਿਹੜੀ ਹੈਗੀ ਹੈ ਨਿਖਾਰੀ ਜਾ ਰਹੀ ਹੈ ਜੀ, ਤੇ ਇੱਧਰ ਜਿਹੜੀ ਹੈਗੀ ਜੇ ਹਿੰਦੀ ਦਾ ਸ਼ਬਦ ਵਰਤ ਗਿਆ ਆਪਾਂ ਤਾਂ ਧੂਮਲ ਹੋ ਰਹੀ ਹੈ। ਇਹ ਵੀ ਮੈਨੂੰ ਲੱਗਦਾ ਵੀ ਕੋਈ ਨਾ ਕੋਈ ਸੰਕੇਤ, ਕੋਈ ਹੋਰ ਪੁੱਠਾ ਪਾਣਾ ਵਾਪਰ ਸਕਦਾ। ਜੀ ਜੀ, ਬਲਕਿ ਢਿੱਲੋਂ ਸਾਹਿਬ ਵਾਕਿਆ ਜਿਹੜੀ ਗੱਲ ਕਹੀ ਹੈ ਨਾ ਤੁਸੀਂ, ਇਹ ਚੀਜ਼ਾਂ ਜਿਹੜੀਆਂ ਇਹ ਹੈਗੀਆਂ, ਤੇ ਦੇਖ ਲਓ ਵੀ ਹਾਲਾਤ ਇਹੋ ਜਿਹੇ ਨੇ। ਧਰਮਕੋਟ ਤੋਂ ਵੀ ਖਬਰ ਆ ਗਈ ਹੈ ਵੀ ਜਿੱਥੇ ਕਹਿੰਦੇ ਇੱਕ ਪੈਸਿਆਂ ਦੇ ਲੈਣ ਦੇਣ ਲੈ ਕੇ ਇਹੋ ਜਿਹਾ ਹੀ ਮਾਮਲਾ ਹੋਣਾ ਤੇ ਮੁੰਡੇ ਦੇ ਗੋਲੀ ਮਾਰਤੀ ਹੈ ਜੀ। ਤੇ ਰਾਘਵ ਚੱਡੇ ਵਾਲੀ ਗੱਲ ਤੁਸੀਂ ਕਹੀ, ਹੁਣ ਰਾਘਵ ਚੱਡਾ ਕਹਿੰਦਾ ਵੀ ਚੀਨ ਤੋਂ ਕੋਈ ਵੀ ਜਿਹੜਾ ਸਮਾਨ ਮੰਗਾਉਣਾ ਹੀ ਬੰਦ ਕਰ ਦਿਓ। ਤੇ ਮਤਲਬ ਹੁਣ ਸਮਝ ਲਓ ਤੁਸੀਂ, ਇਹਦਾ ਮਤਲਬ ਹੈ ਵੀ ਪੰਜਾਬ ਤੋਂ ਬਾਹਰ ਨੈਸ਼ਨਲ ਲੈਵਲ ਦੀਆਂ ਵੀ ਪਹਿਲਾਂ ਤਾਂ, ਕਿਉਂਕਿ ਇਹ ਤੋਂ ਪਹਿਲਾਂ ਤਾਂ ਪੰਜਾਬ ਦੀਆਂ ਹੀ ਗੱਲਾਂ ਕਰਦੇ ਸੀ। ਅੱਛਾ, ਇਹਨੂੰ ਫਿਰ ਪੂਰਾ ਚਮਕਾਇਆ ਜਾ ਰਿਹਾ ਹੈ। ਪਾਲਿਸ਼ ਹਾਂ ਚੀਜ਼ ਹੈ ਵੀ ਜਿਵੇਂ ਪਹਿਲਾਂ ਕੇਜਰੀਵਾਲ ਨੂੰ ਪ੍ਰਮੋਟ ਕੀਤਾ ਗਿਆ ਸੀ। ਹਾਂ, ਕੇਜਰੀਵਾਲ ਅਸਲ ਦੇ ਵਿੱਚ ਜਿਹੜਾ ਉਸ ਮੂਵਮੈਂਟ ਦਾ ਹੀਰੋ ਤਾਂ ਅੰਨਾ ਹਜ਼ਾਰੇ ਸੀ। ਅੰਨਾ ਹਜ਼ਾਰੇ ਨੂੰ ਕਿਵੇਂ ਓਵਰਸ਼ੈਡੋ ਕੀਤਾ ਇਹ ਬੰਦੇ ਨੇ। ਹਾਂਜੀ। ਤੇ ਢਿੱਲੋਂ ਸਾਹਿਬ, ਸਿੱਧੂ ਮੂਸੇ ਵਾਲੇ ਕਾਂਡ 'ਚ ਜਿਹੜਾ ਪੁਲਿਸ ਨੇ ਦੂਜੀ ਚਾਰਜ ਸ਼ੀਟ ਜਿਹੜੀ ਆ ਪੇਸ਼ ਕਰ ਦਿੱਤੀ ਹੈ ਜੀ। ਅੱਛਾ ਜੀ। ਤੇ ਦੀਪਕ ਭਗੌੜਾ ਮਾਮਲੇ ਦੇ ਵਿੱਚ ਬਰਖਾਸਤ ਕੀਤੇ CIA ਇੰਚਾਰਜ ਸਮੇਤ ਪ੍ਰਿਤਪਾਲ ਸਿੰਘ 11 ਵਿਅਕਤੀਆਂ ਖਿਲਾਫ ਮਾਨਸਾ ਦੀ ਅਦਾਲਤ 'ਚ ਚਲਾਨ ਪੇਸ਼ ਕੀਤਾ ਗਿਆ ਜੀ। ਇਸ ਮਾਮਲੇ 'ਚ ਮਾਨਸਾ ਅਦਾਲਤ ਨੇ 10 ਵਿਅਕਤੀਆਂ ਦੀ ਜ਼ਮਾਨਤ ਰੱਦ ਵੀ ਕਰ ਦਿੱਤੀ ਹੈ ਜੀ। ਪਹਿਲਾਂ ਜਿਹੜੇ ਅੰਦਰ ਸੀ ਉਹਨਾਂ ਦੀ ਇਹਦਾ ਮਤਲਬ ਇਹ ਹੈ ਕਿ ਪ੍ਰਿਤਪਾਲ ਨੂੰ ਵੀ ਫਿਰ ਇਹਦਾ ਮਤਲਬ ਮਰਡਰ ਕੇਸ ਦੇ ਵਿੱਚ ਇਨਵੋਲਵ ਲੈ ਲਿਆ ਉਹਨੂੰ, ਨਿਕਲਿਆ ਹੋ ਕੁਛ ਨਾ ਕੁਛ ਐਵੇਂ ਨਾ ਹੋ ਗਿਆ ਹੋਣਾ। ਠੀਕ ਹੈ, ਐਵੇਂ ਤਾਂ ਨਹੀਂ, ਬਿਲਕੁਲ SIT ਦੀ ਪੁੱਛਗਿੱਛ ਆਈ ਹੋਣੀ ਹੈ ਗੱਲ। ਇਨਵੋਲਵਮੈਂਟ ਤਾਂ ਫਿਰ ਹੋ ਹੀ ਗਈ ਨਾ, ਜੇ ਜਿਹੜਾ ਮੁਲਜ਼ਮ ਨੂੰ ਭਜਾਉਣਾ ਤੇ ਰਾਤ ਨੂੰ ਫਿਰ ਉੱਥੇ ਤਾਹ ਥਈਆ ਕਰਾਉਣਾ, ਮਸਾਜ ਕਰਾ ਕੇ ਆਉਣੀ ਜੀਰਕਪੁਰ ਜਾ ਕੇ। ਬਿਲਕੁਲ ਹੈ ਜੀ, ਬਿਲਕੁਲ। ਸੋ ਧੰਨਵਾਦ ਢਿੱਲੋਂ ਸਾਹਿਬ, ਤੁਹਾਡਾ ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡੇ ਨਾਲ ਹੋਰ ਖਬਰਾਂ ਵੀ ਜਿਹੜੀਆਂ ਸਾਂਝੀਆਂ ਕਰਦੇ ਆ। ਤੇ ਫਿਰੋਜ਼ਪੁਰ ਦੇ ਕੇਂਦਰੀ ਜੇਲ੍ਹ ਦੀ ਤਲਾਸ਼ੀ ਦੌਰਾਨ 7 ਮੋਬਾਈਲ ਫੋਨ, 23 ਪੂੜੀਆਂ ਜਰਦਾ, 2 ਡੱਬੀਆਂ ਸਿਗਰਟਾਂ, 1 ਚਾਰਜਰ, ਡਾਟਾ ਕੇਬਲ ਵੀ ਬਰਾਮਦ ਕੀਤੀ ਗਈ ਹੈ ਜੀ। ਤੇ ਇਸ ਦੇ ਨਾਲ ਹੀ ਲੁਧਿਆਣਾ ਤੋਂ ਖਬਰ ਆਈ ਹੈ ਜੀ, ਜਿੱਥੇ ਗਿੱਲ ਰੋਡ ਫਲਾਈਓਵਰ ਉੱਪਰ ਜਿਹੜਾ ਇੱਕ ਤੇਜ਼ ਰਫ਼ਤਾਰ ਬੱਸ ਦਾ ਜਿਹੜਾ ਸੰਤੁਲਨ ਵਿਗੜ ਗਿਆ ਤੇ ਡਿਵਾਈਡਰ ਨਾਲ ਵੱਜੀ ਤੇ ਫਿਰ ਉਸ ਤੋਂ ਬਾਅਦ ਪਲਟ ਗਈ ਜੀ। ਤੇ ਮਾਛੀਵਾੜੇ ਤੋਂ ਖਬਰ ਹੈ, ਇੱਥੇ ਕਈ ਪਿੰਡਾਂ ਦੇ ਵਿੱਚ ਜਿਹੜੀ ਹੈ ਜੀ ਕੱਲ੍ਹ ਸ਼ਾਮ ਤੋਂ ਬਿਜਲੀ ਗੁੱਲ ਹੈ। ਹਾਲਾਂਕਿ ਇੱਕ ਹਫ਼ਤੇ ਤੋਂ ਇਲਾਕਾ ਵਾਸੀ ਬਾਰ-ਬਾਰ ਬਿਜਲੀ ਦੇ ਆਉਣ ਜਾਣ ਤੋਂ ਪਰੇਸ਼ਾਨ ਨੇ ਤੇ ਕੱਲ੍ਹ ਸ਼ਾਮ ਤੋਂ ਬਿਜਲੀ ਗਈ ਤਾਂ ਸਾਰੇ ਅੱਜ ਜਿਹੜੇ ਆ ਲੋਕ ਬੜੇ ਔਖੇ ਹੋਏ ਬੈਠੇ ਨੇ। ਤੇ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਮੌਕੇ ਨੂੰ ਲੈ ਕੇ ਜਿਹੜੀਆਂ ਵੈਟਰਨਰੀ ਅਫਸਰਾਂ ਦੀਆਂ ਘਟਾਈਆਂ ਅਸਾਮੀਆਂ ਨੂੰ ਦੁੱਗਣਾ ਕਰਕੇ 418 ਕਰ ਦਿੱਤਾ। ਇਹਨਾਂ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਮੁਕੰਮਲ ਕਹਿੰਦੇ ਕਰ ਲਈ ਗਈ ਤੇ ਛੇਤੀ ਹੀ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੀ ਦੇ ਦਿੱਤੇ ਜਾਣਗੇ। ਸੋ ਰੇਡੀਓ ਪੰਜਾਬ ਟੁਡੇ ਦਾ ਪ੍ਰੋਗਰਾਮ ਇੱਥੇ ਹੀ ਤੁਹਾਡੇ ਤੋਂ ਸਮਾਪਤ ਕਰਨ ਦੀ ਆਗਿਆ ਚਾਹੁੰਦੇ ਹਾਂ ਜੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦਾ। ਸ਼ਮਾਦਾਨ